हाँ जी विद्यार्थियों, क्लास 12वीं वालिਆਂ ਦਾ ਹੈਗਾ ਹਿਸਟਰੀ ਦਾ ਟਰਮ 2 ਦਾ ਪੇਪਰ 9 ਮਈ ਨੂੰ। ਤਾਂ ਇਸ ਵੀਡੀਓ ਦੇ ਵਿੱਚ ਇੰਪੋਰਟੈਂਟ ਕੁਐਸਚਨ ਆਨਸਰ ਦੇਖਾਂਗੇ ਤੁਹਾਡੇ ਹਿਸਟਰੀ ਦੇ। ਤਾਂ ਟਰਮ 2 ਦੇ ਸਿਲੇਬਸ ਅਕੋਰਡਿੰਗ ਆਹ ਸਾਰੇ ਜਿਹੜੇ ਕੁਐਸਚਨ ਆਨਸਰ ਦਿੱਤੇ ਹੋਏ ਹਨ। ਤਾਂ ਸਭ ਤੋਂ ਪਹਿਲਾਂ ਇੱਕ ਇੱਕ ਨੰਬਰ ਵਾਲੇ ਦੇਖ ਲੈਂਦੇ ਹਾਂ, ਜਿਹੜੇ ਇੱਕ ਇੱਕ ਨੰਬਰ ਦੇ ਤੁਹਾਨੂੰ 5 ਕੁਐਸਚਨ ਆਣਗੇ। ਤਾਂ ਦੇਖੋ, ਪਹਿਲਾ ਜਿਹੜਾ ਤੁਹਾਡਾ ਚੈਪਟਰ ਹੈ ਪਾਠ 12ਵੇਂ ਦੇ ਵਿੱਚੋਂ ਅਬਦੂਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮਨੂੰ ਅਤੇ ਜਿਹੜੇ ਹੈਗੇ ਆ ਉਹਨਾਂ ਦੇ ਸਿੱਖਾਂ ਨਾਲ ਸੰਬੰਧ। ਠੀਕ ਹੈ ਜੀ। ਤਾਂ ਦੇਖੋ, ਸਭ ਤੋਂ ਪਹਿਲਾ ਕੁਐਸਚਨ ਕੀ ਬਣਦਾ ਵਾ ਇੱਥੇ ਕਿ ਜਿਹੜਾ ਅਬਦੁਸ ਸਮਦ ਖਾਂ ਨੂੰ ਲਾਹੌਰ ਦਾ ਸੂਬੇਦਾਰ ਕਿਸ ਨੇ ਨਿਯੁਕਤ ਕੀਤਾ? ਫਰੂਕ ਸੀਅਰ ਨੇ। ਠੀਕ ਹੈ ਜੀ। ਤੇ ਦੂਸਰਾ ਕੁਐਸਚਨ ਆਪਣਾ ਕੀ ਹੈ, ਅਬਦੁਸ ਸਮਦ ਖਾਂ ਕਦੋਂ ਲਾਹੌਰ ਦਾ ਸੂਬੇਦਾਰ ਬਣਿਆ? ਤਾਂ ਦੋਸਤੋ ਉਹ 1713 ਈਸਵੀ ਵਿੱਚ ਬਣਿਆ ਸੀਗਾ। ਤੇ ਅਬਦੁਸ ਸਮਦ ਖਾਂ ਨੇ ਕਿਹੜੇ ਮਹਾਨ ਸਿੱਖ ਜਰਨੈਲ ਨੂੰ ਗ੍ਰਿਫਤਾਰ ਕੀਤਾ? ਤਾਂ ਦੋਸਤੋ ਉਹ ਬੰਦਾ ਸਿੰਘ ਬਹਾਦਰ ਨੂੰ, ਠੀਕ ਹੈ ਜੀ, ਉਹਨਾਂ ਨੇ ਗ੍ਰਿਫਤਾਰ ਕੀਤਾ ਸੀ। ਤੇ ਅਗਲਾ ਕੁਐਸਚਨ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਕਿਹੜੀ ਲੜਾਈ ਵਿੱਚ ਗ੍ਰਿਫਤਾਰ ਕੀਤਾ ਗਿਆ? ਤਾਂ ਦੋਸਤੋ ਉਹਨਾਂ ਨੂੰ ਗੁਰਦਾਸ ਨੰਗਲ ਦੀ ਲੜਾਈ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਅਬਦੁਸ ਸਮਦ ਖਾਂ ਦੇ ਸਿੱਖਾਂ ਤੇ ਕੀਤੇ ਜ਼ੁਲਮਾਂ ਕਾਰਨ ਜਿਹੜਾ ਹੈਗਾ ਫਰੂਕ ਸੀਅਰ ਨੇ, ਠੀਕ ਹੈ ਜੀ, ਉਸ ਨੂੰ ਕਿਹੜਾ ਸਨਮਾਨ ਦਿੱਤਾ? ਤਾਂ ਦੋਸਤੋ ਉਸ ਨੂੰ ਰਾਜ ਦੀ ਜਿਹੜੀ ਹੈਗੀ ਹੈ ਤਲਵਾਰ ਦਿੱਤੀ। ਤੇ ਉਸ ਤੋਂ ਬਾਅਦ 6ਵਾਂ ਪ੍ਰਸ਼ਨ ਤੁਹਾਡਾ ਕਿ ਅਬਦੁਸ ਸਮਦ ਖਾਂ ਦੇ ਜ਼ੁਲਮਾਂ ਤੋਂ ਬਚਣ ਲਈ ਸਿੱਖ ਕਿੱਥੇ ਸ਼ਰਨ ਲੈਂਦੇ ਸਨ? ਤਾਂ ਦੋਸਤੋ ਉਹ ਲੱਖੀ ਜੰਗਲਾਂ ਤੇ ਸ਼ਿਵਾਲਿਕ ਪਹਾੜੀਆਂ ਦੇ ਵਿੱਚ ਜਿਹੜੇ ਹੈਗੇ ਆ ਉਹ ਸ਼ਰਨ ਲੈਂਦੇ ਸੀਗੇ। ਤੇ ਉਸ ਤੋਂ ਬਾਅਦ ਹੈ ਆਪਣਾ ਕੁਐਸਚਨ 7ਵਾਂ, ਬੰਦਾ ਸਿੰਘ ਬਹਾਦਰ ਦੀ ਜਿਹੜੀ ਹੈਗੀ ਆ ਸ਼ਹੀਦੀ ਤੋਂ ਬਾਅਦ ਸਿੱਖ ਕਿਹੜੇ ਦੋ ਸੰਪਰਦਾਵਾਂ ਵਿੱਚ ਵੰਡੇ ਗਏ? ਤਾਂ ਸੰਪਰਦਾਵਾਂ ਵਿੱਚ ਕਿਹੜੇ ਵੰਡੇ ਗਏ ਸੀਗੇ? ਤੱਤ ਖਾਲਸਾ ਤੇ ਜਿਹੜੀ ਹੈਗੀ ਆਪਣੀ ਬੰਦਈ ਖਾਲਸਾ। ਤੇ ਉਸ ਤੋਂ ਬਾਅਦ ਹੈ ਦੋਸਤੋ ਕੁਐਸਚਨ ਆਪਣਾ ਕਿ ਤੱਤ ਖਾਲਸਾ ਵਾਲੇ ਕਿਹੜੇ ਰੰਗ ਦੇ ਕੱਪੜੇ ਪਹਿਨਦੇ ਸਨ? ਤਾਂ ਦੋਸਤੋ ਉਹ ਨੀਲੇ ਰੰਗ ਦੇ ਕੱਪੜੇ ਪਹਿਨਦੇ ਸਨ। ਬੰਦਈ ਖਾਲਸਾ ਵਾਲੇ ਕਿਹੜੇ ਰੰਗ ਦੇ ਕੱਪੜੇ ਪਹਿਨਦੇ ਸਨ? ਉਹ ਲਾਲ ਰੰਗ ਦੇ ਕੱਪੜੇ ਪਹਿਨਦੇ ਸਨ। ਤੱਤ ਖਾਲਸਾ ਵਾਲੇ ਕਿਸ ਦੇ ਜਿਹੜੇ ਅਸੂਲਾਂ ਦੇ ਜਿਹੜੇ ਹੈਗੇ ਦ੍ਰਿੜ ਸਨ? ਤਾਂ ਦੋਸਤੋ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਦੇ। ਤੇ ਜਿਹੜੇ ਹੈਗੇ ਬੰਦਈ ਖਾਲਸਾ ਵਾਲੇ ਜਿਹੜੇ ਸੀਗੇ ਉਹ ਕਿਸ ਦੇ ਅਸੂਲਾਂ ਤੇ ਚੱਲਦੇ ਸਨ? ਉਹ ਬੰਦਾ ਸਿੰਘ ਬਹਾਦਰ ਦੇ ਅਸੂਲਾਂ ਤੇ ਚੱਲਦੇ ਸਨ। ਠੀਕ ਹੈ ਜੀ। ਤੇ 12ਵਾਂ ਕੁਐਸਚਨ ਕੀ ਹੈ, ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿੱਚ ਸਮਝੌਤਾ ਕਿਸ ਨੇ ਕਰਵਾਇਆ? ਤਾਂ ਦੋਸਤੋ ਉਹ ਭਾਈ ਮਨੀ ਸਿੰਘ ਜੀ ਨੇ ਕਰਵਾਇਆ ਸੀਗਾ। ਭਾਈ ਮਨੀ ਸਿੰਘ ਕੌਣ ਸਨ? ਤਾਂ ਦੋਸਤੋ ਉਹ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਨ। ਤੇ 13ਵਾਂ ਕੁਐਸਚਨ, ਤੱਤ ਖਾਲਸਾ ਤੇ ਬੰਦਈ ਖਾਲਸਾ ਵਿਚਕਾਰ ਸਮਝੌਤਾ ਇਹ ਹੋ ਗਿਆ, ਜ਼ਕਰੀਆ ਖਾਂ ਕੌਣ ਸੀ? ਤਾਂ ਦੋਸਤੋ ਜ਼ਕਰੀਆ ਖਾਂ ਕੌਣ ਸੀਗਾ? ਉਹ ਅਬਦੁਸ ਸਮਦ ਖਾਂ ਦਾ ਪੁੱਤਰ ਸੀ। ਤੇ ਜ਼ਕਰੀਆ ਖਾਂ ਲਾਹੌਰ ਦਾ ਸੂਬੇਦਾਰ ਕਦੋਂ ਬਣਿਆ? ਤਾਂ 1726 ਈਸਵੀ ਦੇ ਵਿੱਚ ਬਣਿਆ ਸੀ। ਤੇ ਜ਼ਕਰੀਆ ਖਾਂ ਸਿੱਖਾਂ ਨੂੰ ਕਿੱਥੇ, ਠੀਕ ਹੈ, ਸ਼ਹੀਦ ਕਰਵਾਉਂਦਾ ਸੀ? ਤਾਂ ਦੋਸਤੋ ਲਾਹੌਰ ਦੇ ਦਿੱਲੀ ਗੇਟ ਵਿੱਚ, ਠੀਕ ਹੈ ਜੀ, ਨਖਸ਼ ਨਾਂ ਦੇ ਸਥਾਨ ਤੇ ਉਹਨਾਂ ਨੂੰ ਸ਼ਹੀਦ ਕਰਵਾਉਂਦਾ ਸੀਗਾ। ਤੇ ਅਗਲਾ ਕੁਐਸਚਨ ਕੀ ਹੈ ਆਪਣਾ ਕਿ ਸਿੱਖਾਂ ਦੀ ਸ਼ਹੀਦੀ ਕਾਰਨ ਨਕਸ਼ ਦਾ ਨਾਂ ਕੀ ਪੈ ਗਿਆ? ਤਾਂ ਦੋਸਤੋ ਉਸ ਨੂੰ ਸ਼ਹੀਦਗੰਜ ਕਹਿਣ ਲੱਗੇ। ਭਾਈ ਤਾਰਾ ਸਿੰਘ ਜਿਹੜਾ ਹੈਗਾ ਉਹ ਕਿੱਥੇ ਦੇ ਵਸਨੀਕ ਸਨ? ਤਾਂ ਦੋਸਤੋ ਉਹ ਅੰਮ੍ਰਿਤਸਰ ਸਾਹਿਬ ਦੇ ਪਿੰਡ ਵਾਂ ਦੇ ਜਿਹੜੇ ਸੀਗੇ ਵਸਨੀਕ ਸੀਗੇ। ਤੇ ਅਗਲਾ ਕੁਐਸਚਨ ਹੈ ਬੀਮਾ ਜਿਹੜਾ ਹੈਗਾ ਨੋਸ ਹੀਰੇ ਦਾ ਕਿਹੜਾ ਚੌਧਰੀ ਆਪਣੇ ਘੋੜੇ ਸਿੱਖਾਂ ਦੇ ਖੇਤਾਂ ਵਿੱਚ ਛੱਡਦਾ ਸੀ? ਸਾਹਿਬ ਰਾਏ। ਠੀਕ ਹੈ ਜੀ। ਤੇ ਅਗਲਾ ਕੁਐਸਚਨ ਹੈ ਕਿ ਆਪਣਾ ਭਾਈ ਤਾਰਾ ਸਿੰਘ ਨੇ ਕਿੰਨੇ ਸਾਥੀਆਂ ਨਾਲ ਮੁਗਲ ਫੌਜਾਂ ਦਾ ਮੁਕਾਬਲਾ ਕੀਤਾ? 22। ਜ਼ਕਰੀਆ ਖਾਂ ਨੇ ਸਿੱਖਾਂ ਨਾਲ ਸਮਝੌਤਾ ਕਦੋਂ ਕੀਤਾ? 1733 ਈਸਵੀ ਦੇ ਵਿੱਚ। ਸਿੱਖਾਂ ਦੇ ਕਿਹੜੇ ਨੇਤਾ ਨੂੰ ਨਵਾਬ ਜਿਹੜਾ ਹੈਗਾ, ਠੀਕ ਹੈ ਜੀ, ਉਹਦੀ ਉਪਾਧੀ ਦਿੱਤੀ ਗਈ ਸੀ? ਤਾਂ ਦੋਸਤੋ ਸਰਦਾਰ ਕਪੂਰ ਸਿੰਘ ਫੈਜ਼ਲਪੁਰੀਆ ਨੂੰ, ਠੀਕ ਹੈ ਜੀ, ਉਹਦੀ ਜਿਹੜੀ ਉਪਾਧੀ ਦਿੱਤੀ ਗਈ ਸੀਗੀ। ਤੇ ਅੱਗੇ ਕੁਐਸਚਨ ਹੈ ਕਿ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ, ਠੀਕ ਹੈ ਜੀ, ਜਿਹੜਾ ਹੈਗਾ ਸੰਗਠਿਤ ਕਦੋਂ ਕੀਤਾ ਸੀਗਾ? 1734 ਈਸਵੀ ਦੇ ਵਿੱਚ। ਤੇ ਅਗਲਾ ਕੁਐਸਚਨ ਹੈ ਜਿਹੜਾ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੇ ਕਿਹੜੇ ਜੱਥੇ ਬਣਾਏ? ਤਾਂ ਦੋਸਤੋ ਉਹਨਾਂ ਨੇ ਬੁੱਢਾ ਦਲ ਅਤੇ ਤਰੁਣਾ ਦਲ ਉਹਨਾਂ ਨੇ ਬਣਾਏ। 26ਵਾਂ ਕੁਐਸਚਨ, ਬੁੱਢਾ ਦਲ ਵਿੱਚ ਕਿੰਨੀ ਉਮਰ ਦੇ ਸਿੱਖ ਹੁੰਦੇ ਸਨ? 40 ਸਾਲ ਤੋਂ ਵੱਧ ਦੇ ਉਮਰ ਦੇ। ਠੀਕ ਹੈ। ਤਰੁਣਾ ਦਲ ਵਿੱਚ ਅੱਗੇ ਕਿੰਨੇ ਜੱਥਿਆਂ ਵਿੱਚ ਵੰਡਿਆ ਗਿਆ? ਤਾਂ ਦੋਸਤੋ 5 ਜੱਥਿਆਂ ਦੇ ਵਿੱਚ ਵੰਡਿਆ ਗਿਆ। ਤੇ ਬੁੱਢਾ ਦਲ ਕੀ ਕੰਮ ਕਰਦਾ ਸੀ? ਤਾਂ ਦੋਸਤੋ ਉਹ ਧਾਰਮਿਕ ਸਥਾਨਾਂ ਦੀ ਦੇਖਭਾਲ ਕਰਦਾ ਸੀਗਾ। ਤਰੁਣਾ ਦਲ ਦਾ ਕੀ ਕੰਮ ਸੀਗਾ? ਦੁਸ਼ਮਣਾਂ ਦਾ ਮੁਕਾਬਲਾ ਕਰਨਾ। ਤੇ ਅੱਗੇ ਹੈ ਜ਼ਕਰੀਆ ਖਾਂ ਨੇ ਸਿੱਖਾਂ ਕੋਲੋਂ ਆਪਣੀ ਜਿਹੜੀ ਹੈਗੀ ਆ ਜਗੀਰ ਕਦੋਂ ਵਾਪਸ ਲਈ? ਤਾਂ ਦੋਸਤੋ 1735 ਈਸਵੀ ਦੇ ਵਿੱਚ ਜ਼ਕਰੀਆ ਖਾਂ ਨੇ ਸਿੱਖਾਂ ਕੋਲੋਂ ਆਪਣੀ ਜਗੀਰ ਜਿਹੜੀ ਹੈਗੀ ਆ ਵਾਪਸ ਲਈ। ਭਾਈ ਬੋਤਾ ਸਿੰਘ ਨੇ ਆਪਣੇ ਕਿਹੜੇ ਸਾਥੀ ਨਾਲ ਜਿਹੜਾ ਹੈਗਾ ਚੌਕੀ ਕਾਇਮ ਕੀਤੀ? ਤਾਂ ਦੋਸਤੋ ਉਹ ਕੀਤੀ ਸੀਗੀ ਭਾਈ ਗਰਜਾ ਸਿੰਘ ਨਾਲ। ਤੇ ਅੱਗੇ ਹੈ ਦੋਸਤੋ ਇਹ ਜਿਹੜੇ ਇੱਕ ਇੱਕ ਨੰਬਰ ਵਾਲੇ ਕੁਐਸਚਨ ਹਨ ਤੁਸੀਂ ਖੁਦ ਦੇਖ ਲਓ ਜਿਹੜੇ ਆਹ ਕੁਐਸਚਨ ਲਿਖੇ ਹੋਏ ਹਨ। ਆਪਾਂ ਹੁਣ ਸਿੱਧਾ ਜਿਹੜੇ ਦੂਸਰੇ ਕੁਐਸਚਨ ਹਨ ਜਿਹੜੇ ਤੁਹਾਡੇ 2-2 ਨੰਬਰ 3-3 ਨੰਬਰ ਵਾਲੇ ਆਣੇ ਹਨ ਉਹ ਦੇਖਾਂਗੇ। ਤਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਤੁਸੀਂ ਪਹਿਲਾਂ 40 ਤੱਕ ਰੀਡ ਕਰ ਲਓ ਦੋਸਤੋ। ਇਹ ਨਹੀਂ ਕਿ ਹੁਣ ਮੈਂ ਸਵਾਈਪ ਅਪ ਕਰ ਦੂੰਗਾ ਤੁਸੀਂ ਵੀ ਛੱਡ ਦੋਗੇ, ਨਹੀਂ, ਸਕਰੀਨ ਨੂੰ ਰੋਕੋ ਜਾਂ ਸਕਰੀਨਸ਼ਾਟ ਲੈ ਲਓ, ਇਹਨੂੰ ਰੀਡ ਕਰ ਲਓ। ਠੀਕ ਹੈ ਜੀ। ਇੱਥੇ ਤੱਕ ਤੁਸੀਂ ਰੀਡ ਕਰ ਲਿਆ ਹੋਣਾ। ਉਸ ਤੋਂ ਬਾਅਦ ਇਹ 40 ਤੋਂ ਲੈ ਕੇ, ਠੀਕ ਹੈ ਜੀ, ਆਪਣਾ 48 ਤੱਕ ਇੱਥੇ ਤੱਕ ਦੇਖ ਲਓ। ਠੀਕ ਹੈ।
ਤਾਂ ਇੱਥੇ ਦੋਸਤੋ 48 ਤੱਕ ਹੀ ਤੁਹਾਡੇ ਇੱਥੇ ਵੈਰੀ ਸ਼ਾਰਟ ਕੁਐਸਚਨ ਆਨਸਰ ਦਿੱਤੇ ਹੋਏ ਹਨ ਇੱਕ ਅੰਕ ਵਾਲੇ। ਤਾਂ ਹੁਣ ਅਸੀਂ ਦੇਖਦੇ ਹਾਂ ਚਲੋ ਤੁਹਾਡੇ ਤਿੰਨ ਅੰਕ ਵਾਲੇ ਪ੍ਰਸ਼ਨ ਦਾ। ਦੇਖੋ ਪਹਿਲਾ ਪ੍ਰਸ਼ਨ ਕੀ ਹੈ ਕਿ ਕਿਹੜੇ ਸਮੇਂ ਨੂੰ ਸਿੱਖ ਇਤਿਹਾਸ ਦਾ ਜਿਹੜਾ ਹਨੇਰਮਈ ਯੁੱਗ ਕਿਹਾ ਜਾਂਦਾ ਹੈ ਅਤੇ ਕਿਉਂ। ਤਾਂ ਦੇਖੋ 1713 ਈਸਵੀ ਤੋਂ 1753 ਈਸਵੀ ਦੇ ਸਮੇਂ ਨੂੰ ਸਿੱਖ ਇਤਿਹਾਸ ਦਾ ਜਿਹੜਾ ਹਨੇਰਮਈ ਯੁੱਗ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਅਬਦੁਸ ਜਿਹੜਾ ਹੈਗਾ ਸੰਮਦ ਖਾਂ, ਠੀਕ ਹੈ ਜੀ, ਜ਼ਕਰੀਆ ਖਾਂ, ਅਹੀਆ ਖਾਂ ਅਤੇ ਮੀਰ ਮੰਨੂ, ਠੀਕ ਹੈ ਜੀ, ਜਿਹੜਾ ਹੈਗਾ ਪੰਜਾਬ ਦੇ ਸੂਬੇਦਾਰ ਰਹੇ। ਉਹਨਾਂ ਨੇ ਸਿੱਖਾਂ 'ਤੇ ਬਹੁਤ ਜ਼ੁਲਮ ਕੀਤਾ। ਉਹਨਾਂ ਦੇ ਜਿਹੜੇ ਹੈਗੇ ਸਿਰਾਂ 'ਤੇ, ਠੀਕ ਹੈ ਜੀ, ਮੁੱਲ ਨਿਸ਼ਚਿਤ ਕੀਤੇ ਗਏ। ਉਹਨਾਂ ਨੂੰ ਹਰ ਰੋਜ਼ ਗ੍ਰਿਫਤਾਰ ਕੀਤਾ ਜਾਂਦਾ ਅਤੇ ਲਾਹੌਰ ਵਿਖੇ ਸ਼ਹੀਦ ਕੀਤਾ ਜਾਂਦਾ। ਉਹਨਾਂ ਨੇ ਆਪਣੇ ਘਰ ਛੱਡ ਕੇ ਜਾਣਾ ਪਿਆ ਅਤੇ ਜੰਗਲਾਂ ਦੇ ਪਹਾੜਾਂ ਵਿੱਚ ਜਾ ਕੇ ਸ਼ਰਨ ਲੈਣੀ ਪਈ। ਅਤੇ ਅਗਲਾ ਕੁਐਸਚਨ ਕੀ ਹੈ, ਅਬਦੁਸ ਸੰਮਦ ਖਾਂ 'ਤੇ ਇੱਕ ਨੋਟ ਲਿਖੋ। ਅਬਦੁਸ ਸੰਮਦ ਖਾਂ 1713 ਈਸਵੀ ਨੂੰ, ਠੀਕ ਹੈ ਜੀ, ਲਾਹੌਰ ਦੇ ਸੂਬੇਦਾਰ ਜਿਹੜਾ ਹੈਗਾ ਲਾਹੌਰ ਦਾ ਜਿਹੜਾ ਸੂਬੇਦਾਰ ਬਣਿਆ, ਠੀਕ ਹੈ ਜੀ, 1713 ਈਸਵੀ ਦੇ ਵਿੱਚ। ਅਤੇ 1715 ਈਸਵੀ ਨੇ ਉਸ ਨੂੰ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਵਿੱਚ ਉਹ ਸਫਲਤਾ ਪ੍ਰਾਪਤ ਕੀਤੀ। ਇਸ ਨਾਲ ਉਸ ਦਾ ਹੌਸਲਾ ਬਹੁਤ ਵੱਧ ਗਿਆ। ਉਸਨੇ ਸਿੱਖਾਂ 'ਤੇ ਭਾਰੀ ਜ਼ੁਲਮ ਕੀਤੇ ਅਤੇ ਹਰ ਰੋਜ਼ ਸੈਂਕੜੇ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਅਤੇ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਜਾਂਦਾ। ਅਬਦੁਸ ਸੰਮਦ ਖਾਂ ਨੇ ਜ਼ੁਲਮਾਂ ਤੋਂ ਤੰਗ ਆ ਕੇ ਸਿੱਖਾਂ ਨੂੰ, ਠੀਕ ਹੈ ਜੀ, ਘਰੋਂ ਦੌੜ ਕੇ ਜੰਗਲਾਂ ਵਿੱਚ ਲੁਕਣਾ ਪਿਆ, ਠੀਕ ਹੈ ਜੀ। ਅਬਦੁਸ ਜਿਹੜਾ ਹੈਗਾ ਸੰਮਦ ਖਾਂ ਦੀਆਂ ਜਿਹੜੀਆਂ ਇਹਨਾਂ ਜਿਹੜੀ ਸਫਲਤਾਵਾਂ ਤੋਂ ਖੁਸ਼ ਹੋ ਕੇ ਮੁਗਲ ਬਾਦਸ਼ਾਹ ਜਿਹੜਾ ਹੈਗਾ ਆਪਣਾ ਫਰੂਕ ਸ਼ੀਰ ਨੇ, ਠੀਕ ਹੈ ਜੀ, ਉਸਨੇ ਉਸ ਨੂੰ ਰਾਜ ਦੀ ਤਲਵਾਰ ਦੀ ਉਪਾਧੀ ਦਿੱਤੀ। ਤੀਸਰਾ ਪ੍ਰਸ਼ਨ, ਬੰਦਲੀ ਖਾਲਸਾ ਜਿਹੜੀ ਹੈਗੀ ਬੰਦਈ ਖਾਲਸਾ 'ਤੇ ਇੱਕ ਸੰਖੇਪ ਨੋਟ ਲਿਖੋ। ਬੰਦਈ ਖਾਲਸਾ ਉਹਨਾਂ ਸਿੱਖਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਨੇਤਾ ਮੰਨਦੇ ਸਨ। ਇੱਕ ਦੂਜੇ ਨੂੰ ਮਿਲਦੇ ਸਮੇਂ ਇਹ ਫਤਿਹ ਰਾਮ ਅਤੇ ਫਤਿਹ ਦਰਸ਼ਨ ਸ਼ਬਦਾਂ ਦੀ ਵਰਤੋਂ ਕਰਦੇ ਸਨ। ਇਹ ਲਾਲ ਰੰਗ ਦੇ ਕੱਪੜੇ ਜਿਹੜੇ ਹੈਗੇ ਆ ਪਾਉਂਦੇ ਸਨ। ਅਤੇ ਅਗਲਾ ਕੁਐਸਚਨ ਹੈ ਕਿ ਤੱਤ ਖਾਲਸਾ 'ਤੇ ਇੱਕ ਸੰਖੇਪ ਨੋਟ ਲਿਖੋ। ਤੱਤ ਖਾਲਸਾ ਉਹਨਾਂ ਸਿੱਖਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ 'ਤੇ ਚੱਲਦੇ ਸਨ। ਇੱਕ ਦੂਜੇ ਨੂੰ ਮਿਲਦੇ ਸਮੇਂ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦਾਂ ਦੀ ਵਰਤੋਂ ਕਰਦੇ ਸਨ। ਇਹ ਨੀਲੇ ਰੰਗ ਦੇ ਕੱਪੜੇ ਪਾਉਂਦੇ ਸਨ। ਅਤੇ ਅੱਗੇ ਕੁਐਸਚਨ ਹੈ ਕਿ ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿਚਲੇ ਜਿਹੜੇ ਹੈਗੇ ਆ ਮਤਭੇਦ ਕਿਵੇਂ ਦੂਰ ਹੋਏ। ਤਾਂ ਦੋਸਤੋ 1721 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਸ਼੍ਰੀ ਅੰਮ੍ਰਿਤਸਰ ਸੌਰੀ ਦੋਸਤੋ ਕਈ ਵਾਰੀ ਬੋਲਣ ਦੇ ਵਿੱਚ ਮਿਸਟੇਕ ਹੋ ਜਾਂਦੀ ਹੈ, ਤਾਂ ਤੁਸੀਂ ਆਪਣਾ ਇੱਥੇ ਦੇਖ ਲਿਓ। ਅਗਰ ਕਈ ਵਾਰੀ ਮੈਂ ਜਿਵੇਂ ਕਿ ਕੋਈ ਵਰਡਿੰਗ ਆ, ਠੀਕ ਹੈ ਜੀ, ਉਸ ਨੂੰ ਗਲਤ ਬੋਲ ਦਿੰਦਾ ਤਾਂ ਉਸ ਦਾ ਬੁਰਾ ਨਹੀਂ ਮੰਨਣਾ ਹੈਗਾ, ਠੀਕ ਹੈ ਜੀ, ਕਿਉਂਕਿ ਹਾਂ ਜਿਹੜੇ ਵਰਡਸ ਨੇ ਸਾਰੇ ਇਹ ਜਿਹੜੇ ਹੈਗੇ ਧਾਰਮਿਕ ਵਰਡ ਨੇ, ਠੀਕ ਹੈ ਜੀ। ਤਾਂ ਕਿਉਂਕਿ ਕਈ ਵਾਰੀ ਜਿਹੜਾ ਇਹ ਚੈਪਟਰ ਨੇ, ਠੀਕ ਹੈ, ਜੋ ਬਹੁਤ ਸਾਰੇ ਹਨ ਅਤੇ PDF ਵੀ ਕਾਫੀ ਲੰਬੀ ਹੈ, ਤਾਂ ਇਸ ਵਿੱਚ ਬੋਲਣ ਵਿੱਚ ਕਈ ਵਾਰੀ ਜਿਹੜੀ ਜ਼ੁਬਾਨ ਉਹ ਇੱਧਰ ਉੱਧਰ ਹੋ ਜਾਂਦੀ ਹੈ, ਤਾਂ ਤੁਸੀਂ ਠੀਕ ਹੈ ਬੁਰਾ ਨਹੀਂ ਮੰਨਣਾ ਹੈਗਾ ਇਸ ਗੱਲ ਦਾ। ਤਾਂ ਦੇਖੋ ਦੋਸਤੋ ਕੀ ਹੈ, 1721 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਨੀ ਸਿੰਘ ਨੇ ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿੱਚ ਸਮਝੌਤਾ ਕਰਵਾ ਦਿੱਤਾ। ਇਸ ਨਾਲ ਤੱਤ ਖਾਲਸਾ ਅਤੇ ਬੰਦਈ ਖਾਲਸਾ ਇੱਕ ਹੋ ਗਏ। ਤਾਂ ਅਗਲਾ ਕੁਐਸਚਨ ਕੀ ਹੈ ਕਿ ਸਿੱਖਾਂ ਦੀ ਸ਼ਕਤੀ ਕੁਚਲਣ ਲਈ ਜ਼ਕਰੀਆ ਖਾਂ ਨੇ ਕਿਹੜੇ ਕਦਮ ਚੁੱਕੇ। ਤਾਂ ਦੋਸਤੋ ਜ਼ਕਰੀਆ ਖਾਂ ਨੇ 1726 ਈਸਵੀ ਵਿੱਚ ਲਾਹੌਰ ਦਾ ਜਿਹੜਾ ਸੂਬੇਦਾਰ ਬਣਿਆ, ਅਹੁਦਾ ਸੰਭਾਲਦੇ ਹੀ ਉਸਨੇ ਸਿੱਖਾਂ ਵਿਰੁੱਧ ਕਦਮ ਚੁੱਕਣੇ ਸ਼ੁਰੂ ਕੀਤੇ। ਉਸਨੇ ਕੀ ਕੀਤਾ ਹੈ, ਉਸਨੇ ਸਿੱਖਾਂ ਨੂੰ ਖਤਮ ਕਰਨ ਲਈ ਆਪਣੀ ਫੌਜ ਵਿੱਚ 20,000 ਸੈਨਿਕ ਭਰਤੀ ਕੀਤੇ। ਸਿੱਖਾਂ ਦੇ ਸਿਰਾਂ 'ਤੇ ਮੁੱਲ ਨਿਸ਼ਚਿਤ ਕੀਤਾ। ਜਿਹੜੇ ਹੈਗੇ ਪਿੰਡ ਦੇ ਮੁਕੱਦਮਿਆਂ, ਚੌਧਰੀਆਂ ਅਤੇ ਜ਼ਿਮੀਂਦਾਰਾਂ ਨੂੰ ਸਿੱਖਾਂ ਖਿਲਾਫ ਕਾਰਵਾਈਆਂ ਕਰਨ ਲਈ ਮਜਬੂਰ ਕੀਤਾ। ਸਿੱਖਾਂ ਦੀ ਸ਼ਕਤੀ ਕੁਚਲਣ ਲਈ ਜ਼ਕਰੀਆ ਖਾਂ ਨੇ ਜਿਹਾਦ ਦਾ ਜਿਹੜਾ ਨਾਰਾ ਵੀ ਲਾਇਆ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਦੋਸਤੋ ਕੀ ਕਿਹਾ ਹੋਇਆ ਇਹਨਾਂ ਨੇ ਕਿ ਭਾਈ ਤਾਰਾ ਸਿੰਘ ਵਾਹ ਬਾਰੇ ਤੁਸੀਂ ਕੀ ਜਾਣਦੇ ਹੋ। ਤਾਂ ਦੋਸਤੋ ਇਹ ਉੱਤਰ ਕੀ ਹੈ, ਭਾਈ ਤਾਰਾ ਸਿੰਘ ਵਾਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਾਹ ਦੇ ਵਸਨੀਕ ਸਨ, ਠੀਕ ਹੈ ਜੀ। ਅਤੇ ਉਹਨਾਂ ਨੇ ਬੰਦਾ ਸਿੰਘ ਬਹਾਦਰ ਦੀਆਂ ਅਨੇਕਾਂ ਲੜਾਈਆਂ ਵਿੱਚ ਭਾਗ ਲਿਆ ਸੀ ਅਤੇ ਹੁਣ ਉਹ ਆਪਣੇ ਪਿੰਡ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਸਨ। ਨਸਹਿਰੇ ਦਾ ਚੌਧਰੀ ਸਾਹਿਬ ਰਾਏ ਸਿੱਖਾਂ ਦੇ ਖੇਤਾਂ ਵਿੱਚ ਆਪਣੇ ਘੋੜੇ ਛੱਡ ਦਿੰਦਾ ਸੀ, ਜਿਹੜਾ ਬਹੁਤ ਨੁਕਸਾਨ ਕਰਦੇ ਸਨ। ਜਦੋਂ ਸਿੱਖ ਉਸ ਨੂੰ ਅਜਿਹਾ ਕਰਨ ਤੋਂ ਰੋਕਦੇ ਸਨ ਤਾਂ ਉਹ ਸਿੱਖਾਂ ਦੀ, ਠੀਕ ਹੈ ਜੀ, ਬਹੁਤ ਬੇਇੱਜ਼ਤੀ ਕਰਦੇ ਸਨ। ਇੱਕ ਦਿਨ ਭਾਈ ਤਾਰਾ ਸਿੰਘ ਨੇ ਉਸ ਦੀ ਘੋੜੀ ਨੂੰ ਵੇਚ ਦਿੱਤਾ ਅਤੇ ਮਿਲੇ ਪੈਸੇ ਨੂੰ ਲੰਗਰ ਵਿੱਚ ਸੇਵਾ ਵਜੋਂ ਪਾ ਦਿੱਤਾ। ਚੌਧਰੀ ਸਾਹਿਬ ਗਏ ਨੇ ਜ਼ਕਰੀਆ ਖਾਨ ਨੂੰ ਭਾਈ ਤਾਰਾ ਸਿੰਘ ਦਾ ਸ਼ਿਕਾਇਤ ਕੀਤੀ। ਜ਼ਕਰੀਆ ਖਾਨ ਨੇ, ਠੀਕ ਹੈ ਜੀ, ਮੋਮਨ ਖਾਨ ਦੀ ਅਗਵਾਈ ਹੇਠ 2200 ਮੁਗਲਾਂ ਸੈਨਿਕਾਂ ਨੂੰ ਭਾਈ ਤਾਰਾ ਸਿੰਘ ਵਾਹ ਖਿਲਾਫ ਕਾਰਵਾਈ ਕਰਨ ਲਈ ਭੇਜਿਆ। ਭਾਈ ਤਾਰਾ ਸਿੰਘ ਵਾਹ ਨੇ, ਠੀਕ ਹੈ ਜੀ, ਮੁਗਲ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। ਭਾਈ ਮਨੀ ਸਿੰਘ ਦੀ ਸ਼ਹੀਦੀ ਕਿਉਂ ਹੋਈ। ਤਾਂ ਦੇਖੋ ਭਾਈ ਮਨੀ ਸਿੰਘ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਨ। ਜ਼ਕਰੀਆ ਖਾਨ ਨੇ ਸਿੱਖਾਂ ਦੇ ਦਰਬਾਰ ਸਾਹਿਬ ਵਿਖੇ ਆਉਣ 'ਤੇ ਪਾਬੰਦੀ ਲਗਾਈ ਹੋਈ ਸੀਗੀ। ਭਾਈ ਮਨੀ ਸਿੰਘ ਨੇ ਜ਼ਕਰੀਆ ਖਾਨ ਤੋਂ 5000 ਰੁਪਏ ਦੇ ਬਦਲੇ ਇਸ ਗੱਲ ਦੀ ਆਗਿਆ ਲਈ ਕਿ ਉਹ ਦੀਵਾਲੀ ਦੇ ਮੌਕੇ 'ਤੇ ਸਿੱਖਾਂ ਨੂੰ ਦਰਬਾਰ ਸਾਹਿਬ ਵਿਖੇ, ਠੀਕ ਹੈ ਜੀ, ਆ ਕੇ ਮੱਥਾ ਟੇਕਣ ਦੇਵੇਗਾ। ਭਾਰੀ ਗਿਣਤੀ ਵਿੱਚ ਸਿੱਖ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ। ਦੀਵਾਲੀ ਵੱਧ ਤੋਂ ਇੱਕ ਦਿਨ ਪਹਿਲਾਂ ਹੀ ਜ਼ਕਰੀਆ ਖਾਨ ਸਿੱਖਾਂ 'ਤੇ
ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਮਲਾ ਕਰਵਾ ਦਿੱਤਾ। ਸਿੱਖਾਂ ਵਿੱਚ ਭਗਦੜ ਮਚ ਗਈ। ਉਹ ਦਰਬਾਰ ਸਾਹਿਬ ਵਿਖੇ ਇਕੱਠੇ ਨਾ ਹੋਏ। ਜ਼ਕਰੀਆ ਖਾਨ ਨੇ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਵਾ ਲਿਆ ਅਤੇ 5000 ਰੁਪਏ ਦੀ ਮੰਗ ਕੀਤੀ। ਭਾਈ ਮਨੀ ਸਿੰਘ ਨੇ ਇਨਕਾਰ ਕਰ ਦਿੱਤਾ। ਇਸ 'ਤੇ ਭਾਈ ਸਾਹਿਬ ਨੂੰ ਇਸਲਾਮ ਸਵੀਕਾਰ ਕਰਨ ਲਈ ਕਿਹਾ ਤਾਂ ਭਾਈ ਮਨੀ ਸਿੰਘ ਜੀ ਦੇ ਇਨਕਾਰ ਕਰਨ 'ਤੇ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਗਿਆ। ਤਾਂ ਹੁਣ ਅੱਗੇ ਕੀ ਹੈ ਕੁਐਸਚਨ ਆਪਣਾ ਕਿ ਭਾਈ ਤਾਰੂ ਸਿੰਘ ਜੀ ਕੌਣ ਸਨ, ਉਹਨਾਂ ਦੀ ਸ਼ਹੀਦੀ ਦਾ ਜਿਹੜਾ ਸਿੱਖ ਇਤਿਹਾਸ ਵਿੱਚ ਕੀ ਮਹੱਤਵ ਹੈ। ਤਾਂ ਦੇਖੋ ਦੋਸਤੋ, ਜਿਹੜੇ ਭਾਈ ਤਾਰੂ ਸਿੰਘ ਜੀ ਸੀਗੇ ਉਹ ਮਾਝੇ ਦੇ ਇਲਾਕੇ ਦੇ ਪਿੰਡ ਪੋਲਾਂ ਦੇ ਵਾਸੀ ਸਨ। ਉਹ ਖੇਤੀਬਾੜੀ ਕਰਦੇ ਸਨ ਅਤੇ ਆਪਣੀ ਆਮਦਨ ਨਾਲ ਸਿੱਖਾਂ ਦੀ ਸਹਾਇਤਾ ਕਰਦੇ ਸਨ। ਜ਼ਕਰੀਆ ਖਾਨ ਇਸ ਨੂੰ ਅਪਰਾਧ ਸਮਝਦਾ ਸੀ। ਉਸ ਨੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਵਾ ਲਿਆ ਅਤੇ ਇਸਲਾਮ ਧਰਮ ਜਿਹੜਾ ਹੈਗਾ ਠੀਕ ਹੈ ਜੀ ਉਸ ਨੂੰ ਠੀਕ ਹੈ ਧਾਰਨ ਕਰਨ ਲਈ ਕਿਹਾ। ਭਾਈ ਸਾਹਿਬ ਦੁਆਰਾ ਇਨਕਾਰ ਕਰਨ 'ਤੇ ਉਹਨਾਂ ਦੀ ਜਿਹੜੀ ਹੈਗੀ ਆ ਖੋਪੜੀ ਲਹਾ ਦਿੱਤੀ ਗਈ। ਜਦੋਂ ਜੱਲਾਦ ਭਾਈ ਜਿਹੜਾ ਹੈਗਾ ਭਾਈ ਸਾਹਿਬ ਦੀ ਖੋਪੜੀ ਜਿਹੜੀ ਹੈਗੇ ਲਾ ਰਹੇ ਸਨ ਤਾਂ ਭਾਈ ਸਾਹਿਬ ਜਿਹੜੇ ਹੈਗੇ ਬੈਠੇ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਅਤੇ ਬਿਲਕੁਲ ਵੀ ਨਾ ਡੋਲੇ। ਇਸ ਤੋਂ 22 ਦਿਨ ਬਾਅਦ ਜਿਹੜਾ ਹੈਗਾ 1 ਜੁਲਾਈ 1745 ਈਸਵੀ ਨੂੰ ਭਾਈ ਸਾਹਿਬ ਨੇ ਸ਼ਹੀਦੀ ਪ੍ਰਾਪਤ ਕੀਤੀ। ਅੱਗੇ ਕੁਐਸਚਨ ਹੈ ਕਿ ਜਿਹੜਾ ਹੈਗਾ ਨਾਦਰ ਸ਼ਾਹ ਦੇ ਪੰਜਾਬ ਦੇ ਹਮਲੇ ਅਤੇ ਉਸ 'ਤੇ ਪ੍ਰਭਾਵ ਦਾ ਵਰਣਨ ਕਰੋ। ਤਾਂ ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਸੀ। ਉਸਨੇ 1739 ਈਸਵੀ ਵਿੱਚ ਭਾਰਤ 'ਤੇ ਹਮਲਾ ਕੀਤਾ। ਉਸਨੇ ਭਾਰਤ ਦੇ ਅਨੇਕਾਂ ਸ਼ਹਿਰਾਂ ਵਿੱਚ ਭਾਰੀ ਲੁੱਟ ਜਿਹੜੀ ਹੈਗੀ ਆ ਕੀਤੀ, ਲੁੱਟਮਾਰ ਕੀਤੀ ਅਤੇ ਜਦੋਂ ਲੁੱਟਮਾਰ ਕਰਕੇ ਉਹ ਪੰਜਾਬ ਵਿੱਚ ਲੰਘ ਰਿਹਾ ਸੀ ਤਾਂ ਸਿੱਖਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਉਸ ਦੇ ਜਿਹੜਾ ਹੈਗਾ ਖਜ਼ਾਨਾ ਲੁੱਟ ਲਿਆ। ਉਸਨੇ ਜ਼ਕਰੀਆ ਖਾਨ ਤੋਂ ਸਿੱਖਾਂ ਬਾਰੇ ਪੁੱਛਗਿੱਛ ਕੀਤੀ। ਉਸ ਨੂੰ ਸਿੱਖਾਂ ਵਿਰੁੱਧ ਸਖਤ ਕਦਮ ਚੁੱਕਣ ਲਈ ਕਿਹਾ। ਉਸਨੇ ਹਮਲੇ ਕਰਨ ਤੋਂ ਬਾਅਦ ਪੰਜਾਬ ਵਿੱਚ ਜਿਹੜਾ ਹੈਗਾ ਠੀਕ ਹੈ ਜੀ ਜਿਹੜੀ ਹੈਗੀ ਬਦਅਮਨੀ ਜਿਹੜੀ ਹੈਗੀ ਉਹਨਾਂ ਦੀ ਫੈਲ ਗਈ, ਜਿਸ ਕਾਰਨ ਸਿੱਖਾਂ ਨੂੰ ਆਪਣੀ ਸ਼ਕਤੀ ਵਧਾਉਣ ਦਾ ਮੌਕਾ ਮਿਲ ਗਿਆ। ਠੀਕ ਹੈ, ਅੱਗੇ ਕੀ ਹੈ ਬੁੱਢਾ ਦਲ ਅਤੇ ਤਰੁਣਾ ਦਲ ਤੋਂ ਕੀ ਭਾਵ ਹੈ। ਜਦੋਂ ਜ਼ਕਰੀਆ ਖਾਨ ਮਹਿਸੂਸ ਹੋਇਆ ਕਿ ਸਿੱਖਾਂ ਨੂੰ ਖਤਮ ਕਰਨਾ ਸੰਭਵ ਨਹੀਂ ਹੈ ਤਾਂ ਉਸਨੇ ਸਿੱਖਾਂ ਨਾਲ ਸਮਝੌਤਾ ਕਰ ਲਿਆ। 1734 ਈਸਵੀ ਨੂੰ ਨਵਾਬ ਕਪੂਰ ਸਿੰਘ ਨੇ ਸਾਰੇ ਸਿੱਖਾਂ ਨੂੰ ਇਕੱਠਾ ਕੀਤਾ ਅਤੇ 2 ਜੱਥੇ ਬਣਾ ਦਿੱਤੇ। ਇਹਨਾਂ ਜੱਥਿਆਂ ਵਿੱਚ ਬੁੱਢਾ ਦਲ ਠੀਕ ਹੈ ਜੀ ਅਤੇ ਤਰੁਣਾ ਦਲ ਦਾ ਨਾਂ ਦਿੱਤਾ ਗਿਆ। ਬੁੱਢਾ ਦਲ ਵਿੱਚ 40 ਸਾਲ ਤੋਂ ਵਡੇਰੀ ਉਮਰ ਦੇ, ਜਿਹੜੇ ਤਰੁਣਾ ਦਲ ਵਿੱਚ 40 ਸਾਲ ਤੋਂ ਘੱਟ ਉਮਰ ਦੇ ਸਿੱਖ ਸਨ। ਬੁੱਢਾ ਦਲ ਦਾ ਮੁੱਖ ਕੰਮ ਧਾਰਮਿਕ ਸਥਾਨਾਂ ਦੀ ਦੇਖਭਾਲ ਕਰਨਾ, ਜਦੋਂ ਕਿ ਤਰੁਣਾ ਦਲ ਦਾ ਠੀਕ ਹੈ ਕੀ ਕੰਮ ਸੀਗਾ, ਦੁਸ਼ਮਣਾਂ ਨਾਲ ਮੁਕਾਬਲਾ ਕਰਨਾ ਸੀਗਾ ਉਹਨਾਂ ਦਾ ਮੁੱਖ ਕੰਮ। ਯਹੀਆ ਖਾਨ ਦੇ ਜਿਹੜਾ ਹੈਗਾ ਸ਼ਾਸਨ ਕਾਲ ਸੰਬੰਧੀ ਜਾਣਕਾਰੀ ਦਿਓ। ਤਾਂ ਦੋਸਤੋ ਯਹੀਆ ਖਾਨ ਠੀਕ ਹੈ ਜੀ ਜਿਹੜਾ ਜ਼ਕਰੀਆ ਖਾਨ ਦਾ ਪੁੱਤਰ ਸੀ ਠੀਕ ਹੈ ਜੀ, ਯਾਨੀ ਕਿ ਠੀਕ ਹੈ ਪੁੱਤਰ ਸੀ, ਚਲੋ ਠੀਕ ਹੈ। ਉਹ 1746 ਈਸਵੀ ਨੂੰ ਲਾਹੌਰ ਦੇ ਸੂਬੇਦਾਰ ਠੀਕ ਹੈ ਜੀ ਬਣਿਆ। ਜਿਹੜਾ ਹੈਗਾ ਯਹੀਆ ਖਾਨ ਠੀਕ ਹੈ ਜੀ ਉਹ 1746 ਈਸਵੀ ਵਿੱਚ ਲਾਹੌਰ ਦਾ ਜਿਹੜਾ ਸੂਬੇਦਾਰ ਬਣਿਆ। ਉਸ ਨੇ ਠੀਕ ਹੈ ਜੀ ਸਿੱਖਾਂ ਦੇ ਬਹੁਤ ਜ਼ੁਲਮ ਕੀਤੇ। ਉਸਨੇ ਲਖਪਤ ਰਾਏ ਨਾਲ ਮਿਲ ਕੇ ਭਾਈ ਠੀਕ ਹੈ ਜੀ ਜਿਹੜਾ ਹੈਗਾ ਭਾਰੀ ਫੌਜਾਂ ਨਾਲ ਲਗਭਗ 15000 ਸਿੱਖਾਂ ਨੂੰ ਠੀਕ ਹੈ ਜੀ ਕਾਹਨੂੰਵਾਨ ਵਿਖੇ ਘੇਰ ਲਿਆ ਅਤੇ ਉਹਨਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਲਗਭਗ 7000 ਸਿੱਖ ਸ਼ਹੀਦ ਹੋਏ। 3000 ਤੋਂ ਵੱਧ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਨੂੰ ਬਾਅਦ ਵਿੱਚ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ। ਠੀਕ ਹੈ ਜੀ ਸ਼ਹੀਦ ਕੀਤਾ ਗਿਆ। ਸਿੱਖ ਇਤਿਹਾਸ ਵਿੱਚ ਇਸ ਘਟਨਾ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। 1747 ਈਸਵੀ ਵਿੱਚ ਯਹੀਆ ਖਾਨ ਨੂੰ ਉਸਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਤਾਂ ਦੋਸਤੋ ਦੇਖ ਸਕਦੇ ਹੋ ਕਿ ਅਗਰ ਤੁਹਾਡੇ ਕੋਲ ਪ੍ਰਸ਼ਨ ਪੁੱਛ ਲਿਆ ਜਾਵੇ ਕਿ ਜਿਹੜਾ ਹੈਗਾ ਛੋਟਾ ਘੱਲੂਘਾਰਾ ਕੀ ਸੀ ਤਾਂ ਦੋਸਤੋ ਇਹੀ ਵਾਲੀ ਜਿਹੜੀ ਹੈਗੀ ਤੁਸੀਂ ਇਸ ਨੂੰ ਐਕਸਪਲੇਨ ਕਰਨਾ ਵਾ। ਅਤੇ ਅੱਗੇ ਦੋਸਤੋ ਕੀ ਹੈ ਕਿ ਪਹਿਲੇ ਜਾਂ ਫਿਰ ਛੋਟੇ ਘੱਲੂਘਾਰੇ ਬਾਰੇ ਤੁਸੀਂ ਕੀ ਜਾਣਦੇ ਹੋ। ਤਾਂ ਦੇਖ ਸਕਦੇ ਹੋ ਕਿ 1746 ਈਸਵੀ ਵਿੱਚ ਯਹੀਆ ਖਾਨ ਲਖਪਤ ਰਾਏ ਦੇ ਭਾਰੀ ਫੌਜ 15000 ਸਿੱਖਾਂ ਨੂੰ ਲੈ ਕੇ ਗੁਰਦਾਸਪੁਰ ਦੇ ਨੇੜੇ ਕਾਹਨੂੰਵਾਲ ਵਿਖੇ ਜਿਹੜਾ ਹੈਗਾ ਘੇਰ ਲਿਆ ਗਿਆ। ਉਹਨਾਂ ਨੇ ਹਮਲਾ ਕਰ ਦਿੱਤਾ। ਉੱਥੇ ਜਿਹੜੇ ਸਿੱਖ ਉੱਥੇ ਬਚ ਕੇ ਬਸੋਲੀ ਦੀਆਂ ਪਹਾੜੀਆਂ ਵਿੱਚ ਚਲੇ ਗਏ। ਮੁਗਲ ਫੌਜਾਂ ਨੇ ਉਹਨਾਂ ਦਾ ਜਿਹੜਾ ਹੈਗਾ ਠੀਕ ਹੈ ਜੀ ਜਿਹੜਾ ਆਪਣਾ ਪਿੱਛਾ ਕੀਤਾ ਅਤੇ ਰਾਵੀ ਨਦੀ ਵਿੱਚ ਜਿਹੜਾ ਹੜ੍ਹ ਆਇਆ ਹੋਇਆ ਸੀਗਾ। ਸਿੱਖ ਉੱਚੀਆਂ ਪਹਾੜੀਆਂ ਅਤੇ ਰਾਵੀ ਨਦੀ ਵਿਚਕਾਰ ਫਸ ਗਏ। ਠੀਕ ਹੈ, ਬੜੀ ਬੇਦਰਦੀ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਹਮਲੇ ਵਿੱਚ ਜਿਹੜੇ ਲਗਭਗ 7000 ਸਿੱਖ ਜਿਹੜੇ ਹੈਗੇ ਉਹ ਸ਼ਹੀਦ ਹੋਏ ਅਤੇ 3000 ਤੋਂ ਵੱਧ ਜਿਹੜੇ ਸਿੱਖਾਂ ਨੂੰ ਠੀਕ ਹੈ ਜੀ ਜਿਹੜਾ ਗ੍ਰਿਫਤਾਰ ਵੀ ਕਰ ਲਿਆ ਗਿਆ। ਠੀਕ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ। ਅਤੇ ਸਿੱਖ ਇਤਿਹਾਸ ਵਿੱਚ ਇਸ ਘਟਨਾ ਨੂੰ ਠੀਕ ਹੈ ਜੀ ਛੋਟਾ ਜਿਹੜਾ ਹੈਗਾ ਘੱਲੂਘਾਰਾ ਜਿਹੜਾ ਕਿਹਾ ਜਾਂਦਾ ਹੈ। ਤਾਂ ਅਗਲਾ ਪ੍ਰਸ਼ਨ 14ਵਾਂ ਮੀਰ ਮੰਨੂ ਨੇ ਸਿੱਖਾਂ ਨੂੰ ਖਤਮ ਕਰਨ ਲਈ ਕੀ ਯਤਨ ਕੀਤੇ। ਤਾਂ ਦੋਸਤੋ ਦੇਖੋ ਮੀਰ ਮੰਨੂ ਨੇ ਠੀਕ ਹੈ ਜੀ ਉਸਨੇ ਸਿੱਖਾਂ ਨੂੰ ਖਤਮ ਕਰਨ ਲਈ ਵੱਖ-ਵੱਖ ਪ੍ਰਦੇਸ਼ਾਂ ਵਿੱਚ ਸੈਨਿਕ ਦਸਤੇ ਜਿਹੜੇ ਭੇਜੇ। ਉਸਨੇ ਪਹਾੜੀਆਂ ਰਾਜਿਆਂ ਅਤੇ ਅਧੀਨ ਬੇਗ ਨੂੰ ਸਿੱਖਾਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦਿੱਤਾ। 1748 ਈਸਵੀ ਨੂੰ ਉਸਨੇ 500 ਸਿੱਖਾਂ ਨੂੰ ਰਾਮ ਰੋਣੀ ਦੇ ਕਿਲੇ ਵਿੱਚ ਘੇਰ ਲਿਆ ਅਤੇ ਇਸ ਜਿਹੜੇ ਘੇਰੇ ਦੌਰਾਨ 200 ਜਿਹੜੇ ਸਿੱਖ ਹੈਗੇ ਉਹ ਸ਼ਹੀਦ ਕਰ ਦਿੱਤੇ ਗਏ। ਅਤੇ 15ਵਾਂ ਕੁਐਸਚਨ ਮੀਰ ਮੰਨੂ ਸਿੱਖਾਂ ਦੀ ਸ਼ਕਤੀ ਕੁਚਲਣ ਵਿੱਚ ਅਸਫਲ ਕਿਉਂ ਰਿਹਾ। ਤਾਂ ਦੋਸਤੋ ਸਿੱਖਾਂ ਨੇ ਆਪਣੀ ਆਪ ਨੂੰ ਦਲ ਖਾਲਸਾ ਦੇ ਰੂਪ ਵਿੱਚ ਸੰਗਠਿਤ ਕਰ ਲਿਆ। ਸਿੱਖਾਂ ਦੇ ਅਸਾਧਾਰਨ ਗੁਣਾਂ ਕਾਰਨ ਉਹ
ठीक है जी कुचलन बहुत औखा हो गया। सिखां दी जिहड़ी गुरिल्ला युद्ध नीति कारण मुगलों लई उन्हां दा मुकाबला करना सौखा नहीं सी। दीवान कौड़ा मल दे सिखां प्रति हमदर्दी पूਰਨ वतीरे ते ने भी सिखां ते अपनी जिहड़ी हैगी है शक्ति जिहड़ी है संगठित करन दा मौका दिता। अधीन बेग ने मीर मन्नू दे हुक्मां ते सिखां विरुद्ध सख्त कार्रवाई ना कीती ते अगे है मीर मन्नू जिहड़ा हैगा अहमद शाह अब्दाली दे हमलिਆਂ कारण बहुत समा उलझिया रहा। मीर मन्नू दे जालम वतीरे कारण ਜ਼ਿਮੀਂਦਾਰਾਂ ਅਤੇ किसान उस दे विरुद्ध हो गए ਅਤੇ ਉਹਨਾਂ ਨੇ ਸਿੱਖਾਂ ਦਾ ਸਾਥ ਦਿੱਤਾ। ठीक है जी तो हुण इस तो बाद है दोस्तों तुहाडे 5 अंकां वाले प्रश्न। देखो हुण पहला प्रश्न की है तो सिखां दे अबदूस समद खां ਅਤੇ जकरिया खां ਅਤੇ मीर मन्नू नाल संबंधित ठीक है जी जिहड़ा हैगा संखेप वर्णन करो। तो देखो ये की है 1716 ईस्वी तो 1747 तक ठीक है जी ईस्वी तक सिखां ਅਤੇ मुगलों विचकार होए जिहड़ा हैगा संघर्ष बारे तुसीं की जाणदे हो। तो देखो 1713 ईस्वी तो लैके 1753 ईस्वी ਦੇ ਸਮੇਂ ਵਿੱਚ ਸਿੱਖਾਂ ਨੂੰ ਠੀਕ ਹੈ ਇਤਿਹਾਸ ਦਾ ਜਿਹੜਾ ਹਨੇਰਮਈ ਯੁੱਗ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਅਬਦੁਸ ਸਮਦ ਖਾਂ ਜ਼ਕਰੀਆ ਖਾਂ ਯਹੀਆ ਖਾਂ ਅਤੇ ਮੀਰ ਮੰਨੂ ਪੰਜਾਬ ਦੇ ਸੂਬੇਦਾਰ ਰਹੇ। ਉਹਨਾਂ ਨੇ ਸਿੱਖਾਂ ਉੱਤੇ ਬਹੁਤ ਜਿਹੜੇ ਹੈਗੇ ਆ ਜ਼ੁਲਮ ਕੀਤੇ। ਅਬਦੁਸ ਸਮਦ ਖਾਂ ਜਿਹੜਾ ਹੈਗਾ ਦੋਸਤੋ 1713 ਈਸਵੀ ਵਿੱਚ ਲਾਹੌਰ ਦਾ ਜਿਹੜਾ ਸੂਬੇਦਾਰ ਬਣਿਆ। 1715 ਈਸਵੀ ਵਿੱਚ ਬੰਦਾ ਬਹਾਦਰ ਨੂੰ ਠੀਕ ਹੈ ਜੀ ਉਹਨੇ ਗ੍ਰਿਫਤਾਰ ਕਰਨ ਵਿੱਚ ਉਸਨੇ ਸਫਲਤਾ ਪ੍ਰਾਪਤ ਕੀਤੀ ਤੇ ਉਸ ਦਾ ਜਿਹੜਾ ਇਸ ਦੇ ਨਾਲ ਹੌਸਲਾ ਵੀ ਬਹੁਤ ਵੱਧ ਗਿਆ। ਉਸਨੇ ਸਿੱਖਾਂ ਤੇ ਭਾਰੀ ਜ਼ੁਲਮ ਕੀਤੇ ਠੀਕ ਹੈ ਜੀ। ਹਰ ਰੋਜ਼ ਸੈਂਕੜੇ ਸਿੱਖਾਂ ਨੂੰ ਉਹ ਗ੍ਰਿਫਤਾਰ ਕੀਤਾ ਜਾਂਦਾ ਅਤੇ ਲਾਹੌਰ ਵਿਖੇ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਜਾਂਦਾ। ਅਬਦੁਸ ਸਮਦ ਖਾਂ ਦੇ ਜ਼ੁਲਮਾਂ ਤੋਂ ਤੰਗ ਆ ਕੇ ਜਿਹੜੇ ਸਿੱਖ ਸੀਗੇ ਉਹ ਘਰੋਂ ਦੌੜ ਕੇ ਜੰਗਲਾਂ ਵਿੱਚ ਉਹਨਾਂ ਨੂੰ ਲੁਕਣਾ ਪੈਂਦਾ ਸੀਗਾ। ਅਬਦੁਸ ਸਮਦ ਖਾਂ ਠੀਕ ਹੈ ਜੀ ਦੇ ਸਿਪਾਹੀ ਦੁਆਰਾ ਇਹਨਾਂ ਸਿੱਖਾਂ ਦੇ ਪਰਿਵਾਰਾਂ 'ਤੇ ਵੀ ਠੀਕ ਹੈ ਜੀ ਬਹੁਤ ਜ਼ੁਲਮ ਕੀਤੇ ਜਾਂਦੇ ਸਨ ਅਤੇ ਅਬਦੁਲ ਸਮਦ ਖਾਂ ਦੀਆਂ ਇਹਨਾਂ ਸਫਲਤਾਵਾਂ ਤੋਂ ਖੁਸ਼ ਹੋ ਕੇ ਮੁਗਲ ਬਾਦਸ਼ਾਹ ਜਿਹੜਾ ਹੈਗਾ ਆਪਣਾ ਫਰੂਕ ਸ਼ੀਰ ਨੇ ਉਸ ਨੂੰ ਰਾਜ ਦੀ ਤਲਵਾਰ ਦੀ ਉਪਾਧੀ ਦਿੱਤੀ। ਜ਼ਕਰੀਆ ਖਾਂ ਦੋਸਤੋ ਜ਼ਕਰੀਆ ਖਾਂ ਅਬਦੁਸ ਸਮਦ ਖਾਂ ਦਾ ਪੁੱਤਰ ਸੀ। ਉਹ 1726 ਈਸਵੀ ਵਿੱਚ ਲਾਹੌਰ ਦਾ ਸੂਬੇਦਾਰ ਬਣਿਆ। ਉਸਨੇ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਆਪਣੀ ਫੌਜ ਵਿੱਚ 20,000 ਸੈਨਿਕ ਭਰਤੀ ਕੀਤੇ। ਸੈਨਾ ਨੂੰ ਠੀਕ ਹੈ ਤੇਜ਼ ਰਫ਼ਤਾਰ ਘੋੜੀਆਂ ਠੀਕ ਹੈ ਜੀ ਘੋੜਿਆਂ ਅਤੇ ਊਠਾਂ ਬੰਦੂਕਾਂ ਅਤੇ ਹੋਰ ਜਿਹੜੇ ਹਥਿਆਰਾਂ ਨਾਲ ਲੈਸ ਕੀਤਾ। ਉਸਨੇ ਐਲਾਨ ਕੀਤਾ ਕਿ ਸਿੱਖਾਂ ਬਾਰੇ ਸੂਚਨਾ ਦੇਣ ਵਾਲੇ ਨੂੰ 10 ਰੁਪਏ, ਗ੍ਰਿਫਤਾਰ ਕਰਵਾਉਣ ਵਾਲੇ ਨੂੰ 25 ਰੁਪਏ, ਗ੍ਰਿਫਤਾਰ ਕਰਕੇ ਸਰਕਾਰ ਦੇ ਹਵਾਲੇ ਕਰਨ ਵਾਲੇ ਨੂੰ 50 ਰੁਪਏ ਅਤੇ ਸਿੱਖਾਂ ਦਾ ਸਿਰ ਵੱਢ ਕੇ ਲੈ ਕੇ ਆਉਣ ਵਾਲੇ ਨੂੰ 100 ਰੁਪਏ ਇਨਾਮ ਦਿੱਤਾ ਜਾਵੇਗਾ। ਹਜ਼ਾਰਾਂ ਸਿੱਖਾਂ ਨੂੰ ਲਾਹੌਰ ਦੇ ਦਿੱਲੀ ਗੇਟ ਵਿਖੇ ਠੀਕ ਹੈ ਜੀ ਜਿਹੜਾ ਨਕਸ਼ ਨਾਂ ਦੇ ਸਥਾਨ 'ਤੇ ਸ਼ਹੀਦ ਕੀਤਾ ਗਿਆ। ਇਸ ਲਈ ਇਸ ਸਥਾਨ ਦਾ ਨਾਂ ਸ਼ਹੀਦਗੰਜ ਪੈ ਗਿਆ। ਜ਼ਕਰੀਆ ਖਾਂ ਨੇ ਭਾਈ ਤਾਰਾ ਸਿੰਘ ਵਾਂ, ਭਾਈ ਮਨੀ ਸਿੰਘ, ਭਾਈ ਬੋਤਾ ਸਿੰਘ ਅਤੇ ਭਾਈ ਤਾਰੂ ਸਿੰਘ ਵਰਗੇ ਅਨੇਕਾਂ ਮਹਾਂਪੁਰਸ਼ਾਂ ਨੂੰ ਸ਼ਹੀਦ ਕਰਵਾਇਆ। ਅਤੇ ਅੱਗੇ ਕੀ ਹੈ ਯਹੀਆ ਖਾਨ ਦੋਸਤੋ ਜ਼ਕਰੀਆ ਖਾਨ ਦਾ ਪੁੱਤਰ ਸੀ। ਉਹ 1746 ਈਸਵੀ ਵਿੱਚ ਪੰਜਾਬ ਰਾਜ ਦੇ ਸੂਬੇਦਾਰ ਬਣਿਆ ਸੀਗਾ। ਯਹੀਆ ਖਾਨ ਲਾਹੌਰ ਵਿੱਚ ਰਹਿਣ ਵਾਲਾ ਸਿੱਖਾਂ 'ਤੇ ਬਹੁਤ ਜ਼ੁਲਮ ਕੀਤਾ, ਕਤਲ ਕਰਵਾ ਦਿੱਤਾ ਠੀਕ ਹੈ। ਉਸਨੇ ਸਿੱਖਾਂ ਧਰਮ ਗ੍ਰੰਥ ਪੜ੍ਹਨ ਅਤੇ ਗੁਰੂ ਸ਼ਬਦ ਬੋਲਣ 'ਤੇ ਪਾਬੰਦੀ ਲਗਾ ਦਿੱਤੀ। ਉਸਨੇ ਲਖਪਤ ਰਾਏ ਨਾਲ ਮਿਲ ਕੇ 15,000 ਸਿੱਖਾਂ ਨੂੰ ਕਾਹਨੂਵਾਲ ਵਿਖੇ ਘੇਰਾ ਲਾ ਲਿਆ, ਉਹਨਾਂ 'ਤੇ ਹਮਲਾ ਕਰ ਦਿੱਤਾ। ਇਸ ਨਾਲ ਉਹ ਲਗਭਗ 7,000 ਸਿੱਖਾਂ ਸ਼ਹੀਦ ਹੋ ਗਏ। 5,000 ਤੋਂ ਵੱਧ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਨੂੰ ਬਾਅਦ ਵਿੱਚ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ। ਇਹ ਮੁੱਖ ਜਿਹੜਾ ਸਿੱਖ ਇਤਿਹਾਸ ਇਸ ਘਟਨਾ ਨੂੰ ਛੋਟਾ ਘੱਲੂਘਾਰਾ ਜਿਹੜਾ ਹੈਗਾ ਕਿਹਾ ਜਾਂਦਾ ਹੈ। ਤੇ ਅਗਲਾ ਪ੍ਰਸ਼ਨ ਦੋਸਤੋ ਕੀ ਹੈ ਕਿ ਮੀਰ ਮੰਨੂ ਨੇ ਸਿੱਖਾਂ ਖਿਲਾਫ ਕੀ ਕਦਮ ਚੁੱਕੇ। ਤਾਂ ਦੇਖੋ ਉਹਨਾਂ ਨੇ ਕੀ ਕਦਮ ਚੁੱਕੇ। ਤਾਂ ਉਹਨਾਂ ਨੇ ਦੋਸਤੋ ਮੀਰ ਮੰਨੂ ਨੇ 1748 ਈਸਵੀ ਵਿੱਚ ਪੰਜਾਬ ਦਾ ਸੂਬੇਦਾਰ ਬਣਿਆ। ਆਪਣੇ ਅਹੁਦੇ ਤੋਂ ਬੈਠਦੇ ਹੀ ਉਸਨੇ ਸਿੱਖਾਂ ਦੀ ਜਿਹੜੀ ਹੈਗੀ ਹੈ ਸ਼ਕਤੀ ਕੁਚਲਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਯਾਨੀ ਕਿ ਉਸਨੇ ਕੀ ਕੀਤਾ ਹੈ ਫੌਜਦਾਰਾਂ ਅਤੇ ਪਹਾੜੀ ਰਾਜਿਆਂ ਦੀਆਂ ਹਦਾਇਤਾਂ ਦਿੱਤੀਆਂ ਕਿ ਉਸਨੇ ਸਿੱਖਾਂ ਨੂੰ ਖਤਮ ਕਰਨ ਲਈ ਥਾਂ ਸੈਨਿਕਾਂ ਨੂੰ ਭੇਜ ਦਿੱਤਾ ਹੈ। ਉਸਨੇ ਜਲੰਧਰ ਦੇ ਫੌਜਦਾਰ ਅਤੇ ਪਹਾੜੀ ਰਾਜਿਆਂ ਨੂੰ ਸਿੱਖਾਂ ਖਿਲਾਫ ਸਖਤ ਕਾਰਵਾਈ ਦੀਆਂ ਹਦਾਇਤਾਂ ਦਿੱਤੀਆਂ। ਸਿੱਟੇ ਵਜੋਂ ਰੋਜ਼ਾਨਾ ਸੈਂਕੜੇ ਸਿੱਖਾਂ ਦਾ ਜਿਹੜਾ ਕਤਲ ਹੈ ਉਹ ਕੀਤਾ ਜਾਣ ਲੱਗਿਆ। ਅਤੇ ਅੱਗੇ ਕੀ ਹੈ ਰਾਮ ਰੌਣੀ ਦਾ ਘੇਰਾ ਠੀਕ ਹੈ ਜੀ। ਰਾਮ ਰੌਣੀ ਦਾ ਘੇਰਾ ਇੱਕ ਵਾਰ ਮੀਰ ਮੰਨੂ ਨੇ ਖਬਰ ਮਿਲੀ ਕਿ ਸਿੱਖ ਦੀਵਾਲੀ ਦੇ ਮੌਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੋਣਗੇ ਤਾਂ ਉਸਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਹਿਬ ਵੱਲ ਕੁਝ ਕੀਤਾ। ਅਤੇ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਉੱਥੋਂ ਦੌੜ ਗਏ ਤਾਂ ਬਹੁਤ ਸਾਰੇ ਸਿੱਖ ਜੰਗਲਾਂ ਵੱਲ ਦੌੜ ਗਏ। ਪਰ 500 ਦੇ ਕਰੀਬ ਸਿੱਖ ਠੀਕ ਹੈ ਜੀ ਜਿਹੜੇ ਹੈਗੇ ਨੇ ਉਹ ਰਾਮ ਰੌਣੀ ਦੇ ਕਿਲ੍ਹੇ ਵਿੱਚ ਸ਼ਰਨ ਲਈ। ਮੀਰ ਮੰਨੂ ਨੇ ਕਿਲ੍ਹੇ ਨੂੰ ਘੇਰਾ ਪਾ ਲਿਆ ਅਤੇ ਇਹ ਘੇਰਾ ਜਿਹੜਾ ਹੈਗਾ 4 ਮਹੀਨੇ ਜਾਰੀ ਰਿਹਾ। ਇਸ ਦੌਰਾਨ ਹੋਈਆਂ ਝੜਪਾਂ ਵਿੱਚ 200 ਦੇ ਕਰੀਬ ਸਿੱਖ ਜਿਹੜੇ ਹੈਗੇ ਸ਼ਹੀਦ ਹੋ ਗਏ ਠੀਕ ਹੈ ਜੀ। ਇਨਾਮੀ ਘੋਸ਼ਣਾ ਕੀਤੀ ਉਸਨੇ ਠੀਕ ਹੈ ਜੀ। ਆਹ ਤੁਸੀਂ ਪੜ੍ਹ ਲਓ। ਅਤੇ ਜਿਹੜੀ ਹੈਗੀ ਆ ਲੱਖੀ ਜਿਹੜਾ ਹੈਗਾ ਠੀਕ ਹੈ ਜੀ ਜੰਗਲਾਂ ਵਿੱਚ ਮੁਹਿੰਮਾਂ ਠੀਕ ਹੈ ਜੀ। ਤਾਂ ਆ ਵੀ ਦੋਸਤੋ ਤੁਸੀਂ ਖੁਦ ਪੜ੍ਹਨਾ ਵਾ ਜੋ ਇਹਦੇ ਵਿੱਚ ਲਿਖਿਆ ਹੋਇਆ ਵਾ 2 ਪੈਂਟ ਤੁਸੀਂ ਆਹ ਖੁਦ ਪੜ੍ਹ ਲਓ ਠੀਕ ਹੈ ਜੀ। ਸਕਰੀਨ ਨੂੰ ਰੋਕ ਕੇ ਸਕਰੀਨਸ਼ਾਟ ਲੈ ਲਓ ਇਹਦਾ। ਅਤੇ ਉਸ ਤੋਂ ਬਾਅਦ ਦੇਖੋ ਕੀ ਹੈ ਕਿ ਇਸਤਰੀਆਂ ਅਤੇ ਬੱਚਿਆਂ 'ਤੇ ਜ਼ੁਲਮ ਕੀਤਾ ਉਸਨੇ ਮੀਰ ਮੰਨੂ ਨੇ ਠੀਕ ਹੈ ਜੀ। ਮੀਰ ਮੰਨੂ ਨੇ ਅਦੀਨਾ ਬਾਗ ਅਤੇ ਜਿਹੜਾ ਹੈਗਾ ਜਮਾਲਉਦੀਨ ਰਾਹੀਂ ਅਨੇਕਾਂ ਸਿੱਖਾਂ ਨੂੰ ਸ਼ਹੀਦ ਕਰਵਾਇਆ। ਸਿੱਖਾਂ ਦੀਆਂ ਇਸਤਰੀਆਂ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਗਿਆ। ਇਸਤਰੀਆਂ ਕੋਲੋਂ ਹਰ ਰੋਜ਼ ਉਹ ਸਵਾ
ਮਨ ਅਨਾਜ ਪੀਸਣ ਲਈ ਦਿੰਦਾ ਜਾਂਦਾ ਸੀ, ਉਹ ਬੱਚਿਆਂ ਨੂੰ ਉਹਨਾਂ ਦੇ ਸਾਹਮਣੇ ਮਾਰ ਦਿੱਤਾ ਜਾਂਦਾ ਸੀਗਾ। ਬੱਚਿਆਂ ਦੇ ਮਾंस ਦੇ ਟੁਕੜੇ ਉਹਨਾਂ ਦੀਆਂ ਮਾਵਾਂ ਦੀਆਂ ਝੋਲੀਆਂ ਵਿੱਚ ਪਾਏ ਜਾਂਦੇ ਸਨ। ਦੋਸਤੋ ਆਹ ਜਿਹੜਾ ਲਾਸਟ ਕੁਐਸਚਨ ਹੈ ਇਸ ਚੈਪਟਰ ਦਾ, ਮੀਰ ਮਨੂੰ ਸਿੱਖਾਂ ਦੀ ਸ਼ਕਤੀ ਕੁਚਲਣ ਵਿੱਚ ਅਸਫਲ ਕਿਉਂ ਰਿਹਾ? ਤਾਂ ਆਹ ਵਾਲਾ ਪੁਆਇੰਟ, ਆਹ ਵਾਲਾ ਪੁਆਇੰਟ, ਆਹ ਵਾਲਾ ਪੁਆਇੰਟ, ਆਹ ਵਾਲਾ ਪੁਆਇੰਟ ਦੋਸਤੋ ਤੁਸੀਂ ਖੁਦ ਪੜ੍ਹਨਾ ਵਾ, ਜਿਵੇਂ ਕਿ ਆਹ ਦਲ ਖਾਲਸਾ ਦੀ ਸੰਗਠਨ, ਠੀਕ ਹੈ ਜੀ, ਤੇ ਸਿੱਖਾਂ ਦੇ ਅਸਾਧਾਰਨ ਗੁਣ ਤੇ ਸਿੱਖਾਂ ਦੀ ਜਿਹੜੀ ਹੈ ਕਿ ਗੁਰੀਲਾ ਯੁੱਧ ਨੀਤੀ। ਤਾਂ ਤੁਸੀਂ ਸਕਰੀਨ ਨੂੰ ਰੋਕ ਕੇ ਇਹਨਾਂ ਨੂੰ ਪੜ੍ਹ ਲਓ। ਦੀਵਾਨ ਕੋੜਾ ਮੱਲ ਦੀ ਸਿੱਖਾਂ ਪ੍ਰਤੀ ਵਤੀਰਾ, ਅਦੀਨਾ ਬੇਗ ਦੀ ਜਿਹੜੀ ਹੈਗੀ ਆ ਦੁਰੰਗੀ ਨੀਤੀ। ਤਾਂ ਇਸ ਤਰ੍ਹਾਂ ਦੇ ਜਿਹੜੇ ਪੁਆਇੰਟ ਹੈ ਇੰਪੋਰਟੈਂਟ ਪੁਆਇੰਟ ਨੇ। ਜਿਹੜੇ ਹੈਗਾ ਅਬਦਾਲੀ ਦੇ ਹਮਲੇ, ਮੀਰ ਮਨੂੰ ਦਾ ਜ਼ਾਲਮ ਵਤੀਰਾ। ਤਾਂ ਦੋਸਤੋ ਸਕਰੀਨ ਰੋਕ ਕੇ ਇਹਨਾਂ ਨੂੰ ਰੀਡ ਕਰ ਲਓ ਇੱਕ ਵਾਰੀ, ਇਹ ਤੁਸੀਂ ਖੁਦ ਰੀਡ ਕਰਨੇ ਹਨ, ਇਹ ਵਾਲਾ ਕੁਐਸਚਨ, ਤੀਸਰਾ ਕੁਐਸਚਨ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੁਣ ਦੇਖਦੇ ਹਾਂ ਦੋਸਤੋ ਪਾਠ 18ਵੇਂ ਦੇ ਵਿੱਚੋਂ ਅੰਗਰੇਜ਼ ਸਿੱਖ ਸੰਬੰਧ 1800 ਤੋਂ ਲੈ ਕੇ 1839 3 ਅੰਕ ਵਾਲੇ ਪ੍ਰਸ਼ਨ ਦੇ ਉੱਤਰ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ, ਜਸਵੰਤ ਰਾਓ ਹੋਲਕਰ ਕੌਣ ਸੀ? ਤਾਂ ਦੋਸਤੋ ਦੇਖੋ ਜਸਵੰਤ ਰਾਏ ਹੋਲਕਰ ਮਰਾਠਾ ਸਰਦਾਰ ਸੀ। ਉਹ 1805 ਈਸਵੀ ਵਿੱਚ ਅੰਗਰੇਜ਼ਾਂ ਤੋਂ ਹਾਰ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ਾਂ ਦੇ ਖਿਲਾਫ ਸਹਾਇਤਾ ਲੈਣ ਲਈ ਉਹ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ। ਮਹਾਰਾਜਾ ਰਣਜੀਤ ਸਿੰਘ ਨੇ ਉਸ ਦਾ ਨਿੱਘਾ ਸਵਾਗਤ ਕੀਤਾ ਪਰ ਸਹਾਇਤਾ ਨਾ ਕੀਤੀ। ਜਸਵੰਤ ਰਾਓ ਹੋਲਕਰ ਨੂੰ ਬਾਅਦ ਵਿੱਚ ਅੰਗਰੇਜ਼ਾਂ ਨਾਲ ਸਮਝੌਤਾ ਕਰਨਾ ਪਿਆ, ਠੀਕ ਹੈ ਜੀ। ਤੇ ਦੂਸਰਾ ਪ੍ਰਸ਼ਨ ਕੀ ਹੈ, ਮਹਾਰਾਜਾ ਰਣਜੀਤ ਸਿੰਘ ਨੇ ਜਸਵੰਤ ਰਾਓ ਹੋਲਕਰ ਦੀ ਸਹਾਇਤਾ ਕਿਉਂ ਨਹੀਂ ਕੀਤੀ? ਕਿਉਂਕਿ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਦੇ ਅਨੁਸ਼ਾਸਨ ਤੋਂ ਬਹੁਤ ਪ੍ਰਭਾਵਿਤ ਸੀ। ਮਹਾਰਾਜਾ ਅੰਗਰੇਜ਼ਾਂ ਨਾਲ ਦੁਸ਼ਮਣੀ ਨਹੀਂ ਲੈਣਾ ਚਾਹੁੰਦੇ ਸਨ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਤੇ ਅਜੇ ਛੋਟਾ ਸੀ। ਮਹਾਰਾਜਾ ਕਿਸੇ ਪ੍ਰਕਾਰ ਦਾ ਜੋਖਮ ਨਹੀਂ ਲੈਣਾ ਚਾਹੁੰਦੇ ਸਨ। ਬਾਕੀ ਸਿੱਖ ਸਰਦਾਰ ਜਿਹੜੇ ਹੈਗੇ ਆ ਜਸਵੰਤ ਰਾਏ ਹੋਲਕਰ ਦੀ ਸਹਾਇਤਾ ਕਰਨ ਦੇ ਹੱਕ 'ਚ ਨਹੀਂ ਸਨ। ਮਹਾਰਾਜਾ ਰਣਜੀਤ ਸਿੰਘ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦੇ ਸਨ, ਠੀਕ ਹੈ ਜੀ। ਤੇ ਅੱਗੇ ਕੀ ਹੈ ਕੁਐਸਚਨ ਕਿ ਲਾਹੌਰ ਦੀ ਜਿਹੜੀ ਸੰਧੀ ਬਾਰੇ ਤੁਸੀਂ ਕੀ ਜਾਣਦੇ ਹੋ? ਮਹਾਰਾਜਾ ਰਣਜੀਤ ਸਿੰਘ ਨੇ ਜਸਵੰਤ ਰਾਓ ਹੋਲਕਰ ਦੀ ਸਹਾਇਤਾ ਨਾਲ ਕੀਤੀ ਸੀ, ਇਸ ਲਈ ਅੰਗਰੇਜ਼ਾਂ ਨੇ ਉਸ ਨੂੰ ਬਹੁਤ ਖੁਸ਼ ਸਨ। ਇਸ ਲਈ ਅੰਗਰੇਜ਼ਾਂ ਨੇ 1 ਜਨਵਰੀ 1806 ਈਸਵੀ ਵਿੱਚ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਸੰਧੀ ਕੀਤੀ। ਸੰਧੀ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ, ਜਿਵੇਂ ਕਿ ਰਣਜੀਤ ਸਿੰਘ ਨੇ ਜਸਵੰਤ ਰਾਓ ਹੋਲਕਰ ਅਤੇ ਉਸ ਦੇ ਸਾਥੀਆਂ ਦੀ ਮਦਦ ਕਰੇਗਾ ਅਤੇ ਉਹਨਾਂ ਨੂੰ ਸ਼ਾਂਤੀਪੂਰਵਕ ਅੰਮ੍ਰਿਤਸਰ ਸਾਹਿਬ ਤੋਂ 30 ਮੀਲ ਦੂਰ ਜਾਣ ਦੇਵੇਗਾ। ਭਵਿੱਖ ਵਿੱਚ ਮਹਾਰਾਜਾ ਹੋਲਕਰ ਨਾਲ ਕੋਈ ਸੰਬੰਧ ਨਹੀਂ ਰੱਖੇਗਾ ਜਦੋਂ ਤੱਕ ਸਿੱਖਾਂ ਅੰਗਰੇਜ਼ਾਂ ਦੇ ਦੁਸ਼ਮਣ ਨਾਲ ਕੋਈ ਸੰਬੰਧ ਨਹੀਂ ਰੱਖੇਗਾ। ਅੰਗਰੇਜ਼ਾਂ ਅਤੇ ਉਹਨਾਂ ਦੇ ਇਲਾਕਿਆਂ ਵਿੱਚ ਦਖਲ ਨਹੀਂ ਦੇਣਗੇ, ਠੀਕ ਹੈ ਜੀ। ਤੇ ਅੱਗੇ ਹੈ ਕੁਐਸਚਨ 1800 ਤੋਂ ਲੈ ਕੇ 1809 ਈਸਵੀ ਤੱਕ ਅੰਗਰੇਜ਼ ਸਿੱਖ ਸੰਬੰਧਾਂ ਦਾ ਵਰਣਨ ਕਰੋ। ਤਾਂ ਦੇਖੋ ਅੰਮ੍ਰਿਤਸਰ ਦੀ ਸੰਧੀ ਦੀਆਂ ਪਰਿਸਥਿਤੀਆਂ ਦਾ ਵਰਣਨ ਕਰੋ। 2 ਕੁਐਸਚਨ ਪੁੱਛੇ ਜਾ ਸਕਦੇ ਆ, ਇਹੀ ਕੁਐਸਚਨ ਦਾ ਆਨਸਰ ਤੁਸੀਂ ਸੇਮ ਦੇਣਾ ਵਾ। ਮਹਾਰਾਜਾ ਰਣਜੀਤ ਸਿੰਘ, ਠੀਕ ਹੈ, ਸਾਰੀਆਂ ਸਿੱਖਾਂ ਰਿਆਸਤਾਂ ਨੂੰ ਆਪਣੀ ਅਧੀਨ ਕਰਨਾ ਚਾਹੁੰਦਾ ਸੀ, ਠੀਕ ਹੈ ਜੀ। ਉਸਨੇ ਮਾਲਵਾ ਦੀਆਂ ਕਈ ਰਿਆਸਤਾਂ ਦੇ ਹਮਲੇ ਕੀਤੇ ਅਤੇ ਇਹਨਾਂ ਰਿਆਸਤਾਂ, ਠੀਕ ਹੈ ਜੀ, ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਾਇਤਾ ਮੰਗੀ। ਇਸ ਸਮੇਂ ਭਾਰਤ ਦੇ ਨੈਪੋਲੀਅਨ ਦੇ ਹਮਲੇ ਦਾ ਖਤਰਾ ਵੱਧ ਗਿਆ ਸੀਗਾ, ਇਸ ਲਈ ਅੰਗਰੇਜ਼ਾਂ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰਨਾ ਚਾਹੁੰਦੇ ਸਨ। 1808 ਈਸਵੀ ਵਿੱਚ ਅੰਗਰੇਜ਼ਾਂ ਨੇ ਚਾਰਲਸ ਮੈਟਕਾਫ ਨੂੰ, ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਨਾਲ ਗੱਲਬਾਤ ਕਰਨ ਲਈ ਭੇਜਿਆ, ਪਰ ਇਹ ਗੱਲਬਾਤ ਜਿਹੜੀ ਅਸਫਲ ਰਹੀ। ਜਦੋਂ ਭਾਰਤ ਤੋਂ ਨੈਪੋਲੀਅਨ ਨੇ ਹਮਲੇ ਦਾ ਖਤਰਾ ਦੂਰ ਹੋ ਗਿਆ ਤਾਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਆਪਣੀਆਂ ਸ਼ਰਤਾਂ ਪੂਰੀਆਂ ਕਰਵਾਉਣ ਲਈ ਯੁੱਧ ਦੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਸ਼ੁਰੂ ਕਰ ਦਿੱਤੀਆਂ। 25 ਅਪ੍ਰੈਲ 1809 ਈਸਵੀ ਵਿੱਚ ਰਣਜੀਤ ਸਿੰਘ ਨੇ ਠੀਕ ਹੈ ਜੀ, ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਸਾਹਿਬ ਵਿਖੇ ਸੰਧੀ ਹੋਈ, ਠੀਕ ਹੈ ਜੀ। ਤਾਂ ਹੁਣ ਦੇਖੋ 5ਵਾਂ ਪ੍ਰਸ਼ਨ ਕੀ ਹੈ ਕਿ ਅੰਮ੍ਰਿਤਸਰ ਸੰਧੀ ਦਾ ਕੀ ਮਹੱਤਵ ਹੈ? ਵੈਰੀ ਇੰਪੋਰਟੈਂਟ ਕੁਐਸਚਨ ਕਿ ਇਸ ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਸਾਮਰਾਜ ਬਣਾਉਣ ਦਾ ਸੁਪਨਾ ਤਬਾਹ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਗੌਰਵ ਨੂੰ ਭਾਰੀ ਸੱਟ ਵੱਜੀ। ਅੰਗਰੇਜ਼ ਪੰਜਾਬ ਦੇ ਬਹੁਤ ਨੇੜੇ ਆ ਗਏ। ਮਹਾਰਾਜਾ ਰਣਜੀਤ ਸਿੰਘ ਲਈ ਸਤਲੁਜ ਪਾਰ ਦੇ ਇਲਾਕਿਆਂ 'ਤੇ ਕਬਜ਼ਾ ਕਰਨਾ ਸੰਭਵ ਨਾ ਰਿਹਾ। ਇਸ ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਨਸ਼ਟ ਹੋਣ ਤੋਂ ਬਚਾ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪੂਰਬੀ ਸੀਮਾ ਸੁਰੱਖਿਅਤ ਹੋ ਗਈ। ਤੇ ਅੱਗੇ ਕੁਐਸਚਨ ਕੀ ਹੈ, ਅੰਮ੍ਰਿਤਸਰ ਸਾਹਿਬ ਦੀ ਸੰਧੀ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਹਾਨੀਆਂ ਹੋਈਆਂ? ਤਾਂ ਦੋਸਤੋ ਇਸ ਸੰਧੀ ਦੇ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਸਾਮਰਾਜ ਬਣਾਉਣ ਦਾ ਜਿਹੜਾ ਸੁਪਨਾ ਉਹ ਤਬਾਹ ਕਰ ਦਿੱਤਾ। ਇਸ ਸੰਧੀ ਨੇ ਮਹਾਰਾਜਾ ਦੇ ਮਾਣ ਨੂੰ ਬਹੁਤ ਹਾਨੀ ਪਹੁੰਚਾਈ। ਅੰਗਰੇਜ਼ਾਂ ਨੇ ਪੰਜਾਬ ਦੇ ਨੇੜੇ ਪਹੁੰਚ ਗਏ, ਠੀਕ ਹੈ ਜੀ। ਮਹਾਰਾਜਾ ਨੂੰ ਬਹੁਤ ਆਰਥਿਕ ਅਤੇ ਵਪਾਰਕ ਹਾਨੀ ਹੋਈ। ਤੇ ਉਸ ਤੋਂ ਬਾਅਦ ਦੋਸਤੋ ਪ੍ਰਸ਼ਨ ਹੈ 7ਵਾਂ, ਅੰਮ੍ਰਿਤਸਰ ਦੀ ਸੰਧੀ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਲਾਭ ਹੋਇਆ? ਤਾਂ ਇਸ ਸੰਧੀ ਨਾਲ ਮਹਾਰਾਜਾ ਨੇ ਆਪਣਾ ਰਾਜ ਨੂੰ ਨਸ਼ਟ ਹੋਣ ਤੋਂ ਬਚਾ ਲਿਆ। ਇਸ ਸੰਧੀ ਕਾਰਨ ਮਹਾਰਾਜਾ ਨੇ, ਠੀਕ ਹੈ, ਰਾਜ ਦੀ ਪੂਰਬੀ ਸੀਮਾ ਨਿਸ਼ਚਿਤ ਹੋ ਗਈ। ਉਸ ਨੂੰ ਹੁਣ ਪੂਰਬੀ ਇਲਾਕਿਆਂ ਵਿੱਚ ਫੌਜ ਨਾ ਰੱਖਣੀ ਪਈ। ਮਹਾਰਾਜਾ ਨੂੰ ਹੋਰ ਦਿਸ਼ਾਵਾਂ ਵੱਲ ਵਧਣ ਦਾ ਮੌਕਾ ਮਿਲਿਆ, ਠੀਕ ਹੈ। ਤਾਂ ਅਗਲਾ ਪ੍ਰਸ਼ਨ ਕੀ ਹੈ, ਅੰਮ੍ਰਿਤਸਰ ਸਾਹਿਬ ਵਿਖੇ ਸੰਧੀ ਦੇ, ਠੀਕ ਹੈ, ਅੰਗਰੇਜ਼ਾਂ ਨੂੰ ਕੀ ਲਾਭ ਪਹੁੰਚਿਆ? ਤਾਂ ਅੰਗਰੇਜ਼ਾਂ ਨੂੰ ਭਾਰੀ ਇਲਾਕਿਆਂ ਵਿੱਚ ਲਾਭ ਹੋਇਆ। ਅੰਗਰੇਜ਼ਾਂ ਨੇ ਮਾਨ ਸਨਮਾਨ ਵਾਧਾ ਹੋਇਆ। ਅੰਗਰੇਜ਼ਾਂ ਨੂੰ ਮਾਲਵਾ ਸਰਦਾਰਾਂ ਦਾ ਸਾਥ ਮਿਲਿਆ। ਅੰਗਰੇਜ਼ਾਂ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਯੁੱਧ ਦਾ ਖਤਰਾ ਟਲ ਗਿਆ। ਪੰਜਾਬ ਅੰਗਰੇਜ਼ਾਂ ਅਤੇ ਅਫਗਾਨਿਸਤਾਨ ਵਿਚਕਾਰ ਜਿਹੜਾ ਹੈਗਾ ਮੱਧਵਰਤੀ ਰਾਜ ਬਣ ਗਿਆ। ਤੇ ਅਗਲਾ ਪ੍ਰਸ਼ਨ 9ਵਾਂ, ਸਿੰਧ ਦੇ ਮਾਮਲੇ 'ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਤਣਾਅ ਦੇ ਕੀ ਕਾਰਨ ਸੀ? ਮਹਾਰਾਜਾ ਰਣਜੀਤ ਸਿੰਘ ਅੰਗਰੇਜ਼
ਦੋਵੇਂ ਹੀ ਠੀਕ ਹੈ ਜੀ ਜਿਹੜੇ ਹੈਗੇ ਸਿੰਧ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਮਹਾਰਾਜਾ ਨੂੰ ਗੱਲਬਾਤ ਵਿਅਸਤ ਰੱਖ ਕੇ 1832 ਈਸਵੀ ਵਿੱਚ ਅੰਗਰੇਜ਼ਾਂ ਨੇ ਸਿੰਧ ਨਾਲ ਜਿਹੜਾ ਹੈਗਾ ਵਪਾਰਕ ਸੰਧੀ ਕਰ ਲਈ। ਮਹਾਰਾਜੇ ਨੂੰ ਗੁੱਸਾ ਆ ਗਿਆ ਅਤੇ ਉਸਨੇ ਕੋਈ ਕਦਮ ਨਾ ਚੁੱਕਿਆ। 1838 ਈਸਵੀ ਵਿੱਚ ਅੰਗਰੇਜ਼ਾਂ ਨੇ ਸਿੰਧ ਦੀ ਜਿਹੜੀ ਹੈਗੀ ਆ ਅਮੀਰਾਂ ਨਾਲ ਇੱਕ ਹੋਰ ਸੰਧੀ ਲਈ ਕਰ। ਇਸ ਨਾਲ ਜਿਹੜਾ ਹੈਗਾ ਸਿੰਧ ਅੰਗਰੇਜ਼ਾਂ ਦੇ ਅਧੀਨ ਆ ਗਿਆ। ਇਸ ਗੱਲ ਕਰਕੇ ਮਹਾਰਾਜਾ ਰਣਜੀਤ ਸਿੰਘ ਖਿਲਾਫ ਉਹ ਗੁੱਸੇ ਵਿੱਚ ਆ ਗਿਆ। 10ਵਾਂ ਕੁਐਸਚਨ, ਫਿਰੋਜ਼ਪੁਰ ਦੇ ਪ੍ਰਸ਼ਨ 'ਤੇ ਮਹਾਰਾਜਾ ਜਿਹੜਾ ਹੈਗਾ ਠੀਕ ਹੈ ਜੀ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਤਣਾਅ ਪੈਦਾ ਕਿਉਂ ਹੋਇਆ? ਤਾਂ ਦੇਖੋ ਉਹ ਫਿਰੋਜ਼ਪੁਰ ਲਾਹੌਰ ਤੋਂ ਸਿਰਫ 40 ਮੀਲ ਦੂਰ ਸੀ। ਇੱਥੇ ਰਹਿ ਕੇ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਤੇ ਪੂਰੀ ਤਰ੍ਹਾਂ ਜਿਹੜਾ ਨਜ਼ਰ ਰੱਖ ਸਕਦੇ ਸਨ। ਇਸ ਲਈ 1835 ਈਸਵੀ ਵਿੱਚ ਅੰਗਰੇਜ਼ਾਂ ਨੇ ਫਿਰੋਜ਼ਪੁਰ 'ਤੇ ਜ਼ਬਰਦਸਤੀ ਕਬਜ਼ਾ ਕਰ ਲਿਆ। 1838 ਈਸਵੀ ਨੂੰ ਉਹਨਾਂ ਨੇ ਫਿਰੋਜ਼ਪੁਰ ਵਿਖੇ ਜਿਹੜਾ ਇੱਕ ਸੈਨਿਕ ਛਾਉਣੀ ਬਣਾਉਣ ਲਈ ਮਹਾਰਾਜਾ ਨੇ ਇਸ ਗੱਲ ਦਾ ਬੁਰਾ ਜਿਹੜਾ ਹੈਗਾ ਮਨਾਇਆ, ਪਰ ਅੰਗਰੇਜ਼ਾਂ ਨੇ ਪਰਵਾਹ ਨਾ ਕੀਤੀ। ਅਤੇ ਅੱਗੇ ਕੁਐਸਚਨ ਹੈ ਕਿ ਤ੍ਰੈ ਪੱਖੀ ਸੰਧੀ ਜਿਹੜੀ ਹੈਗੀ ਆ ਉਸ 'ਤੇ ਇੱਕ ਸੰਖੇਪ ਨੋਟ ਲਿਖੋ। 1837 ਈਸਵੀ ਵਿੱਚ ਰੂਸ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ। ਅੰਗਰੇਜ਼ਾਂ ਨੂੰ ਖਤਰਾ ਪੈ ਗਿਆ ਕਿ ਰੂਸ ਅਫਗਾਨਿਸਤਾਨ ਰਸਤੇ ਭਰੇ ਹਮਲੇ ਨਾ ਜਿਹੜਾ ਹੈਗਾ ਕਰ ਦੇਵੇ, ਅਤੇ ਉਸ ਤੋਂ ਬਾਅਦ ਇਸ ਲਈ ਉਹਨਾਂ ਨੇ ਠੀਕ ਹੈ ਜੀ ਅਫਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸੁਜਾ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਲੈ ਕੇ ਠੀਕ ਹੈ ਜੀ ਜਿਹੜੀ ਤ੍ਰੈ ਪੱਖੀ ਸੰਧੀ ਕੀਤੀ। ਇਸ ਸੰਧੀ ਅਨੁਸਾਰ ਅਫਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਨੂੰ ਗੱਦੀ ਉੱਤੇ ਉਤਾਰ ਕੇ ਠੀਕ ਹੈ ਜੀ ਜਿਹੜਾ ਹੈਗਾ ਆਪਣਾ ਕੀ ਕੀਤਾ, ਉਹਨਾਂ ਨੇ ਸੁਜਾ ਅਫਗਾਨਿਸਤਾਨ ਦੇ ਨਾਂ ਨਵਾਂ ਸ਼ਾਸਕ ਜਿਹੜਾ ਬਣਾਉਣ ਦਾ ਫੈਸਲਾ ਕੀਤਾ ਗਿਆ। ਇਹ ਸੰਧੀ 26 ਜੂਨ 1838 ਈਸਵੀ ਨੂੰ ਹੋਈ। ਅਤੇ ਅੱਗੇ ਹੈ ਦੋਸਤੋ ਤ੍ਰੈ ਪੱਖੀ ਸੰਧੀ ਦੀਆਂ ਸ਼ਰਤਾਂ ਕੀ ਸੀਗੀਆਂ? ਤਾਂ ਦੋਸਤੋ ਉਹ ਕਿਹੜੀਆਂ ਸ਼ਰਤਾਂ ਸੀਗੀਆਂ? ਜਿਵੇਂ ਕਿ ਸ਼ਾਹ ਸੁਜਾ ਨੂੰ ਅਫਗਾਨਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ। ਸੁਜਾ ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਤੇ ਅਫਗਾਨ ਇਲਾਕਿਆਂ ਵਿੱਚ ਮਹਾਰਾਜਾ ਦਾ ਅਧਿਕਾਰ ਸਵੀਕਾਰ ਕਰ ਲਵੇਗਾ। ਸਿੰਧ ਦੇ ਸਬੰਧ ਵਿੱਚ ਸ਼ਾਹ ਸੁਜਾ ਮਹਾਰਾਜੇ ਅੰਗਰੇਜ਼ਾਂ ਵਿਚਕਾਰ ਹੋਣ ਵਾਲੇ ਫੈਸਲੇ ਨੂੰ ਮੰਨੇਗਾ। ਅੰਗਰੇਜ਼ਾਂ ਅਤੇ ਸਿੱਖਾਂ ਦੀ ਸਹਾਇਤਾ ਤੋਂ ਬਿਨਾਂ ਸੁਜਾ ਕਿਸੇ ਹੋਰ ਸ਼ਕਤੀ ਨਾਲ ਸੰਬੰਧ ਨਹੀਂ ਬਣਾਵੇਗਾ। ਇੱਕ ਦੇਸ਼ ਦਾ ਦੁਸ਼ਮਣ ਦੂਜੇ ਦੋ ਦੇਸ਼ਾਂ ਦਾ ਵੀ ਜਿਹੜਾ ਹੈਗਾ ਦੁਸ਼ਮਣ ਸਮਝਿਆ ਜਾਵੇਗਾ। ਸ਼ਾਹ ਸੁਜਾ ਨੂੰ ਗੱਦੀ 'ਤੇ ਬਿਠਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੂੰ 5000 ਸੈਨਿਕ ਭੇਜੇਗਾ। ਅਤੇ 1809 ਈਸਵੀ ਤੋਂ ਲੈ ਕੇ 1839 ਈਸਵੀ ਵਿੱਚ ਅੰਗਰੇਜ਼ਾਂ ਸਿੱਖ ਸੰਬੰਧ ਦਾ ਵਰਣਨ ਕਰੋ। 1809 ਈਸਵੀ ਤੋਂ 1830 ਈਸਵੀ ਤੱਕ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਸੰਬੰਧ ਬਦਲਦੇ ਰਹੇ। 1809 ਈਸਵੀ ਵਿੱਚ ਮਹਾਰਾਜਾ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਸਾਹਿਬ ਦੀ ਸੰਧੀ ਹੋਈ, ਜਿਹੜੀ ਮਹਾਰਾਜਾ ਲਈ ਨੁਕਸਾਨਦਾਇਕ ਅਤੇ ਅੰਗਰੇਜ਼ਾਂ ਲਈ ਜਿਹੜੀ ਹੈਗੀ ਲਾਭਦਾਇਕ ਸਿੱਧ ਹੋਈ। ਇਸ ਤੋਂ ਬਾਅਦ ਕੁਝ ਸਮੇਂ ਲਈ ਮਹਾਰਾਜਾ ਅਤੇ ਅੰਗਰੇਜ਼ਾਂ ਵਿਚਕਾਰ ਮਿੱਤਰਤਾ ਸਥਾਪਿਤ ਹੋ ਗਈ। ਜਦੋਂ ਮਹਾਰਾਜਾ ਬਿਮਾਰ ਹੋਇਆ ਤਾਂ ਅੰਗਰੇਜ਼ਾਂ ਨੇ ਡਾਕਟਰ ਮਰੇ ਨੂੰ ਠੀਕ ਹੈ ਜੀ ਇਲਾਜ ਲਈ ਭੇਜਿਆ। ਡਾਕਟਰ ਮਰੇ ਮਤਲਬ ਇੱਕ ਪਰਸਨ ਦਾ ਨਾਮ ਆ, ਠੀਕ ਹੈ ਜੀ। ਮਰੇ ਡਾਕਟਰ ਮਤਲਬ ਮਰਿਆ ਡਾਕਟਰ ਨਹੀਂ, ਮਰੇ ਕਿਸੇ ਦਾ ਨਾਮ ਹੋਊਗਾ ਡਾਕਟਰ ਮਰੇ, ਜਿਵੇਂ ਕਿ ਡਾਕਟਰ ਕੁਮਾਰ, ਡਾਕਟਰ ਵਿਸ਼ਵਾਸ ਆਪਾਂ ਕਹਿੰਦੇ ਹਾਂ ਠੀਕ ਹੈ, ਇਸ ਤਰ੍ਹਾਂ ਦਾ ਉਸਦਾ ਨਾਮ ਹੈ। ਤਾਂ ਕਦੇ ਇਹ ਸੰਬੰਧ ਮਿੱਤਰਤਾ ਪੂਰਨ ਜਿਹੜਾ ਹੋ ਜਾਂਦੇ ਅਤੇ ਕਦੇ ਇਹ ਸੰਬੰਧ ਤਣਾਅ ਨਾਲ ਭਰ ਜਾਂਦੇ। 1830 ਤੋਂ ਲੈ ਕੇ 1839 ਈਸਵੀ ਤੱਕ ਦੇ ਸਮੇਂ ਦੌਰਾਨ ਸਿੰਧ, ਸ਼ਿਕਾਰਪੁਰ ਅਤੇ ਫਿਰੋਜ਼ਪੁਰ ਦੇ ਮਸਲੇ 'ਤੇ ਮਹਾਰਾਜਾ ਅਤੇ ਅੰਗਰੇਜ਼ਾਂ ਵਿਚਕਾਰ ਜਿਹੜਾ ਤਣਾਅ ਪੈਦਾ ਹੋ ਗਿਆ। ਠੀਕ ਹੈ, ਉਸ ਤੋਂ ਬਾਅਦ ਦੋਸਤੋ ਤੁਹਾਡਾ ਇਹ 14ਵਾਂ ਕੁਐਸਚਨ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਅਪਣਾਈ, ਸਪਸ਼ਟ ਕਰੋ। ਕੁਝ ਇਤਿਹਾਸਕਾਰਾਂ ਦਾ ਵਿਚਾਰ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਹਮੇਸ਼ਾ ਅੰਗਰੇਜ਼ਾਂ ਦੇ ਸਾਹਮਣੇ ਝੁਕਣ ਦੀ ਨੀਤੀ ਅਪਣਾਈ। 1809 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਅੰਮ੍ਰਿਤਸਰ ਸਾਹਿਬ ਦੀ ਸੰਧੀ ਕੀਤੀ। ਇਸ ਸੰਧੀ ਕਾਰਜ ਮਹਾਰਾਜਾ ਰਣਜੀਤ ਸਿੰਘ ਦਾ ਸਿੱਖਾਂ ਸਾਮਰਾਜ ਜਿਹੜਾ ਸਥਾਪਿਤ ਕਰਨ ਦਾ ਜਿਹੜਾ ਸੁਪਨਾ ਮਿੱਟੀ ਵਿੱਚ ਮਿਲ ਗਿਆ, ਤੇ ਵਦਨੀ ਪਿੰਡ ਸ਼ਿਕਾਰਪੁਰ ਅਤੇ ਫਿਰੋਜ਼ਪੁਰ ਦੇ ਮਸਲੇ 'ਤੇ ਵੀ ਮਹਾਰਾਜੇ ਨੂੰ ਪਿੱਛੇ ਹਟਣਾ ਪਿਆ, ਪਰ ਉਸਨੇ ਅੰਗਰੇਜ਼ਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ। ਮਹਾਰਾਜਾ ਨੇ ਧੋਖੇ ਵਿੱਚ ਰੱਖ ਕੇ ਅੰਗਰੇਜ਼ਾਂ ਨੇ ਠੀਕ ਹੈ ਜੀ ਸਿੰਧ ਨਾਲ ਵਪਾਰਕ ਸੰਧੀ ਕਰ ਲਈ, ਪਰ ਮਹਾਰਾਜਾ ਨੇ ਕੁਝ ਨਾ ਕੀਤਾ। ਠੀਕ ਹੈ ਜੀ, ਤਾਂ ਹੁਣ ਇਸ ਤੋਂ ਬਾਅਦ ਜਿਹੜੇ ਹੈਗੇ ਤੁਹਾਡੇ 5 ਅੰਕਾਂ ਵਾਲੇ ਪ੍ਰਸ਼ਨ ਠੀਕ ਹੈ ਜੀ, ਤੇ ਇਹਦੇ ਵਿੱਚ ਦੋਸਤੋ ਜਿਹੜੇ ਕੁਐਸਚਨ ਹੈਗੇ 5 ਅੰਕਾਂ ਵਾਲੇ ਤੁਸੀਂ ਖੁਦ ਕਰਨੇ ਹਨ। ਠੀਕ ਹੈ ਜੀ, ਕਿਉਂਕਿ ਜਿਹੜੇ ਤੁਹਾਨੂੰ ਮੈਂ ਸ਼ਾਰਟ ਕੁਐਸਚਨ ਕਰਾਏ ਹਨ ਉਹਨਾਂ ਦੇ ਵਿੱਚੋਂ ਹੀ ਜਿਹੜੇ ਹੈਗੇ ਤੁਹਾਡੇ ਇਹ ਲੌਂਗ ਕੁਐਸਚਨ ਬਣਦੇ ਹਨ। ਤਾਂ ਪਹਿਲਾ ਪ੍ਰਸ਼ਨ ਕੀ ਹੈ, ਦੇਖ ਲਓ। ਅੰਮ੍ਰਿਤਸਰ ਦੀ ਸੰਧੀ ਹਾਲਤਾਂ ਵਿੱਚ ਹੋਈ। ਇਸ ਸੰਧੀ ਕਾਰਨ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਲਾਭ ਅਤੇ ਕੀ ਹਾਨੀਆਂ ਹੋਈਆਂ, ਅੰਗਰੇਜ਼ਾਂ ਨੂੰ ਇਸ ਦਾ ਕੀ ਲਾਭ ਹੋਇਆ। ਠੀਕ ਹੈ ਜੀ, ਤਾਂ ਦੇਖ ਸਕਦੇ ਹੋ ਇਹ ਜਿਹੜੇ ਇਹਦੇ ਵਿੱਚ ਪੁਆਇੰਟ ਹਨ, ਅੰਮ੍ਰਿਤਸਰ ਸੰਧੀ, ਮਹਾਰਾਜਾ ਰਣਜੀਤ ਸਿੰਘ ਨੂੰ ਹਾਨੀਆਂ, ਠੀਕ ਹੈ ਜੀ, ਤਾਂ ਇਹ ਸਭ ਕੁਝ ਮੈਂ ਤੁਹਾਨੂੰ ਕਰਾਇਆ ਹੋਇਆ ਵਾ। ਠੀਕ ਹੈ ਜੀ, ਲਾਭ, ਅੰਗਰੇਜ਼ਾਂ ਦੇ ਲਾਭ ਕੀ ਸੀਗੇ। ਠੀਕ ਹੈ, ਤਾਂ ਇਹ ਦੋਸਤੋ ਤੁਸੀਂ ਖੁਦ ਕਰਨੇ ਹਨ, ਇਹਦੇ ਸਕਰੀਨਸ਼ਾਟ ਜਾਂ ਫਿਰ ਇਸ ਨੂੰ ਸਕਰੀਨਸ਼ਾਟ ਜਿਹੜਾ ਹੈਗਾ ਰੋਕ ਕੇ ਰੀਡ ਕਰ ਲਓ। ਠੀਕ ਹੈ ਜੀ, ਇਹ ਨਹੀਂ ਕਿ ਹੁਣ ਤੁਸੀਂ ਰੀਡ ਨਹੀਂ ਕਰਨਾ ਕਿ ਐਵੇਂ ਹੀ ਛੱਡ ਦੇਣਾ, ਨਹੀਂ, ਇਸ ਨੂੰ ਰੀਡ ਕਰ ਲਓ ਚੰਗੀ ਤਰ੍ਹਾਂ। ਤੇ ਉਸ ਤੋਂ ਬਾਅਦ ਦੂਸਰਾ ਪ੍ਰਸ਼ਨ ਹੈ ਤੁਹਾਡਾ ਕਿ ਤ੍ਰੈ ਪੱਖੀ ਸੰਧੀ ਤੇ ਇੱਕ ਸੰਖੇਪ ਨੋਟ ਲਿਖੋ। ਤ੍ਰੈ ਪੱਖੀ ਸੰਧੀ ਜਿਹੜੀ ਹੈਗੀ ਆ ਉਹਨਾਂ ਦੀਆਂ ਕੀ ਸ਼ਰਤਾਂ ਸਨ। ਤਾਂ ਦੇਖੋ ਦੋਸਤੋ, ਜਿਹੜੀ ਤ੍ਰੈ ਪੱਖੀ ਸੰਧੀ ਸੀਗੀ 1837 ਈਸਵੀ ਵਿੱਚ ਰੂਸ ਤੇ ਤੇਜ਼ੀ ਨਾਲ ਜਿਹੜਾ ਏਸ਼ੀਆ ਵੱਲ ਵੱਧ ਰਿਹਾ ਸੀਗਾ। ਅੰਗਰੇਜ਼ਾਂ ਨੂੰ ਖਤਰਾ ਪੈ ਗਿਆ ਕਿ ਕਿਤੇ ਰੂਸ ਅਫਗਾਨਿਸਤਾਨ ਦੇ ਰਸਤੇ ਭਾਰਤ 'ਤੇ ਹਮਲਾ ਨਾ ਕਰ ਦੇਵੇ। ਇਸ ਲਈ ਉਹਨਾਂ ਨੇ ਅਫਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸੁਜਾ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਨਾਲ ਲੈ ਕੇ ਤ੍ਰੈ ਪੱਖੀ ਸੰਧੀ ਕੀਤੀ। ਇਸ ਸੰਧੀ ਅਨੁਸਾਰ
ਅਫਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਨੂੰ ਗੱਦੀ ਉਤਾਰ ਕੇ ਸ਼ਾਹ ਸੁਜਾ ਨੂੰ ਅਫਗਾਨਿਸਤਾਨ ਦਾ ਨਵਾਂ ਸ਼ਾਸਕ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਸੰਧੀ ਜਿਹੜੀ ਹੈਗੀ ਆ 26 ਜੂਨ 1838 ਈਸਵੀ ਨੂੰ ਹੋਈ। ਠੀਕ ਹੈ ਜੀ। ਤਾਂ ਹੁਣ ਇਸ ਤੋਂ ਬਾਅਦ ਤ੍ਰੈਪੱਖੀ ਜਿਹੜੀਆਂ ਹੈਗੀਆਂ ਨੇ ਤ੍ਰੈਪੱਖੀ ਸੰਧੀ ਦੀਆਂ ਸ਼ਰਤਾਂ ਇਹ ਸੀਗੀਆਂ। ਠੀਕ ਹੈ ਜੀ। ਇਸ ਨੂੰ ਰੀਡ ਕਰ ਲਓ ਕਿਉਂਕਿ ਜਿਹੜੇ ਲੌਂਗ ਕੁਐਸਚਨ ਆਨਸਰ ਹੈਗੇ ਦੋਸਤੋ ਉਹ ਸ਼ਾਰਟ ਦੇ ਵਿੱਚੋਂ ਹੀ ਸੇਮ ਆਏ ਹੋਏ ਹਨ। ਠੀਕ ਹੈ। ਉਸ ਤੋਂ ਬਾਅਦ ਦੋਸਤੋ ਇਹ ਤੁਹਾਡਾ ਤੀਸਰਾ ਪ੍ਰਸ਼ਨ ਹੈ, ਇੱਥੋਂ ਤੋਂ ਲੈ ਕੇ ਆਹ ਵਾਲਾ ਤੁਸੀਂ ਆਹ ਪੁਆਇੰਟ ਰੀਡ ਕਰ ਲਓ ਜਿਹੜਾ ਤ੍ਰੈਪੱਖੀ ਦੀਆਂ ਸ਼ਰਤਾਂ ਸੀਗੀਆਂ। ਤੇ ਆਹ ਤੀਸਰਾ ਪ੍ਰਸ਼ਨ 1800 ਤੋਂ ਲੈ ਕੇ 1809 ਈਸਵੀ ਤੱਕ ਅੰਗਰੇਜ਼ਾਂ ਸਿੱਖਾਂ ਦਾ ਜਿਹੜਾ ਹੈਗਾ ਸੰਬੰਧ ਵਰਣਨ ਕਰੋ। ਤਾਂ ਦੋਸਤੋ ਇਹ ਵੀ ਤੁਹਾਨੂੰ ਮੈਂ ਉੱਪਰ ਦੱਸਿਆ ਹੋਇਆ ਵਾ। ਠੀਕ ਹੈ ਜੀ। ਤਾਂ ਦੇਖੋ ਯੂਸੁਫ ਅਲੀ ਮਿਸ਼ਨ, ਠੀਕ ਹੈ ਜੀ, ਹੋਲਕਰ ਦਾ ਪੰਜਾਬ ਆਉਣਾ, ਲਾਹੌਰ ਦੀ ਜਿਹੜੀ ਸੰਧੀ ਸੀਗੀ। ਠੀਕ ਹੈ। ਤਾਂ ਇਸ ਨੂੰ ਰੀਡ ਕਰ ਲਓ ਦੋਸਤੋ। ਅੰਮ੍ਰਿਤਸਰ ਦੀ ਸੰਧੀ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ। ਠੀਕ ਹੈ। ਤਾਂ ਇਸ ਤੋਂ ਬਾਅਦ ਇਹ ਜਿਹੜਾ ਤੁਸੀਂ ਸਕਰੀਨ ਨੂੰ ਰੋਕ ਕੇ ਇਸ ਨੂੰ ਪੜ੍ਹ ਲਓ। 1809 ਤੋਂ ਲੈ ਕੇ ਠੀਕ ਹੈ ਜੀ 1839 ਤੱਕ ਅੰਗਰੇਜ਼ਾਂ ਦੇ ਇਸ ਸਿੱਖਾਂ ਸੰਬੰਧ ਦਾ ਵਰਣਨ ਕਰੋ। ਤਾਂ ਦੋਸਤੋ ਸੁੱਖ ਦਾ ਮਾਹੌਲ ਸੀਗਾ, ਖੜਕ ਸਿੰਘ ਦਾ ਵਿਆਹ। ਠੀਕ ਹੈ ਜੀ। ਆਹ ਵਾਲੇ ਪੁਆਇੰਟ ਤੁਸੀਂ ਖੁਦ ਰੀਡ ਕਰਨੇ ਹਨ ਕਿਉਂਕਿ ਲੌਂਗ ਕੁਐਸਚਨ ਆਨਸਰ ਦੋਸਤੋ ਤੁਸੀਂ ਖੁਦ ਇੱਕ ਵਾਰੀ ਰੀਡ ਕਰ ਲਓਗੇ ਤਾਂ ਤੁਹਾਡੇ ਖੁਦ ਇਹ ਚੇਤੇ ਹੋ ਜਾਣਗੇ ਅਤੇ ਸਮਝ ਤੁਹਾਨੂੰ ਪੈ ਜਾਏਗੀ। ਠੀਕ ਹੈ ਜੀ। ਤਾਂ ਇਹ ਦੇਖ ਲਓ ਇੱਥੇ ਤੱਕ ਪੁਆਇੰਟ ਇਹ ਵਾਲੇ। ਪਾਠ 19ਵਾਂ ਰਣਜੀਤ ਸਿੰਘ ਦੇ ਅਫਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ ਪੱਛਮੀ ਸੀਮਾ ਨੀਤੀ। 3 ਅੰਕ ਵਾਲੇ ਪ੍ਰਸ਼ਨ ਦੇਖੋ ਦੋਸਤੋ। ਹਜਰੋ ਜਾਂ ਫਿਰ ਹੈਦਰੋ ਜਾਂ ਫਿਰ ਜਿਹੜੀ ਛੱਜ ਦੀ ਲੜਾਈ ਸੰਬੰਧੀ ਜਾਣਕਾਰੀ ਦਿਓ। ਮਹਾਰਾਜਾ ਰਣਜੀਤ ਸਿੰਘ ਨੇ 1 ਲੱਖ ਰੁਪਏ ਸਾਲਾਨਾ ਜਗੀਰ ਬਦਲੇ ਅਟਕ ਦਾ ਕਿਲਾ ਜਿਹੜਾ ਉੱਥੇ ਗਵਰਨਰ ਜਹਾਂਦਾਦ ਕੋਲ ਪ੍ਰਾਪਤ ਕਰ ਲਿਆ। ਜਦੋਂ ਇਸ ਦਾ ਪਤਾ ਜਿਹੜਾ ਫਤਿਹ ਖਾਨ ਨੂੰ ਲੱਗਿਆ ਤਾਂ ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਠੀਕ ਹੈ ਜੀ ਉਹ ਕਸ਼ਮੀਰ ਤੋਂ ਆਪਣੀ ਫੌਜ ਲੈ ਕੇ ਅਟਕ ਵੱਲ ਚੱਲ ਪਿਆ। 13 ਜੁਲਾਈ 1813 ਈਸਵੀ ਨੂੰ ਹੈਦਰੋ ਜਾਂ ਫਿਰ ਹਦਰੋ ਜਿਹੜੀ ਹੈਗੀ ਹਜਰੋ, ਠੀਕ ਹੈ ਜੀ, ਜਾਂ ਫਿਰ ਛੱਜ ਦੇ ਸਥਾਨ 'ਤੇ ਮਹਾਰਾਜਾ ਰਣਜੀਤ ਸਿੰਘ ਅਤੇ ਫਤਿਹ ਖਾਨ ਦੀਆਂ ਫੌਜਾਂ ਵਿਚਕਾਰ ਲੜਾਈ ਹੋਈ ਅਤੇ ਫਤਿਹ ਖਾਨ ਹਾਰ ਗਿਆ। ਤਾਂ ਦੋਸਤੋ ਦੇਖੋ ਸ਼ਾਹ ਸੁਜਾ ਬਾਰੇ ਤੁਸੀਂ ਕੀ ਜਾਣਦੇ ਹੋ। ਸ਼ਾਹ ਸੁਜਾ ਦੋਸਤੋ 1803 ਈਸਵੀ ਵਿੱਚ ਅਫਗਾਨਿਸਤਾਨ ਦਾ ਸ਼ਾਸਕ ਬਣਿਆ। 1809 ਈਸਵੀ ਵਿੱਚ ਸ਼ਾਹ ਮੁਹੰਮਦ ਨੇ ਉਸ ਨੂੰ ਗੱਦੀ ਤੋਂ ਉਤਾਰ ਕੇ ਗੱਦੀ 'ਤੇ ਕਬਜ਼ਾ ਕਰ ਲਿਆ। 1812 ਈਸਵੀ ਵਿੱਚ ਅਫਗਾਨਿਸਤਾਨ ਦੇ ਗਵਰਨਰ ਅੱਤਾ ਮੁਹੰਮਦ ਖਾਨ ਨੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਜਿਹੜਾ ਹੈਗਾ ਠੀਕ ਹੈ ਜੀ ਪਾ ਦਿੱਤਾ। 1813 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਰਿਹਾ ਕਰਵਾ ਲਿਆ। 26 ਜੂਨ 1838 ਈਸਵੀ ਨੂੰ ਅੰਗਰੇਜ਼ਾਂ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਜਿਹੜਾ ਹੈਗਾ ਸੁਜਾ ਵਿਚਕਾਰ ਹੋਈ ਤ੍ਰੈਪੱਖੀ ਸੰਧੀ ਅਨੁਸਾਰ ਸ਼ਾਹ ਸੁਜਾ ਨੂੰ ਅਫਗਾਨਿਸਤਾਨ ਦਾ ਬਾਦਸ਼ਾਹ ਬਣਾ ਦਿੱਤਾ ਗਿਆ। ਛੇਤੀ ਹੀ ਉਸ ਵਿਰੁੱਧ ਠੀਕ ਹੈ ਜੀ ਜਿਹੜੇ ਵਿਦਰੋਹ ਹੋ ਗਿਆ ਜਿਸ ਵਿੱਚ ਉਸ ਦੀ ਮੌਤ ਹੋ ਗਈ। ਤੇ ਤੀਸਰਾ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਅਤੇ ਦੋਸਤ ਮੁਹੰਮਦ ਖਾਂ ਵਿਚਕਾਰ ਕਿਹੋ ਜਿਹੇ ਸੰਬੰਧ ਸਨ। ਤਾਂ ਦੋਸਤ ਮੁਹੰਮਦ ਖਾਂ 1826 ਈਸਵੀ ਵਿੱਚ ਅਫਗਾਨਿਸਤਾਨ ਦਾ ਸ਼ਾਸਕ ਬਣਿਆ। ਉਹ ਮਹਾਰਾਜਾ ਰਣਜੀਤ ਸਿੰਘ ਦੇ ਠੀਕ ਹੈ ਵਧਵੇਂ ਪ੍ਰਭਾਵ ਤੋਂ ਪਰੇਸ਼ਾਨ ਸੀ। ਮਹਾਰਾਜਾ ਰਣਜੀਤ ਸਿੰਘ 6 ਮਈ 1834 ਈਸਵੀ ਨੂੰ ਜਿਹੜਾ ਹੈਗਾ ਪੇਸ਼ਾਵਰ 'ਤੇ ਕਬਜ਼ਾ ਕਰ ਲਿਆ। ਦੋਸਤ ਮੁਹੰਮਦ ਖਾਂ ਨੇ 1837 ਈਸਵੀ ਵਿੱਚ ਆਪਣੇ ਜਿਹੜਾ ਹੈਗਾ ਪੁੱਤਰ ਅਕਬਰ ਖਾਂ ਅਤੇ ਅਧੀਨ ਇੱਕ ਵਿਸ਼ਾਲ ਫੌਜ ਪੇਸ਼ਾਵਰ 'ਤੇ ਕਬਜ਼ਾ ਕਰਨ ਲਈ ਅਤੇ ਭੇਜੀ ਗਈ। ਅਤੇ ਉਸ ਤੋਂ ਬਾਅਦ ਦੋਸਤੋ ਕੀ ਹੈ ਕਿ ਜਿਹੜਾ ਆਪਣਾ ਜਮਰੋਦ ਵਿਖੇ ਇੱਕ ਭਿਅੰਕਰ ਲੜਾਈ ਹੋਈ ਜਿਸ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਹਾਨ ਜਰਨੈਲ ਹਰੀ ਸਿੰਘ ਨਲੂਆ ਮਾਰਿਆ ਗਿਆ ਪਰ ਜਿੱਤ ਦੀ ਸਿੱਖਾਂ ਦੀ ਹੋਈ। ਅਤੇ ਇਸ ਤੋਂ ਬਾਅਦ ਦੋਸਤ ਮੁਹੰਮਦ ਖਾਂ ਜਿਹੜਾ ਹੈਗਾ ਠੀਕ ਹੈ ਜੀ ਉਹਨਾਂ ਦਾ ਜਿਹੜਾ ਨਾਂ ਠੀਕ ਹੈ ਜੀ ਖਾਂ ਨੇ ਕਦੇ ਵੀ ਪੇਸ਼ਾਵਰ ਵੱਲ ਰੁਖ ਨਾ ਕੀਤਾ। ਦੋਸਤੋ ਚੌਥਾ ਕੁਐਸਚਨ ਸੈਯਦ ਅਹਿਮਦ ਦੇ ਜਿਹਾਦ ਤੇ ਇੱਕ ਸੰਖੇਪ ਨੋਟ ਲਿਖੋ। ਦੇਖੋ ਉੱਤਰ ਕੀ ਹੈ। ਸੈਯਦ ਅਹਿਮਦ ਖਾਂ ਬਰੇਲੀ ਦਾ ਰਹਿਣ ਵਾਲਾ ਸੀ। ਉਸ ਨੇ 1827 ਈਸਵੀ ਤੋਂ 1831 ਈਸਵੀ ਤੱਕ ਸਿੱਖਾਂ ਵਿਰੁੱਧ ਜਿਹਾਦ ਧਰਮ ਯੁੱਧ ਨਾਂ ਦੀ ਲੜਾਈ ਜਾਰੀ ਰੱਖੀ। ਉਸ ਦਾ ਕਹਿਣਾ ਸੀ ਕਿ ਅੱਲਾ ਨੇ ਮੈਨੂੰ ਪੰਜਾਬ ਅਤੇ ਹਿੰਦੁਸਤਾਨ ਜਿੱਤਣ ਅਤੇ ਜਿਹੜਾ ਹੈਗਾ ਅਫਗਾਨ ਪ੍ਰਦੇਸ਼ਾਂ ਵਿੱਚ ਸਿੱਖਾਂ ਨੂੰ ਕੱਢਣ ਲਈ ਭੇਜਿਆ ਹੈ। ਉਸ ਦੀਆਂ ਗੱਲਾਂ ਵਿੱਚ ਆ ਕੇ ਹਜ਼ਾਰਾਂ ਅਫਗਾਨ ਉਸ ਨਾਲ ਜੁੜ ਗਏ ਅਤੇ ਇੱਕ ਵੱਡੀ ਫੌਜ ਤਿਆਰ ਹੋ ਗਈ। ਉਸ ਨੇ ਸਿੱਖਾਂ ਨੂੰ ਫੌਜ ਨੂੰ ਪਹਿਲਾਂ ਸੇਧੂ ਅਤੇ ਫਿਰ ਪੇਸ਼ਾਵਰ ਵਿਖੇ ਜਿਹੜਾ ਠੀਕ ਹੈ ਜੀ ਹਰਾਇਆ ਅਤੇ ਫਿਰ ਉਹ ਬਚ ਗਿਆ। ਸਿੱਖਾਂ ਖਿਲਾਫ ਲੜਨਾ ਰਿਹਾ। 1831 ਈਸਵੀ ਵਿੱਚ ਉਸਨੇ ਬਾਲਾਕੋਟ ਵਿਖੇ ਉਸ ਦਾ ਮੁਕਾਬਲਾ ਜਿਹੜਾ ਹੈਗਾ ਸ਼ਹਿਜ਼ਾਦਾ ਸ਼ੇਰ ਸਿੰਘ ਦੀਆਂ ਫੌਜਾਂ ਨਾਲ ਹੋਇਆ। ਇਸ ਲੜਾਈ ਵਿੱਚ ਸੈਯਦ ਅਹਿਮਦ ਮਾਰਿਆ ਗਿਆ। ਉਸ ਤੋਂ ਬਾਅਦ ਕੁਐਸਚਨ ਕੀ ਹੈ। ਜਮਦੌਰ ਦੀ ਜਿਹੜੀ ਲੜਾਈ ਹੈ ਠੀਕ ਹੈ ਉਸ 'ਤੇ ਇੱਕ ਸੰਖੇਪ ਨੋਟ ਲਿਖੋ। ਹਰੀ ਸਿੰਘ ਨਲੂਆ ਅਫਗਾਨਾਂ ਦੇ ਵੱਧਦੇ ਹੋਏ ਹਮਲਿਆਂ ਨੂੰ ਰੋਕਣ ਲਈ ਜਮਰੋਦ ਵਿਖੇ ਕਿਲ੍ਹਾ ਦਾ ਨਿਰਮਾਣ ਕਰ ਰਿਹਾ ਸੀਗਾ। ਦੋਸਤ ਮੁਹੰਮਦ ਖਾਂ ਨੂੰ ਆਪਣੇ ਪੁੱਤਰ ਮੁਹੰਮਦ ਅਕਬਰ ਅਤੇ ਸੀਮ ਸ਼ਖਸ ਜਿਹੜਾ ਹੈਗਾ ਸਮਸ ਉਦ ਦੀਨ ਅਧੀਨ 20,000 ਸੈਨਿਕਾਂ ਨੂੰ ਜਮਦੌਰ ਜਿਹੜਾ ਹੈਗਾ ਜਮਰੋਦ ਆ ਦੋਸਤੋ ਇਹ ਠੀਕ ਹੈ ਧਿਆਨ ਰੱਖਿਓ। ਜਮਰੋਦ 'ਤੇ ਹਮਲਾ ਜਿਹੜਾ ਹੈ ਉਹ ਕਰਨ ਲਈ ਉਹ ਠੀਕ ਹੈ ਜੀ ਭੇਜਿਆ। ਇਹ ਹਮਲਾ 28 ਅਪ੍ਰੈਲ 1837 ਈਸਵੀ ਨੂੰ ਕੀਤਾ ਗਿਆ। ਹਰੀ ਸਿੰਘ ਨਲੂਆ ਪੇਸ਼ਾਵਰ ਵਿਖੇ ਬਿਮਾਰ ਪਿਆ ਸੀ। ਹਮਲੇ ਦੀ ਖਬਰ ਸੁਣ ਕੇ ਉਹ 10,000 ਸੈਨਿਕਾਂ ਨਾਲ ਠੀਕ ਹੈ ਜੀ ਉਹ ਜਮਰੋਦ ਪੁੱਜਿਆ ਅਤੇ ਯੁੱਧ ਵਿੱਚ ਕੁੱਦ ਪਿਆ। ਅਚਾਨਕ 2 ਗੋਲੇ ਲੱਗ ਜਾਣ ਕਰਕੇ ਠੀਕ ਹੈ ਜੀ 2 ਗੋਲੇ ਜੋ ਹੈਗੇ ਲੱਗ ਕਰਨ ਕੇ 30 ਅਪ੍ਰੈਲ 1837 ਈਸਵੀ ਨੂੰ ਹਰੀ ਸਿੰਘ ਨਲੂਏ ਦੀ ਮੌਤ ਹੋ ਗਈ। ਸ਼ਹੀਦੀ ਦਾ ਬਦਲਾ ਲੈਣ ਲਈ ਸਿੱਖ ਸੈਨਿਕਾਂ ਨੇ ਤੇਜ਼ੀ ਨਾਲ ਹਮਲਾ ਕੀਤਾ ਅਤੇ ਅਫਗਾਨ ਜਿਹੜਾ ਹੈਗਾ ਗਿੱਦੜਾਂ ਵਾਂਗ ਦੌੜ ਗਿਆ। ਅਤੇ ਅਗਲਾ ਕੁਐਸਚਨ ਅਕਾਲੀ ਫੁੱਲਾਂ ਸਿੰਘਾਂ 'ਤੇ ਇੱਕ ਸੰਖੇਪ ਨੋਟ ਲਿਖੋ। ਅਕਾਲੀ ਫੁੱਲਾ ਸਿੰਘ ਬਹੁਤ ਜਿਹੜਾ ਹੈਗਾ ਸੁਰਬੀਰ ਨਿਡਰ ਅਤੇ ਉੱਚੇ ਆਚਰਣ ਵਾਲੇ ਸਿੱਖ ਸਨ।
1807 ਈਸਵੀ ਵਿੱਚ ਉਹਨਾਂ ਦੀ ਬਹਾਦਰੀ ਸਦਕਾ ਮਹਾਰਾਜਾ ਰਣਜੀਤ ਸਿੰਘ ਕਸੂਰ 'ਤੇ ਕਬਜ਼ਾ ਕਰ ਲਿਆ ਸਫਲ ਹੋ ਸਕੇ। ਇਸ ਵਰੇ ਹੀ ਅਕਾਲੀ ਫੂਲਾ ਸਿੰਘ ਨੇ ਜੰਗ 'ਤੇ ਕਬਜ਼ਾ ਕਰ ਲਿਆ। ਅਕਾਲੀ ਫੂਲਾ ਸਿੰਘ ਦੀ ਜਿਹੜੀ ਸਹਾਇਤਾ ਨਾਲ ਹੀ 1816 ਈਸਵੀ ਵਿੱਚ ਮੁਲਤਾਨ, ਭੱਖਰ ਅਤੇ ਜਿਹੜਾ ਹੈਗਾ ਬਹਾਵਲਪੁਰ ਦੇ ਇਲਾਕਿਆਂ ਵਿੱਚ ਸਿੱਖਾਂ ਵਿਰੁੱਧ ਜਿਹੜੇ ਹੋਣ ਵਾਲੇ ਵਿਦਰੋਹ ਨੂੰ ਦਬਾਇਆ ਗਿਆ ਜਾ ਸਕਿਆ। 1818 ਈਸਵੀ ਵਿੱਚ ਮੁਲਤਾਨ ਅਤੇ 1819 ਈਸਵੀ ਵਿੱਚ ਕਸ਼ਮੀਰ ਦੀ ਜਿੱਤ ਵਿੱਚ ਵੀ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਹਿਯੋਗ ਦਿੱਤਾ। 14 ਮਾਰਚ 1823 ਈਸਵੀ ਨੂੰ ਠੀਕ ਹੈ ਜਿਹੜਾ ਨੌਸ਼ਹਿਰ ਵਿਖੇ ਅਫਗਾਨ ਸੈਨਾ ਨਾਲ ਹੋਈ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ। ਹਰੀ ਸਿੰਘ ਨਲੂਆ ਬਾਰੇ ਤੁਸੀਂ ਕੀ ਜਾਣਦੇ ਹੋ? ਤਾਂ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸਿੱਧ ਸੈਨਾਪਤੀ ਸਨ। ਉਹ ਠੀਕ ਹੈ ਜੀ ਬਹੁਤ ਨਿਡਰ, ਬਹਾਦਰ ਅਤੇ ਉੱਚੇ ਆਚਰਣ ਵਾਲੇ ਸੀ। ਉਸਨੇ ਇੱਕ ਵਾਰ ਆਪਣੇ ਹੱਥਾਂ ਨਾਲ ਸ਼ੇਰ ਨੂੰ ਹੀ ਮਾਰ ਦਿੱਤਾ ਸੀ। ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਨਲੂਆ ਦਾ ਖਿਤਾਬ ਦਿੱਤਾ। ਉਸਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਨੇਕਾਂ ਇਲਾਕੇ ਜਿੱਤ ਕੇ ਦਿੱਤੇ। ਉਸਨੇ ਕਸ਼ਮੀਰ ਅਤੇ ਪੇਸ਼ਾਵਰ ਦੇ ਨਾਜ਼ੀਮ ਅਹੁਦੇ 'ਤੇ ਵੀ ਕੰਮ ਕੀਤਾ। ਇਹਨਾਂ ਇਲਾਕਿਆਂ ਵਿੱਚ ਬਹੁਤ ਮਹੱਤਵਪੂਰਨ ਸੁਧਾਰ ਕੀਤੇ। 30 ਅਪ੍ਰੈਲ ਜਿਹੜਾ ਹੈਗਾ ਠੀਕ ਹੈ ਜੀ 1837 ਈਸਵੀ ਨੂੰ ਵਿੱਚ ਹਰੀ ਸਿੰਘ ਨਲੂਆ ਜਿਹੜਾ ਹੈਗਾ ਜਮਰੋਦ ਦੀ ਲੜਾਈ ਵਿੱਚ ਸ਼ਹੀਦ ਹੋਇਆ। ਉਸਨੇ ਸ਼ਹੀਦੀ ਦਾ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਦੁੱਖ ਹੋਇਆ ਅਤੇ ਕਈ ਦਿਨ ਤੱਕ ਉਸ ਦੀਆਂ ਅੱਖਾਂ ਜਿਹੜੀਆਂ ਹੈਗੀਆਂ ਹੰਝੂ ਵਿੱਚ ਡਿੱਗਦੇ ਰਹੇ ਮਹਾਰਾਜਾ ਰਣਜੀਤ ਸਿੰਘ 'ਤੇ। ਮਹਾਰਾਜਾ ਰਣਜੀਤ ਸਿੰਘ ਨੂੰ ਉੱਤਰੀ ਪੱਛਮੀ ਸੀਮਾ ਪ੍ਰਦੇਸ਼ਾਂ ਵਿੱਚ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ? ਤਾਂ ਇਸ ਪਾਸੇ ਤੋਂ ਅਨੇਕਾਂ ਵਿਦੇਸ਼ੀ ਹਮਲਾਵਰ ਪੰਜਾਬ ਤੇ ਭਾਰਤ ਵਿੱਚ ਆ ਕੇ ਤਬਾਹੀ ਮਚਾਉਂਦੇ। ਇਹਨਾਂ ਪ੍ਰਦੇਸ਼ਾਂ ਵਿੱਚ ਅਨੇਕਾਂ ਜਿਹੜੇ ਖੁੰਖਾਰੂ ਕਬੀਲੇ ਰਹਿੰਦੇ ਸਨ ਜਿਨ੍ਹਾਂ 'ਤੇ ਕਾਬੂ ਕਰਨਾ ਬਹੁਤ ਔਖਾ ਸੀ। ਇਸ ਕਰਕੇ ਇਸ ਇਲਾਕੇ ਦੀ ਸੀਮਾ ਨੂੰ ਸੁਰੱਖਿਅਤ ਰੱਖਣ ਲਈ ਭਾਰੀ ਸੈਨਾ ਦੀ ਲੋੜ ਸੀ। ਇਹਨਾਂ ਇਲਾਕਿਆਂ ਵਿੱਚ ਰਹਿੰਦੇ ਜਿਹੜੇ ਲੋਕ ਕੱਟੜਪੰਥੀ, ਅਨੁਸ਼ਾਸਨ ਵਿਰੋਧੀ ਅਤੇ ਲੜਾਕੇ ਸਨ। ਠੀਕ ਹੈ, ਤਾਂ ਅਗਲਾ ਪ੍ਰਸ਼ਨ 9ਵਾਂ ਕੀ ਹੈ? ਅਫਗਾਨਿਸਤਾਨ 'ਤੇ ਕਬਜ਼ਾ ਨਾ ਕਰਕੇ ਮਹਾਰਾਜਾ ਰਣਜੀਤ ਸਿੰਘ ਬਹੁਤ ਸਿਆਣਪ ਦਾ ਸਬੂਤ ਦਿੱਤਾ, ਸਪਸ਼ਟ ਕਰੋ। ਜੇਕਰ ਮਹਾਰਾਜਾ ਰਣਜੀਤ ਸਿੰਘ ਚਾਹੁੰਦਾ ਤਾਂ ਉਹ ਹੋਰ ਵੀ ਠੀਕ ਹੈ ਜੀ ਉਹ ਕਿਸੇ ਵੀ ਸਮੇਂ ਅਫਗਾਨਿਸਤਾਨ 'ਤੇ ਕਬਜ਼ਾ ਕਰ ਸਕਦਾ ਸੀ, ਪਰ ਹੇਠ ਲਿਖੇ ਕਾਰਨਾਂ ਕਰਕੇ ਉਸਨੇ ਅਫਗਾਨਿਸਤਾਨ 'ਤੇ ਕਬਜ਼ਾ ਨਹੀਂ ਯਤਨ ਕੀਤਾ। ਉਸਨੇ ਉੱਤਰ ਪੱਛਮੀ ਸੀਮਾ ਪ੍ਰਦੇਸ਼ ਵਿੱਚ ਪਹਿਲਾਂ ਹੀ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹ ਅਫਗਾਨਿਸਤਾਨ 'ਤੇ ਕਬਜ਼ਾ ਕਰਕੇ ਹੋਰ ਸਿਰਦਰਦੀ ਨਹੀਂ ਲੈਣਾ ਚਾਹੁੰਦਾ ਸੀ। ਕਸ਼ਮੀਰ ਦੀ ਦੂਜੀ ਜਿਹੜੀ ਹੈਗੀ ਮੁਹਿੰਮ ਦੀ ਅਸਫਲਤਾ ਤੋਂ ਉਸਨੇ ਸਬਕ ਲਿਆ ਕਿ ਪਹਾੜੀ ਪ੍ਰਦੇਸ਼ਾਂ ਵਿੱਚ ਭੂਗੋਲਿਕ ਜਾਣਕਾਰੀ ਤੋਂ ਬਿਨਾਂ ਉਸਨੇ ਠੀਕ ਹੈ ਜੀ ਉਹਨਾਂ ਨੇ ਜਿਹੜੀ ਹੈਗੀ ਉਸ 'ਤੇ ਸਫਲਤਾ ਪ੍ਰਾਪਤ ਕਰਨਾ ਬਹੁਤ ਔਖਾ ਹੈ। 10ਵਾਂ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਉੱਤਰੀ ਪੱਛਮੀ ਸੀਮਾ ਦੀਆਂ ਵਿਸ਼ੇਸ਼ਤਾਵਾਂ ਦੱਸੋ। ਮਹਾਰਾਜਾ ਰਣਜੀਤ ਸਿੰਘ ਦੀ ਉੱਤਰ ਪੱਛਮੀਆਂ ਇਲਾਕਿਆਂ ਦੀ ਜਿੱਤ ਤਾਂ ਲਿਆ ਪਰ ਕਦੇ ਵੀ ਅਫਗਾਨਿਸਤਾਨ 'ਤੇ ਕਬਜ਼ਾ ਨਹੀਂ ਕੀਤਾ। ਉਸਨੇ ਉੱਤਰ ਪੱਛਮੀ ਸੀਮਾ 'ਤੇ ਕਈ ਕਿਲੇ ਬਣਾਏ ਅਤੇ ਪੁਰਾਣੇ ਕਿਲਿਆਂ ਦੀ ਮੁਰੰਮਤ ਕਰਵਾਈ। ਕਿਲਿਆਂ ਵਿੱਚ ਬੜੀ ਹੀ ਜਿਹੜੀ ਹੈਗੀ ਸਿੱਖ ਅਤੇ ਸੈਨਾ ਰੱਖੀ ਗਈ। ਜਿਹੜੀ ਹੈਗੀਆਂ ਦੂਸਰੀ ਆਪਣੀਆਂ ਵਿਦਰੋਹੀਆਂ ਨੂੰ ਠੀਕ ਹੈ ਜੀ ਕੁਚਲਣ ਲਈ ਚੱਲਦੇ ਫਿਰਦੇ ਦਸਤੇ ਤਿਆਰ ਕੀਤੇ। ਮਹਾਰਾਜਾ ਨੇ ਇਹਨਾਂ ਪ੍ਰਦੇਸ਼ਾਂ ਦੀਆਂ ਰਸਮਾਂ ਰਿਵਾਜਾਂ ਨੂੰ ਕਾਇਮ ਰੱਖਿਆ। ਠੀਕ ਹੈ ਜੀ, ਅਤੇ ਅੱਗੇ ਇਹਨਾਂ ਇਲਾਕਿਆਂ ਵਿੱਚ ਲੋਕਾਂ ਦੇ ਸਮਾਜਿਕ ਅਤੇ ਧਾਰਮਿਕ ਮਾਮਲਿਆਂ ਦਾ ਵੀ ਦਖਲ ਨਹੀਂ ਦਿੱਤਾ ਗਿਆ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਇਲਾਕਿਆਂ ਦਾ ਸ਼ਾਸਨ ਪ੍ਰਬੰਧ ਦੇਖਭਾਲ ਸੈਨਿਕ ਗਵਰਨਰਾਂ ਦੁਆਰਾ ਦੁਆਰਾ ਠੀਕ ਹੈ ਨਿਯੁਕਤ ਕੀਤਾ ਗਿਆ। ਅਤੇ ਅਗਲਾ ਪ੍ਰਸ਼ਨ ਹੈ ਮਹਾਰਾਜਾ ਰਣਜੀਤ ਸਿੰਘ ਦੀ ਉੱਤਰ ਪੱਛਮੀ ਸੀਮਾ ਦਾ ਨੀਤੀ ਦਾ ਕੀ ਮਹੱਤਵ ਸੀ? ਤਾਂ ਦੋਸਤੋ ਮਹਾਰਾਜਾ ਨੇ ਠੀਕ ਹੈ ਜੀ ਮੁਲਤਾਨ, ਕਸ਼ਮੀਰ, ਪੇਸ਼ਾਵਰ ਆਦਿ ਪ੍ਰਦੇਸ਼ਾਂ ਤੋਂ ਕਬਜ਼ਾ ਕਰਕੇ ਅਫਗਾਨਿਸਤਾਨ ਦਾ ਪ੍ਰਭਾਵ ਖਤਮ ਕਰ ਦਿੱਤਾ। ਠੀਕ ਹੈ, ਉਸਨੇ ਉੱਤਰ ਪੱਛਮੀ ਸੀਮਾ ਖੇਤਰ 'ਤੇ ਜਿਹੜੇ ਹੈਗੇ ਵਿਦਰੋਹਾਂ ਨੂੰ ਦਬਾਇਆ ਅਤੇ ਸ਼ਾਂਤੀ ਦਾ ਸਥਾਪਨ ਕੀਤਾ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉੱਤਰ ਪੱਛਮੀ ਪ੍ਰਦੇਸ਼ਾਂ ਵਿੱਚ ਪ੍ਰਚਲਿਤ ਰਸਮਾਂ ਰਿਵਾਜਾਂ ਨੂੰ ਕਾਇਮ ਰੱਖਣਾ। ਠੀਕ ਹੈ, ਉਸਨੇ ਉਹਨਾਂ ਇਲਾਕਿਆਂ ਦੇ ਲੋਕਾਂ ਦੇ ਮਾਮਲਿਆਂ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ। ਉਸਨੇ ਇਹਨਾਂ ਖੇਤਰਾਂ ਵਿੱਚ ਆਵਾਜਾਈ ਅਤੇ ਖੇਤੀ ਦੇ ਵਿਕਾਸ ਦੇ ਵਿਸ਼ੇਸ਼ ਧਿਆਨ ਦਿੱਤਾ। ਤਾਂ ਦੋਸਤੋ ਉਸ ਤੋਂ ਬਾਅਦ ਇਹ ਤੁਹਾਡੇ 5 ਅੰਕ ਵਾਲੇ ਪ੍ਰਸ਼ਨ ਹਨ। ਠੀਕ ਹੈ ਜੀ, ਮਹਾਰਾਜਾ ਰਣਜੀਤ ਸਿੰਘ ਨੂੰ ਉੱਤਰੀ ਪੱਛਮੀ ਸੀਮਾ ਠੀਕ ਹੈ ਪ੍ਰਦੇਸ਼ ਵਿੱਚ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ? ਮਹਾਰਾਜਾ ਨੇ ਇਸ 'ਤੇ ਕਾਬੂ ਕਿਵੇਂ ਪਾਇਆ? ਤਾਂ ਦੋਸਤੋ ਦੇਖ ਸਕਦੇ ਹੋ ਕਿ ਪੱਛਮੀ ਸੀਮਾ 'ਤੇ ਜਿਹੜੀ ਹੈਗੀਆਂ ਨੇ ਜਿਹੜੀਆਂ ਪ੍ਰੋਬਲਮਾਂ ਕਿਹੜੀਆਂ ਆ ਰਹੀਆਂ ਸੀਗੀਆਂ ਇਹ ਤੁਹਾਨੂੰ ਉੱਪਰ ਵੀ ਦੱਸਿਆ। ਇਸ ਪਾਸੇ ਅਨੇਕਾਂ ਜਿਹੜੇ ਵਿਦੇਸ਼ੀ ਹਮਲਾਵਰ ਭਾਰਤ ਦੇ ਵਿੱਚ ਆ ਕੇ ਪੰਜਾਬ ਤੋਂ ਭਾਰਤ ਵਿੱਚ ਆ ਕੇ ਹਮਲਾ ਕਰਦੇ ਸਨ। ਇਹਨਾਂ ਪ੍ਰਦੇਸ਼ਾਂ ਵਿੱਚ ਅਨੇਕਾਂ ਖੁੰਖਾਰੂ ਕਬੀਲੇ ਰਹਿੰਦੇ ਸਨ। ਠੀਕ ਹੈ ਜੀ, ਇਸ ਕਰਕੇ ਜਿਹੜਾ ਇਹ ਸੀਮਾ ਸੁਰੱਖਿਅਤ ਰੱਖਣ ਲਈ ਭਾਰੀ ਸੈਨਾ ਦੀ ਲੋੜ ਸੀ। ਇਹਨਾਂ ਇਲਾਕਿਆਂ ਵਿੱਚ ਰਹਿੰਦੇ ਲੋਕ ਜਿਹੜੇ ਕੱਟੜਪੰਥੀ ਅਨੁਸ਼ਾਸਨ ਵਿਰੋਧੀ ਸਨ। ਤਾਂ ਦੋਸਤੋ ਇਸ ਤੋਂ ਬਾਅਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਇਸ 'ਤੇ ਕਿਵੇਂ ਕਾਬੂ ਪਾਇਆ? ਤਾਂ ਦੇਖ ਸਕਦੇ ਹੋ ਕਿ ਸਬਰ ਅਤੇ ਕੂਟਨੀਤੀ ਦੀ ਵਰਤੋਂ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ 1813 ਈਸਵੀ ਤੋਂ 1821 ਈਸਵੀ ਤੱਕ ਉੱਤਰ ਪੱਛਮੀ ਦੇ ਜਿਹੜੇ ਅਨੇਕਾਂ ਪ੍ਰਦੇਸ਼ਾਂ ਵਿੱਚ ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ, ਜਿਹੜਾ ਹੈਗਾ ਬਹਾਵਲਪੁਰ ਅਤੇ ਉਸ ਤੋਂ ਬਾਅਦ ਡੇਰਾ, ਇਸਲਾਮਿਕ ਖਾਂ ਅਤੇ ਮਨਕੇਰਾ ਆਦਿ 'ਤੇ ਜਿੱਤ ਪ੍ਰਾਪਤ ਕਰ ਲਈ ਅਤੇ ਫਿਰ ਸਿਰਫ ਅਟਕ, ਮੁਲਤਾਨ ਅਤੇ ਕਸ਼ਮੀਰ ਤੋਂ ਕੁਝ ਇਲਾਕਿਆਂ ਤੋਂ ਨੂੰ ਹੀ ਆਪਣਾ ਰਾਜ ਵਿੱਚ ਸ਼ਾਮਿਲ ਕੀਤਾ। ਬਾਕੀ ਇਲਾਕਿਆਂ ਨੂੰ ਠੀਕ ਹੈ ਜੀ ਸਾਲਾਨਾ ਖਿਰਾਜ ਬਦਲੇ ਉਹਨਾਂ ਦੇ ਸ਼ਾਸਕਾਂ ਅਧੀਨ ਹੀ ਰਹਿਣ ਦਿੱਤਾ। ਬਾਅਦ ਵਿੱਚ ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਠੀਕ ਹੈ ਜੀ ਸ਼ਕਤੀ ਵੱਧ ਗਈ ਤਾਂ ਠੀਕ ਹੈ ਮਹਾਰਾਜਾ ਨੇ ਬਾਕੀ ਇਲਾਕਿਆਂ ਨੂੰ ਵੀ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ। ਅਫਗਾਨਿਸਤਾਨ 'ਤੇ ਕਬਜ਼ਾ ਨਾ ਕਰਨਾ, ਕਬੀਲਿਆਂ ਖਿਲਾਫ ਸਖਤ ਨੀਤੀ ਠੀਕ ਹੈ ਜੀ ਇਹ ਤੁਸੀਂ ਖੁਦ ਪੜ੍ਹਨਾ ਵਾ, ਇਸ ਨੂੰ ਸਕਰੀਨ ਰੋਕ ਲਓ, ਸਕਰੀਨਸ਼ਾਟ ਲੈ ਲਓ। ਉਸ ਤੋਂ ਬਾਅਦ ਇਹ ਉੱਤਰ ਪੱਛਮੀ ਸੀਮਾ ਦੀ ਮਜ਼ਬੂਤੀ, ਜਿਹੜਾ ਹੈਗਾ ਕਬਾਇਲੀ ਪ੍ਰਬੰਧ ਵਿੱਚ ਦਖਲ ਅੰਦਾਜ਼ੀ ਨਾ ਕਰਨਾ, ਵਿਕਾਸ ਤੇ ਠੀਕ ਹੈ ਜੀ ਆਪਣਾ ਕਾਰਜ। ਤਾਂ ਇਸ ਤਰ੍ਹਾਂ ਇਹ ਦੋਸਤੋ ਇਹ ਵਾਲੇ ਜਿਹੜੇ ਪੁਆਇੰਟ ਹੈ ਤੁਸੀਂ ਖੁਦ ਪੜ੍ਹਨੇ ਹਨ, ਸਕਰੀਨ ਰੋਕ ਕੇ ਪੜ੍ਹ ਲਓ। ਅਤੇ ਅਗਲਾ ਮਹਾਰਾਜਾ ਰਣਜੀਤ ਸਿੰਘ ਅਤੇ ਅਫਗਾਨਾਂ ਨਾਲ ਸੰਬੰਧਿਤ ਦਾ ਜਿਹੜਾ ਪੜਾਅਵਾਰ ਵਰਣਨ ਕਰੋ। ਤਾਂ ਦੋਸਤੋ ਇਹਦੇ ਪੁਆਇੰਟ ਤੁਸੀਂ ਖੁਦ ਹੀ ਦੇਖਣੇ ਹਨ। ਲੌਂਗ ਕੁਐਸਚਨ ਆਨਸਰ
ठीक है जी। आह पहला पॉइंट तुसीं अपना इत्थे तो लैके इत्थे तक रीड कर लो, ठीक है। इस तो बाद दोस्तों अफगानिस्तान विच राजनीतिक जिहड़ा अस्थिरता, ठीक है जी, ये भी तुसीं खुद रीड करना वा, रीड कर लो इनू, ठीक है जी। तो ये ही दूसरा पॉइंट है दोस्तों, सिर्फ जिहड़ा हैगा सिख अफगान संबंधां दा दूजा पड़ा 1813 तो लैके 1834 ईस्वी तक, ये भी दोस्तों तुसीं खुद इत्थे तक रीड करना वा। स्क्रीनशॉट ले लो, चाहे इसनूं पाउज करके स्क्रीन नूं, ठीक है, पढ़ लो इत्थे, क्योंकि दोस्तों क्वेश्चन बहुत सारे हैं तो वीडियो काफ़ी ज़्यादा लंबी हो चुकी है, तो हुण आपां ये लॉन्ग क्वेश्चन आंसर तुसीं खुद करने हैं। तो इसी तरह दोस्तों ये तीसरा पॉइंट है जिहड़ा हैगा सिख अफगान संबंधां दा तीजा पड़ा 1834 तो लैके 1837 ईस्वी तक, ठीक है जी। उस तो बाद दोस्तों ये अंदर ही हैगा सिख अफगाना प्रबंध जिहड़ा संबंधां दा चौथा पड़ा 1838 तो लैके 1839 ईस्वी तक, इसनूं भी रीड कर लो, ठीक है जी। इत्थे तक यह दिता होया वा, इत्थों तो लैके उपरों, ठीक है जी, उपरों तो लैके इत्थे तक यह दिता होया वा। तो हुण दोस्तों तुहाडा यह पाठ 22वां, ठीक है जी। तो पाठ 22वां दे विच हैगा पहला एंगलो सिख युद्ध अते उन्हां दे कारण अते सिੱਟੇ 3 अंक वाले ये प्रश्न हैं, ठीक है जी। पहले एंगलो सिख युद्ध के की कारण सीगे, तो दोस्तों अंग्रेज़ों ने पंजाब के आले दुआले घेरा पाना शुरू कर दिता। अंग्रेज़ पंजाब की राजनीतिक अस्थिरता का फायदा उठाना चाहते सन। अंग्रेज़ों ने अफगानिस्तान में हुई हार कारण बदनामी का जिहड़ा दाग धोना चाहते सन। लाल सिंह ते तेजा सिंह ने सिख फौज नूं अंग्रेज़ों नाल लड़ा के कमज़ोर करना चाहते सन, ठीक है जी। तो वराड फुट की नियुक्ति कारण सिखां ते अंग्रेज़ों के संबंध में जिहड़ा हैगा दोस्तों की है वो कड़त्तन, ठीक है जी, कुड़त्तन आ गई सी, ठीक है जी। तो उस तो बाद दूसरा कोई की है प्रश्न, मुदकी की लड़ाई, तो एक नोट लिखो दोस्तों, मुदकी की लड़ाई 18 दिसंबर 1845 ईस्वी नूं हुई सी। इस लड़ाई में सिख सेना की अगवाई लाल सिंह कर रहा सीगा, जिहड़ी हैगी सिख सैनिकों की 5500 सी, ठीक है जी, गिणती, हाँ जी, सिख सैनिकों की जिहड़ी गिणती सी 5500 सी। अंग्रेजी फौज भी, ठीक है जी, अगवाई जिहड़ी हैगी वो लॉर्ड ह्यूंग गफ कर रहा सीगा। अंग्रेजी सैनिकों की गिणती 12000 सी। सिख फौजा ने इन्ना जोरदार हमला किया कि अंग्रेजी फौज में हफड़ा दफड़ी मच गई, तो अजिहे समय में लाल सिंह मैदान में दौड़ गया, तो नतीजे वजों सिख फौज हार गए। दोस्तों फिरोजपुर या फिर फेरू शहर की लड़ाई, तो एक नोट लिखो, फिरोजपुर या फिर फेरू जिहड़ी हैगी शहर की लड़ाई 21 दिसंबर 1845 ईस्वी में हुई। इस लड़ाई में सिख सेना की अगवाई लाल सिंह ते तेजा सिंह ही कर रहे सन। सिख सैनिकों की गिणती 30,000 सी, तो अंग्रेजी फौज की अगवाई लॉर्ड ह्यूइंग गफ और जॉन लिटलर ਅਤੇ लॉर्ड हार्डिंग कर रहे सन। अंग्रेज़ों सैनिकों की गिणती 17,000 सी। सिख फौजा ने इन्ना जोरदार हमला किया कि अंग्रेज़ों विच जिहड़ी हैगी आ, ठीक है जी, हथियार सुट्टण लई तैयार हो गए। अजिहे विच लाल सिंह और तेजा सिंह, ठीक है जी, छड्ड के दौड़ गए, तो नतीजे वजों सिख फौज हार गई। तो उस तो बाद दोस्तों की है सरबाऊ की लड़ाई बारे तुसीं की जानते हो। सरबाऊ की लड़ाई दोस्तों 10 फरवरी 1846 ईस्वी में हुई सी। इस लड़ाई में सिख सेना की अगवाई लाल सिंह और तेजा सिंह कर रहे सन। अंग्रेजी फौज में अगवाई लॉर्ड ह्यूइंग गफ, तो ठीक है जी, तो अपना लॉर्ड हार्डिंग कर रहे सन। सिख फौजा ने इन्ना जोरदार हमला किया कि जिहड़ा हैगा अंग्रेजी फौजा पिछे हटना पिया। अजिहे विच लाल सिंह और तेजा सिंह मैदान छड्ड के दौड़ गए। तेजा सिंह ने नस्सण तो पहला ही, ठीक है जी, जिहड़ी है बारूद वालियां बेड़ियां डुबो दित्तियां, ते सरदार शाम सिंह बहादरी वाले, ठीक है जी, ने इस जिहड़ा हैगा तुहाडा लड़ाई विच बहादरी के जोर ते विखाया ते शहीदी प्राप्त की। सिख फौजा नूं हार का सामना करना पिया। तो उस तो बाद दोस्तों लाहौर की संधि बारे तुसीं की जानते हो। पहले एंगलो सिख युद्ध के नतीजे वजों अंग्रेजी सरकार और लाहौर दरबार विचकार जिहड़ा हैगा, ठीक है जी, संधि हुई। इस संधि 9 मार्च 1846 ईस्वी में हुई। इस संधि द्वारा अंग्रेज़ों ने लाहौर राज तो अपनी जिहड़ी पकड़ मजबूत कर लई। सतलुज के दक्षिण विचकारले इलाके अंग्रेज़ों नूं दे दिते। सतलुज और ब्यास विचकारले जिहड़े हैगे जिले अंग्रेज़ों के हवाले कर दिते गए। लाहौर की जिहड़ी राज विच फौज नूं तोड़ दिता गया। इस संधि नाल सिख फौजां विच निराशा भर गई और लाहौर राज नूं बहुत बेइज्जती का सामना करना पिया। तो अगला प्रश्न की है, लाहौर की संधि दियां शर्तां दसो। अंग्रेज़ सरकार लाहौर दरबार विचकार मित्रता बनी रहेगी, ठीक है जी। सतलुज के दक्षिण विचकारले इलाकों के अंग्रेजी का हक स्वीकार कर लिया गया। सतलुज और ब्यास जिहड़ा हैगा विचकारले सारे इलाकों के किले अंग्रेज़ों के हवाले कर दिते गए। लाहौर की जिहड़ी हैगी आ पैदल सेना की गिणती 20,000 तो अते घोड़सवार की गिणती 12,000 निश्चित की गई। तो अंग्रेज़ फौजां की जदों चौहान लाहौर राज विच लंघ सकणगियां, अंग्रेज़ों की आग्या तो बिना लाहौर राज अपनियां हद्दां विच तब्दीली नहीं कर सकेगी। तो इस तो बाद है 7वां प्रश्न, लाहौर की संधि के की सिट्टे निकले। तो दोस्तों लाहौर की संधि के सिट्टे अंग्रेज़ों की लाहौर राज ते पकड़ मजबूत हो गई। सिख सेना विच निराशा भर गई। लाहौर राज के अनेकों इलाकों में किलियां ते अंग्रेज़ों ते कब्जा हो गया। अंग्रेज़ों नूं बहुत आर्थिक लाभ होया।
ਲਾਹੌਰ ਰਾਜ ਤੇ ਅਨੇਕਾਂ ਪਾਬੰਦੀਆਂ ਲੱਗ ਗਈਆਂ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਪ੍ਰਸ਼ਨ ਆਪਣਾ ਭੈਰੋਵਾਲ ਦੀ ਸੰਧੀ ਬਾਰੇ ਤੁਸੀਂ ਕੀ ਜਾਣਦੇ ਹੋ? ਤਾਂ ਦੋਸਤੋ ਭੈਰੋਵਾਲ ਦੀ ਸੰਧੀ ਅੰਗਰੇਜ਼ਾਂ ਅਤੇ ਲਾਹੌਰ ਦਰਬਾਰ ਵਿਚਕਾਰ 16 ਦਸੰਬਰ 1846 ਈਸਵੀ ਨੂੰ ਹੋਈ। ਇਸ ਸੰਧੀ ਅਨੁਸਾਰ ਲਾਹੌਰ ਦਰਬਾਰ ਦੇ ਸਾਰੇ ਵਿਭਾਗਾਂ ਠੀਕ ਹੈ ਜੀ ਦੀ ਦੇਖਭਾਲ ਲਈ ਜਿਹੜਾ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ। ਮਹਾਰਾਣੀ ਜਿੰਦਾ ਨੂੰ ਰਾਜ ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ। ਬ੍ਰਿਟਿਸ਼ ਫੌਜ ਨੂੰ 1854 ਈਸਵੀ ਤੱਕ ਲਾਹੌਰ ਵਿੱਚ ਰਹਿਣ ਦਾ ਅਧਿਕਾਰ ਮਿਲ ਗਿਆ। ਅੰਗਰੇਜ਼ਾਂ ਨੇ ਸਰਕਾਰ ਨੂੰ ਲਾਹੌਰ ਰਾਜ ਵਿੱਚ ਠੀਕ ਹੈ ਜੀ ਕਿਲੇ ਛਾਉਣੀ ਦੇ ਕਬਜ਼ਾ ਕਰਨ ਦਾ ਜਿਹੜਾ ਹੱਕ ਹੈ ਉਹ ਪ੍ਰਾਪਤ ਹੋਇਆ। ਤੇ ਅੱਗੇ ਦੋਸਤੋ ਕੀ ਹੈ ਆਪਣਾ ਕੁਐਸਚਨ ਕਿ ਪਹਿਲਾ ਪਹਿਲਾ ਸਿੱਖ ਯੁੱਧ ਠੀਕ ਕਿਹੜਾ ਕਦੋਂ ਹੋਇਆ ਸੀਗਾ? ਯੁੱਧ ਦੇ ਸਿੱਟੇ ਕੀ ਨਿਕਲੇ ਸੀਗੇ? ਪਹਿਲੇ ਐਂਗਲੋ ਸਿੱਖ ਯੁੱਧ ਦੇ ਸਿੱਟੇ ਤਾਂ ਦੋਸਤੋ ਸਤਲੁਜ ਦੇ ਦੱਖਣ ਵਿਚਕਾਰਲੇ ਇਲਾਕਿਆਂ ਦੇ ਅੰਗਰੇਜ਼ਾਂ ਦਾ ਠੀਕ ਹੈ ਜੀ ਜਿਹੜਾ ਹੱਕ ਉਹ ਸਵੀਕਾਰ ਕਰ ਲਿਆ ਗਿਆ। ਸਤਲੁਜ ਅਤੇ ਬਿਆਸ ਵਿਚਕਾਰਲੇ ਸਾਰੇ ਇਲਾਕਿਆਂ ਦੇ ਠੀਕ ਹੈ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤੇ ਗਏ। ਲਾਹੌਰ ਰਾਜ ਦੇ ਪੈਦਲ ਸੈਨਾ ਦੀ ਗਿਣਤੀ 20,000 ਤੋਂ ਘੋੜਸਵਾਰਾਂ ਦੀ ਗਿਣਤੀ 12,000 ਨਿਸ਼ਚਿਤ ਕੀਤੀ ਗਈ। ਲਾਹੌਰ ਦਰਬਾਰ ਦੇ ਸਾਰੇ ਜਿਹੜੇ ਹੈਗੇ ਵਿਭਾਗਾਂ ਦੀ ਦੇਖਭਾਲ ਲਈ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ। ਮਹਾਰਾਣੀ ਜਿੰਦਾ ਨੂੰ ਠੀਕ ਹੈ ਜੀ ਰਾਜ ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ। ਬ੍ਰਿਟਿਸ਼ ਫੌਜ ਨੂੰ 1854 ਤੱਕ ਲਾਹੌਰ ਵਿੱਚ ਰਹਿਣ ਦਾ ਜਿਹੜਾ ਅਧਿਕਾਰ ਮਿਲ ਗਿਆ। ਤੇ ਉਸ ਤੋਂ ਬਾਅਦ ਦੋਸਤੋ ਸਾਮ ਸਿੰਘ ਜਿਹੜਾ ਹੈਗਾ ਅਟਾਰੀ ਵਾਲਾ ਅਤੇ ਇੱਕ ਨੋਟ ਲਿਖੋ ਜਿਹੜਾ ਹੈਗਾ ਸਰਦਾਰ ਸਾਮ ਸਿੰਘ ਅਟਾਰੀ ਵਾਲਾ ਬਹਾਦਰ ਅਤੇ ਅਣਖੀਲੇ ਸਿੱਖ ਸਨ। ਉਹ 18 ਸਾਲ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੇ 10 ਫਰਵਰੀ 1846 ਈਸਵੀ ਨੂੰ ਠੀਕ ਹੈ ਜੀ ਜਿਹੜਾ ਹੈਗਾ ਸਰਬਾਉ ਦੀ ਲੜਾਈ ਲੜੀ ਉਹਨਾਂ ਭਾਗ ਵਿੱਚ ਲਿਆ। ਠੀਕ ਹੈ ਜੀ ਉਹਨਾਂ ਨੇ ਤੇ ਜਦੋਂ ਸਿੱਖ ਫੌਜ ਦੀ ਅਗਵਾਈ ਕਰ ਰਹੇ ਤੇਜਾ ਸਿੰਘ ਅਤੇ ਲਾਲ ਸਿੰਘ ਠੀਕ ਗੱਦਾਰੀ ਕਰਕੇ ਮੈਦਾਨ ਵਿੱਚੋਂ ਭੱਜ ਗਏ ਤਾਂ ਸਰਕਾਰ ਸਾਮ ਸਿੰਘ ਅਟਾਰੀ ਵਾਲਾ ਮੋਰਚਾ ਸੰਭਾਲਿਆ ਤੇ ਸਿੱਖ ਫੌਜਾਂ ਵਿੱਚ ਜਿਹੜਾ ਹੈਗਾ ਜੋਸ਼ ਭਰ ਦਿੱਤਾ। ਉਹਨਾਂ ਦੀ ਅਗਵਾਈ ਹੇਠ ਸਿੱਖਾਂ ਨੇ ਅੰਗਰੇਜ਼ਾਂ ਦਾ ਜ਼ੋਰਦਾਰ ਮੁਕਾਬਲਾ ਕੀਤਾ। ਇਸ ਲੜਾਈ ਵਿੱਚ ਸਰਦਾਰ ਸਾਮ ਅਟਾਰੀ ਵਾਲਾ ਲੜਦੇ ਲੜਦੇ ਸ਼ਹੀਦ ਠੀਕ ਹੈ ਜੀ ਪਾ ਗਏ। ਤੇ 11ਵਾਂ ਪ੍ਰਸ਼ਨ ਕੀ ਹੈ? ਪਹਿਲੇ ਐਂਗਲੋ ਸਿੱਖ ਯੁੱਧ ਪਿੱਛੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਕਿਉਂ ਨਾ ਕੀਤਾ, ਸ਼ਾਮਿਲ ਕਿਉਂ ਨਾ ਕੀਤਾ? ਤਾਂ ਉਸ ਤੋਂ ਦੇਖੋ ਕਿਉਂ ਨਹੀਂ ਸ਼ਾਮਿਲ ਕੀਤਾ? ਬੇਚੈਨ ਸਿੱਖ ਫੌਜਾਂ ਨੇ ਅੰਗਰੇਜ਼ਾਂ ਲਈ ਵੱਡੀ ਜਿਹੜੀ ਹੈਗੀ ਸਿਰਦਰਦੀ ਬਣ ਸਕਦੀ ਸੀ। ਪੰਜਾਬ ਦੇ ਵਿੱਚ ਅੰਗਰੇਜ਼ਾਂ ਨੇ ਅਤੇ ਅਫਗਾਨਿਸਤਾਨ ਠੀਕ ਹੈ ਵਿਚਕਾਰ ਤੰਗ ਆ ਕੇ ਜਿਹੜਾ ਮੱਧਵਰਤੀ ਰਾਜ ਸੀਗਾ ਤੇ ਪੰਜਾਬ ਨੂੰ ਕਾਬੂ ਰੱਖਣ ਲਈ ਅੰਗਰੇਜ਼ਾਂ ਨੂੰ ਵੱਡੀ ਫੌਜ ਦੀ ਜ਼ਰੂਰਤ ਪੈਣੀ ਸੀਗੀ। ਅੰਗਰੇਜ਼ਾਂ ਨੇ ਪੰਜਾਬ ਤੋਂ ਹੋਣ ਵਾਲੇ ਆਰਥਿਕ ਲਾਭ ਦੀ ਜਾਣਕਾਰੀ ਨਹੀਂ ਸੀ। 12ਵਾਂ ਕੁਐਸਚਨ ਕੀ ਹੈ? ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਦੇ ਕੀ ਕਾਰਨ ਸੀਗੇ? ਤਾਂ ਦੋਸਤੋ ਸਿੱਖਾਂ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਲਾਲ ਸਿੰਘ ਅਤੇ ਤੇਜਾ ਸਿੰਘ ਦੀ ਗੱਦਾਰੀ ਸੀਗੀ ਤੇ ਸਿੱਖ ਫੌਜਾਂ ਦੇ ਯੂਰੋਪੀਅਨ ਅਫਸਰ ਜਿਹੜੀ ਹੈਗੇ ਸਿੱਖ ਫੌਜ ਦੇ ਭੇਦ ਅੰਗਰੇਜ਼ਾਂ ਨੂੰ ਦਿੰਦੇ ਸਨ। ਤੇ ਅਗਲਾ ਪ੍ਰਸ਼ਨ ਕੀ ਹੈ ਪੁਆਇੰਟ? ਅੰਗਰੇਜ਼ ਦੇ ਸਾਧਨ ਸਿੱਖਾਂ ਦੇ ਮੁਕਾਬਲੇ ਜ਼ਿਆਦਾ ਸਨ। ਅੰਗਰੇਜ਼ਾਂ ਦੇ ਸੈਨਾਪਤੀਆਂ ਨੂੰ ਠੀਕ ਹੈ ਜੀ ਲੜਾਈ ਦਾ ਜਿਹੜਾ ਜ਼ਿਆਦਾ ਤਜਰਬਾ ਸੀਗਾ। ਤੇ ਹੁਣ ਦੋਸਤੋ ਦੇਖੋ 23ਵਾਂ ਜਿਹੜਾ ਤੁਹਾਡਾ ਚੈਪਟਰ ਹੈ ਤੇ ਇਹ ਹੈਗਾ ਦੂਜਾ ਠੀਕ ਹੈ ਜੀ ਐਂਗਲੋ ਸਿੱਖ ਯੁੱਧ ਕਾਰਨ ਸਿੱਟੇ ਅਤੇ ਪੰਜਾਬ ਦਾ ਮਿਲਾਉਣਾ। ਤਾਂ 3 ਅੰਕ ਵਾਲੇ ਇਹ ਪ੍ਰਸ਼ਨ ਹਨ ਤੁਹਾਡੇ। ਤਾਂ ਦੇਖੋ ਪਹਿਲਾ ਕੀ ਹੈ? ਦੂਜਾ ਜਿਹੜਾ ਹੈਗਾ ਐਂਗਲੋ ਸਿੱਖ ਯੁੱਧ ਦੇ ਕੀ ਕਾਰਨ ਸੀ? ਤਾਂ ਦੋਸਤੋ ਦੇਖੋ ਸਿੱਖਾਂ ਸੈਨਾ ਪਹਿਲਾਂ ਐਂਗਲੋ ਸਿੱਖ ਯੁੱਧ ਵਿੱਚ ਹੋਈ ਹਾਰ ਦਾ ਬਦਲਾ ਲੈਣਾ ਚਾਹੁੰਦੇ ਸਨ। ਠੀਕ ਹੈ ਜੀ। ਪੰਜਾਬ ਦੇ ਲੋਕ ਲਾਹੌਰ ਅਤੇ ਭੈਰੋਵਾਲ ਦੀਆਂ ਸੰਧੀਆਂ ਤੋਂ ਅਸੰਤੁਸ਼ਟ ਸਨ। ਪਹਿਲੇ ਐਂਗਲੋ ਸਿੱਖ ਤੋਂ ਬਾਅਦ ਬਹੁਤ ਸਾਰੇ ਸੈਨਿਕਾਂ ਨੂੰ ਸੈਨਾ ਵਿੱਚੋਂ ਕੱਢ ਦਿੱਤਾ ਗਿਆ। ਪੰਜਾਬ ਦੇ ਲੋਕ ਮਹਾਰਾਣੀ ਜਿੰਦਾ ਦੀ ਜਿਹੜੀ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦੇ ਸਨ ਤੇ ਦੀਵਾਨ ਠੀਕ ਹੈ ਜੀ ਜਿਹੜਾ ਹੈਗਾ ਮੁਲਰਾਜ ਨੂੰ ਅੰਗਰੇਜ਼ਾਂ ਖਿਲਾਫ ਵਿਦਰੋਹ ਕਰ ਦਿੱਤਾ ਸੀ। ਲਾਰਡ ਡਲਹੌਜੀ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਸਨ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਹੈ ਤੁਹਾਡਾ ਦੀਵਾਨ ਜਿਹੜਾ ਹੈਗਾ ਮੁਲਰਾਜ ਦੇ ਵਿਦਰੋਹ ਦੇ ਇੱਕ ਸੰਖੇਪ ਨੋਟ ਲਿਖੋ। ਤਾਂ ਦੋਸਤੋ ਦੀਵਾਨ ਮੁਲਰਾਜ ਮੁਲਤਾਨ ਦੇ ਨਾਜ਼ਿਮ ਸੀ। ਅੰਗਰੇਜ਼ਾਂ ਨੇ ਮੁਲਤਾਨ ਤੋਂ ਵਸੂਲ ਕੀਤੇ ਜਾਣ ਵਾਲੇ ਸਾਲਾਨਾ ਲਗਾਨ ਬਹੁਤ ਵਧਾ ਦਿੱਤਾ ਸੀਗਾ। ਇਸ ਲਈ ਮੁਲਰਾਜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅੰਗਰੇਜ਼ਾਂ ਨੇ ਕਾਹਨ ਸਿੰਘ ਨੂੰ ਮੁਲਤਾਨ ਦਾ ਨਾਜ਼ਿਮ ਨਿਯੁਕਤ ਕੀਤਾ ਅਤੇ ਮੁਲਰਾਜ ਤੋਂ ਚਾਰਜ ਲੈਣ ਲਈ ਬ੍ਰਿਟਿਸ਼ ਰੈਜ਼ੀਡੈਂਟ ਦਾ ਠੀਕ ਹੈ ਜੀ ਕਾਹਨ ਸਿੰਘ ਅਤੇ ਜਿਹੜਾ ਹੈਗਾ ਨਾਲ 2 ਅੰਗਰੇਜ਼ ਅਫਸਰਾਂ ਨੂੰ ਭੇਜਿਆ। ਮੁਲਰਾਜ ਨੇ ਕਿਲੇ ਦੀਆਂ ਚਾਬੀਆਂ ਇਹਨਾਂ ਨੂੰ ਦੇ ਦਿੱਤੀਆਂ ਪਰ ਅਗਲੇ ਦਿਨ ਜਿਹੜਾ ਕਿ ਮੁਲਰਾਜ ਕੁਝ ਸੈਨਿਕਾਂ ਨੂੰ ਠੀਕ ਹੈ ਜੀ ਨੇ ਦੋਹਾਂ ਅੰਗਰੇਜ਼ਾਂ ਅਫਸਰਾਂ ਨੂੰ ਮਾਰ ਦਿੱਤੇ ਅਤੇ ਕਾਹਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਅੰਗਰੇਜ਼ਾਂ ਨੇ ਸਾਰੀ ਘਟਨਾ ਦੀ ਜ਼ਿੰਮੇਵਾਰੀ ਮੁਲਰਾਜ 'ਤੇ ਪਾ ਦਿੱਤੀ। ਇਸ ਲਈ ਮੁਲਰਾਜ ਨੇ ਵਿਦਰੋਹ ਕਰ ਦਿੱਤਾ। ਤੇ ਅੱਗੇ ਦੋਸਤੋ ਕੀ ਹੈ ਕਿ ਚਤਰ ਸਿੰਘ ਦੇ ਵਿਦਰੋਹ ਬਾਰੇ ਤੁਸੀਂ ਕੀ ਜਾਣਦੇ ਹੋ? ਸਰਦਾਰ ਚਤਰ ਸਿੰਘ ਅਟਾਰੀ ਵਾਲਾ ਹਜ਼ਾਰਾ ਦੇ ਨਾਮ ਨਾਜ਼ਿਮ ਸੀਗਾ। ਕੈਪਟਨ ਐਬਟ ਦੁਆਰਾ ਭੜਕਾਏ ਹੋਏ ਹਜ਼ਾਰਾ ਦੇ ਠੀਕ ਹੈ ਜੀ ਕੁਝ ਮੁਲਾਜ਼ਮਾਂ ਨੇ ਸਰਦਾਰ ਚਤਰ ਸਿੰਘ ਅਟਾਰੀ ਵਾਲਾ ਤੇ ਰਿਆਸਤ 'ਤੇ ਹਮਲਾ ਕਰ ਦਿੱਤਾ। ਸਰਦਾਰ ਚਤਰ ਸਿੰਘ ਅੰਗਰੇਜ਼ ਅਫਸਰ ਜਿਹੜਾ ਹੈਗਾ ਕੈਨੋਰਾ ਨੂੰ ਉਹਨਾਂ ਖਿਲਾਫ ਕਾਰਵਾਈ ਕਰਨ ਲਈ ਕਿਹਾ। ਕੈਨੋਰਾ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅੰਗਰੇਜ਼ਾਂ ਨੇ ਉਲਟਾ ਸਰਦਾਰ ਚਤਰ ਸਿੰਘ ਨੂੰ ਹੀ ਉਸਦੇ ਅਹੁਦੇ ਤੋਂ ਹਟਾ ਦਿੱਤਾ। ਇਸ ਦੇ ਲਈ ਜਿਹੜਾ ਸਰਦਾਰ ਚਤਰ ਸਿੰਘ ਨੂੰ ਅੰਗਰੇਜ਼ਾਂ ਵਿਰੁੱਧ ਜਿਹੜਾ ਹੈਗਾ ਵਿਦਰੋਹ ਕਰ ਦਿੱਤਾ। ਅਗਲਾ ਕੁਐਸਚਨ ਕੀ ਹੈ? ਰਾਮਨਗਰ ਦੀ ਲੜਾਈ ਤੇ ਇੱਕ ਸੰਖੇਪ ਨੋਟ ਲਿਖੋ। ਇਹ ਲੜਾਈ ਦੂਜੇ ਐਂਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਸੀ। ਇਹ ਲੜਾਈ 22 ਦਸੰਬਰ 1848 ਈਸਵੀ ਨੂੰ ਲਾਰਡ ਹਾਊਡਿੰਗ ਗਫ ਅਤੇ ਸ਼ੇਰ
ਸਿੰਘ ਦੀ ਫੌਜਾਂ ਵਿਚਕਾਰ ਹੋਇਆ ਤੇ ਅੰਗਰੇਜ਼ੀ ਫੌਜ ਵਿੱਚ ਸੈਨਾ ਦੀ ਗਿਣਤੀ ਲਗਭਗ 20,000 ਸੀਗੀ ਤੇ ਸ਼ੇਰ ਸਿੰਘ ਸੈਨਿਕਾਂ ਦੀ ਜਿਹੜੀ ਹੈਗੀ ਹੈ ਦੋਸਤੋ ਗਿਣਤੀ ਲਗਭਗ ਕਿੰਨੀ ਸੀਗੀ 15,000 ਸੀਗੀ। ਤੇ ਦੋਸਤੋ ਰਾਮਨਗਰ ਅਤੇ ਪਹਿਲਾ ਹੀ ਮੋਰਚਾ ਲਗਾ ਕੇ ਜਦੋਂ ਅੰਗਰੇਜ਼ਾਂ ਨੇ ਠੀਕ ਹੈ ਜੀ ਸੈਨਾ ਉੱਥੇ ਪਹੁੰਚੀ ਤਾਂ ਸਿੱਖਾਂ ਨੇ ਉਹਨਾਂ ਲੜਾਕਿਆਂ ਨੂੰ ਠੀਕ ਹੈ ਜੀ ਹਾਂਜੀ ਕੀ ਲਿਖਿਆ ਹੈ ਲਲਕਾਰਿਆਂ ਨੂੰ ਹਾਂਜੀ ਸੌਰੀ ਉਹਨਾਂ ਨੇ ਕੀ ਲਿਖਿਆ ਹੈ ਕਿ ਉਹਨਾਂ ਨੇ ਠੀਕ ਹੈ ਜੀ ਲਲਕਾਰਿਆ। ਇਸ ਲੜਾਈ ਵਿੱਚ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ ਠੀਕ ਹੈ ਜੀ। ਤਾਂ ਇੱਥੇ ਦੋਸਤੋ ਮੈਂ ਤੁਹਾਨੂੰ ਫਿਰ ਦੱਸ ਦੇਣਾ ਪੰਜਵਾਂ ਕੁਐਸਚਨ ਕੀ ਹੈ ਕਿ ਚਿੜੀਆਂ ਵਾਲੀਆਂ ਦੀ ਲੜਾਈ ਤੇ ਇੱਕ ਸੰਖੇਪ ਨੋਟ ਲਿਖੋ। ਤਾਂ ਦੋਸਤੋ ਦੇਖ ਸਕਦੇ ਹੋ ਕਿ ਲੜਾਈ ਵਿੱਚ 13 ਜਨਵਰੀ 1849 ਨੂੰ ਲੜੀ ਗਈ 1849 ਵਿੱਚ ਇਹ ਲੜੀ ਗਈ ਸੀਗੀ। ਤੇ ਉਸ ਤੋਂ ਬਾਅਦ ਦੋਸਤੋ ਇਹ ਲੜਾਈ ਸ਼ੇਰ ਸਿੰਘ ਅਤੇ ਲਾਰਡ ਹਿਊਂਗ-ਗੱਫ ਦੀਆਂ ਫੌਜਾਂ ਵਿਚਕਾਰ ਲੜੀ ਗਈ। ਹਿਊਂਗ-ਗੱਫ ਸੋਚ ਰਿਹਾ ਸੀਗਾ ਕਿ ਉਸਦੀ ਫੌਜ ਦੀ ਗਿਣਤੀ ਘੱਟ ਹੈ, ਇਸ ਲਈ ਉਸਨੇ ਸ਼ੇਰ ਸਿੰਘ ਦੀ ਫੌਜ 'ਤੇ ਹਮਲਾ ਨਾ ਕੀਤਾ। ਫਿਰ ਉਸ ਨੂੰ ਪਤਾ ਲੱਗਿਆ ਕਿ ਸਰਦਾਰ ਚਤਰ ਸਿੰਘ ਜਿਹੜਾ ਹੈਗਾ ਠੀਕ ਹੈ ਜੀ ਉਹ ਆਪਣੀ ਫੌਜ ਲੈ ਕੇ ਸ਼ੇਰ ਸਿੰਘ ਸਹਾਇਤਾ ਲਈ ਆ ਰਿਹਾ ਹੈ ਤਾਂ ਉਸਨੇ ਤੁਰੰਤ ਸ਼ੇਰ ਸਿੰਘ ਦੀ ਫੌਜ 'ਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਅੰਗਰੇਜ਼ਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਸਿੱਖਾਂ ਦੀ ਜਿੱਤ ਹੋ ਗਈ। ਤੇ ਅੱਗੇ ਦੋਸਤੋ ਕੀ ਹੈ ਮੁਲਤਾਨ ਦੀ ਲੜਾਈ ਵੈਰੀ ਇੰਪੋਰਟੈਂਟ ਕੁਐਸਚਨ ਦੇਖੋ। ਇਹ ਲੜਾਈ ਦੋਸਤੋ ਜਿਹੜੀ ਹੈਗੀ ਆ ਦਸੰਬਰ ਜਿਹੜਾ ਹੈਗਾ 1849 ਵਿੱਚ ਲੜੀ ਗਈ ਤੇ ਇਹ ਲੜਾਈ ਦੀਵਾਨ ਮੁਲਰਾਜ ਅਤੇ ਜਨਰਲ ਵਿਸ਼ ਦੀ ਫੌਜਾਂ ਵਿਚਕਾਰ ਲੜੀ ਗਈ। ਮੁਲਰਾਜ ਦੀ ਸਹਾਇਤਾ ਸ਼ੇਰ ਸਿੰਘ ਕਰ ਰਿਹਾ ਸੀਗਾ। ਅੰਗਰੇਜ਼ਾਂ ਨੇ ਨਕਲੀ ਚਿੱਠੀਆਂ 'ਤੇ ਲਿਖ ਕੇ ਮੁਲਰਾਜ ਅਤੇ ਸ਼ੇਰ ਸਿੰਘ ਵਿਚਕਾਰ ਫੁੱਟ ਪਾ ਦਿੱਤੀ। ਸ਼ੇਰ ਸਿੰਘ ਆਪਣੀ ਫੌਜ ਨੂੰ ਲੈ ਕੇ ਮੁਲਰਾਜ ਦਾ ਸਾਥ ਛੱਡ ਗਿਆ। ਅੰਗਰੇਜ਼ਾਂ ਨੇ ਮੁਲਰਾਜ ਨੂੰ ਮੁਲਤਾਨ ਦੇ ਕਿਲੇ ਵਿੱਚ ਘੇਰ ਲਿਆ। ਇੱਕ ਦਿਨ ਅੰਗਰੇਜ਼ਾਂ ਦੁਆਰਾ ਸੁੱਟਿਆ ਗਿਆ ਇਹ ਗੋਲਾ ਦੋਸਤੋ ਮੁਲਰਾਜ ਦੇ ਬਾਰੂਦ 'ਤੇ ਡਿੱਗ ਪਿਆ ਜਿਸ ਕਾਰਨ ਮੁਲਰਾਜ ਦਾ ਸਾਰਾ ਜਿਹੜਾ ਹੈਗਾ ਠੀਕ ਹੈ ਜੀ ਬਾਰੂਦ ਨਸ਼ਟ ਹੋ ਗਿਆ। ਇਸ ਨਾਲ ਮੁਲਰਾਜ ਨੂੰ ਹਾਰ ਮੰਨਣੀ ਪਈ। ਸੱਤਵਾਂ ਕੁਐਸਚਨ ਕੀ ਹੈ ਗੁਜਰਾਤ ਦੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਹੋ। ਇਹ ਲੜਾਈ ਦੋਸਤੋ ਦੂਜੇ ਐਂਗਲੋ ਸਿੱਖ ਯੁੱਧ ਦੀ ਆਖਰੀ ਲੜਾਈ ਹੈ। ਇਹ ਲੜਾਈ 21 ਫਰਵਰੀ 1849 ਨੂੰ ਲੜੀ ਗਈ। ਅੰਗਰੇਜ਼ ਸੈਨਾ ਦੀ ਅਗਵਾਈ ਲਾਰਡ ਹਿਊਂਗ-ਗੱਫ ਕਰ ਰਿਹਾ ਸੀਗਾ। ਸਿੱਖ ਸੈਨਾ ਦੀ ਅਗਵਾਈ ਸ਼ੇਰ ਸਿੰਘ ਕਰ ਰਿਹਾ ਸੀਗਾ। ਚਤਰ ਸਿੰਘ ਸੈਨਾ ਦੀ ਉਸਦੀ ਸਹਾਇਤਾ ਲਈ ਆ ਗਏ। ਭਾਈ ਮਹਾਰਾਜ ਸਿੰਘ ਅਤੇ ਜਿਹੜਾ ਅਕਰਮ ਖਾਂ ਵੀ ਆਪਣੀ ਜਿਹੜੀ ਹੈਗੀ ਸੈਨਾ ਲੈ ਕੇ ਸ਼ੇਰ ਸਿੰਘ ਦੀ ਸਹਾਇਤਾ ਲਈ ਆ ਗਏ। ਸਿੱਖ ਸੈਨਿਕਾਂ ਦੀ ਗਿਣਤੀ 40,000 ਹੋ ਗਈ ਜਦੋਂ ਕਿ ਅੰਗਰੇਜ਼ਾਂ ਸੈਨਾ ਦੀ ਜਿਹੜੀ ਗਿਣਤੀ ਹੈ ਉਹ ਜਿਹੜੀ ਹੈਗੀ ਆ 68,000 ਸੀਗੀ। ਤੇ ਸਿੱਖਾਂ ਨੇ ਬੜੀ ਹੀ ਜਿਹੜੀ ਬਹਾਦਰੀ ਨਾਲ ਠੀਕ ਹੈ ਜੀ ਮੁਕਾਬਲਾ ਕੀਤਾ ਅਤੇ ਇਸ ਲੜਾਈ ਨੂੰ ਤੋਪਾਂ ਦੀ ਲੜਾਈ ਵੀ ਕਿਹਾ ਜਾਂਦਾ ਹੈ। ਸਿੱਖਾਂ ਦੀਆਂ ਤੋਪਾਂ ਦਾ ਬਾਰੂਦ ਛੇਤੀ ਹੀ ਖਤਮ ਹੋ ਗਿਆ, ਇਸ ਲਈ ਉਹ ਜ਼ਿਆਦਾ ਦੇਰ ਅੰਗਰੇਜ਼ ਦਾ ਮੁਕਾਬਲਾ ਨਾ ਕਰ ਸਕੇ। ਇਸ ਲੜਾਈ ਵਿੱਚ ਸਿੱਖਾਂ ਦੀ ਭਾਰੀ ਨੁਕਸਾਨ ਹੋਇਆ ਤਾਂ ਅੰਗਰੇਜ਼ਾਂ ਦੀ ਜਿੱਤ ਹੋਈ। ਤੇ ਅੱਗੇ ਕੁਐਸਚਨ ਕੀ ਹੈ ਦੂਜੇ ਐਂਗਲੋ ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ। ਤਾਂ ਦੋਸਤੋ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ। ਸਿੱਖ ਫੌਜ ਦੀ ਗਿਣਤੀ ਘਟਾ ਦਿੱਤੀ ਗਈ। ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ। ਪੰਜਾਬ ਦਾ ਪ੍ਰਬੰਧ ਚਲਾਉਣ ਲਈ ਪ੍ਰਸ਼ਾਸਨਿਕ ਬੋਰਡ ਦੀ ਸਥਾਪਨਾ ਕੀਤੀ ਗਈ। ਲਾਹੌਰ ਦਰਬਾਰ ਦੀ ਸਾਰੀ ਜਾਇਦਾਦ ਅੰਗਰੇਜ਼ਾਂ 'ਤੇ ਕਬਜ਼ਾ ਹੋ ਗਿਆ। ਕਿ ਲਾਰਡ ਡਲਹੌਜ਼ੀ ਦਾ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣਾ ਉਚਿਤ ਸੀ। ਆਪਣੇ ਪੱਖ ਦਲੀਲਾਂ ਦਿਓ। ਤਾਂ ਦੋਸਤੋ ਸਿੱਖਾਂ ਨੇ ਠੀਕ ਹੈ ਜੀ ਜਿਹੜਾ ਆਪਣਾ ਵਚਨ ਤੋੜਿਆ ਸੀ ਤੇ ਉਸ ਤੋਂ ਬਾਅਦ ਪੰਜਾਬ ਹੁਣ ਅੰਗਰੇਜ਼ਾਂ ਅਤੇ ਅਫਗਾਨਿਸਤਾਨ ਵਿਚਕਾਰ ਚੰਗਾ ਜਿਹੜਾ ਹੈਗਾ ਮੱਧਵਰਤੀ ਰਾਜ ਨਹੀਂ ਰਿਹਾ ਸੀ। ਤੇ ਉਸ ਤੋਂ ਬਾਅਦ ਲਾਹੌਰ ਦਰਬਾਰ ਅੰਗਰੇਜ਼ਾਂ ਯੁੱਧ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਸੀ। ਜੇਕਰ ਅੰਗਰੇਜ਼ ਪੰਜਾਬ ਤੋਂ ਕਬਜ਼ਾ ਨਾ ਕਰਦੇ ਤਾਂ ਸਿੱਖਾਂ ਨੇ ਅੰਗਰੇਜ਼ਾਂ ਦੀ ਲਈ ਜਿਹੜੀ ਹੈਗੀ ਸਿਰਦਰਦੀ ਪੈਦਾ ਕਰ ਦੇਣੀ ਸੀਗੀ। ਤੇ ਅੱਗੇ ਕੁਐਸਚਨ ਹੈ 10ਵਾਂ ਲਾਰਡ ਜਿਹੜਾ ਡਲਹੌਜ਼ੀ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣ ਲਈ ਉਚਿਤ ਨਹੀਂ ਸੀ। ਆਪਣੇ ਪੱਖ ਜਾਂ ਦਲੀਲਾਂ ਦੋ। ਤਾਂ ਦੇਖੋ ਸਿੱਖਾਂ ਨੇ ਜਿਹੜਾ ਹਮਲਾ ਹੈ ਠੀਕ ਹੈ ਜੀ ਉਹ ਨਹੀਂ ਕੀਤਾ, ਉਹਨਾਂ ਨੂੰ ਅਜਿਹਾ ਕਰਨ ਲਈ ਭੜਕਾਇਆ ਗਿਆ। ਅੰਗਰੇਜ਼ਾਂ ਨੇ ਆਪ ਹੀ ਠੀਕ ਹੈ ਜੀ ਮੁਲਤਾਨ ਦੀ ਬਗਾਵਤ ਨੂੰ ਫੈਲਣ ਦਿੱਤਾ ਸੀ। ਤੇ ਉਸ ਤੋਂ ਬਾਅਦ ਕੀ ਹੈ ਲਾਹੌਰ ਦਰਬਾਰ ਨੇ ਅੰਗਰੇਜ਼ੀ ਪੂਰਾ ਸਹਿਯੋਗ ਦਿੱਤਾ ਠੀਕ ਹੈ ਜੀ। ਤੇ ਉਸ ਤੋਂ ਬਾਅਦ ਸਾਰੀ ਸਿੱਖ ਸੈਨਾ ਵਿਦਰੋਹ ਨਹੀਂ ਕੀਤਾ ਸੀਗਾ। ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰਨ ਦਾ ਜਿਹੜਾ ਤਰੀਕਾ ਸੀਗਾ ਉਹ ਕੀ ਸੀਗਾ ਗਲਤ ਸੀਗਾ। ਤੇ ਉਸ ਤੋਂ ਬਾਅਦ ਦੋਸਤੋ ਮਹਾਰਾਜਾ ਦਲੀਪ ਸਿੰਘ ਤੇ ਇੱਕ ਨੋਟ ਲਿਖੋ। ਤਾਂ ਮਹਾਰਾਜਾ ਦਲੀਪ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ। ਰਾਜਗੱਦੀ 'ਤੇ ਬੈਠਣ ਵਜੋਂ ਉਸਦੀ ਉਮਰ ਜਿਹੜੀ ਹੈਗੀ ਸਿਰਫ 5 ਸਾਲ ਦੀ ਸੀਗੀ। ਇਸ ਲਈ ਜਿਹੜੀ ਮਹਾਰਾਣੀ ਜਿੰਦਾ ਉਸਦਾ ਜਿਹੜਾ ਹੈਗਾ ਸਰਪ੍ਰਸਤ ਅਤੇ ਲਾਲ ਸਿੰਘ ਪ੍ਰਧਾਨ ਮੰਤਰੀ ਬਣਾਇਆ ਗਿਆ ਠੀਕ ਹੈ ਜੀ। ਤੇ ਲਾਲ ਸਿੰਘ ਗੱਦਾਰ ਜਿਹੜਾ ਨਿਕਲਿਆ ਤੇ ਦੂਜੇ ਐਂਗਲੋ ਸਿੱਖ ਵਿੱਚ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ। ਤੇ 22 ਅਕਤੂਬਰ 1893 ਈਸਵੀ ਵਿੱਚ ਠੀਕ ਹੈ ਜੀ ਪੈਰਿਸ ਵਿਖੇ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੋ ਗਈ। ਮਹਾਰਾਣੀ ਜਿੰਦਾ ਬਾਰੇ ਤੁਸੀਂ ਕੀ ਜਾਣਦੇ ਹੋ। ਮਹਾਰਾਣੀ ਜਿਹੜੀ ਹੈਗੀ ਜਿੰਦਾ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਅਤੇ ਮਹਾਰਾਣਾ ਜਿਹੜਾ ਹੈਗਾ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਸੀ ਠੀਕ ਹੈ ਜੀ। ਤੇ ਰਾਜਗੱਦੀ 'ਤੇ ਬੈਠਣ ਸਮੇਂ ਮਹਾਰਾਣੀ ਜਿਹੜੀ ਹੈਗਾ ਮਹਾਰਾਜਾ ਦਲੀਪ ਸਿੰਘ ਦੀ ਉਮਰ ਉਸ ਵਕਤ ਜਿਹੜੀ 5 ਸਾਲ ਦੀ ਸੀਗੀ। ਇਸ ਲਈ ਮਹਾਰਾਣੀ ਜਿੰਦਾ ਉਸ ਸਰਪ੍ਰਸਤ ਬਣਾਇਆ ਗਿਆ ਸੀਗਾ ਠੀਕ ਹੈ ਜੀ। ਤੇ ਭੈਰੋਵਾਲ ਦੀ ਜਿਹੜੀ ਸੰਧੀ ਦੁਆਰਾ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਦੀਆਂ ਸਾਰੀਆਂ ਸ਼ਕਤੀਆਂ ਖੋਹ ਲਈਆਂ ਤੇ ਪੈਨਸ਼ਨ ਲਗਾ ਦਿੱਤੀ ਸੀ। 1849 ਈਸਵੀ ਵਿੱਚ ਮਹਾਰਾਣੀ ਜਿੰਦਾ ਨੇ ਭੇਸ ਬਦਲ ਕੇ ਨੇਪਾਲ ਪਹੁੰਚ ਗਈ। 1863 ਈਸਵੀ ਵਿੱਚ ਠੀਕ ਹੈ ਜਿਹੜੀ ਹੈਗੀ ਆ ਇੰਗਲੈਂਡ ਵਿੱਚ ਮਹਾਰਾਣੀ ਜਿੰਦਾ ਦੀ ਜਿਹੜੀ ਹੈਗੀ ਆ ਮੌਤ ਵੀ ਹੋ ਗਈ। ਤੇ ਉਸ ਤੋਂ ਬਾਅਦ ਦੋਸਤੋ ਭਾਈ ਮਹਾਰਾਜ ਸਿੰਘ ਤੇ ਇੱਕ ਨੋਟ ਲਿਖੋ। ਭਾਈ ਮਹਾਰਾਜ ਸਿੰਘ ਨੌਰੰਗਾਬਾਦ ਠੀਕ
ठीक है जी। प्रसिद्ध ते संत भाई वीर सिंह दे चेले सन। वो पंजाब की आज़ादी चाहुंदे सन। उन्होंने दूजे एंगलो सिख योद्धा दी सारियां लड़ाइयां में हिस्सा लिया। गुजरात की लड़ाई तो बाद उन्होंने ठीक है जी हथियार ना सुट्टे ते जम्मू चले गए। उन्होंने काबुल ते शासक नाल मिल के अंग्रेज़ों खिलाफ जिहड़ी हैगी विद्रोह की योजना बनाई। उन्होंने ठीक है जी गिरफ्तार कर लिया गया तो कलकत्ता जेल में भेज दिता गया। इस तो बाद दोस्तों उन्होंने सिंगापुर जेल में भी भेजा गया। सिंगापुर विखे ठीक है जी तो 1856 ईस्वी में उन्होंने मौत हो गई। तो हुण देखो दोस्तों नक्शा वा इत्थे जिहड़ा हैगा ठीक है जी नक्शा एक पहला जिहड़ा हैगा एंगलो सिख युद्ध दीयां लड़ाइयां ठीक है जी आह तुसीं पढ़ लेने हन। ये वैरी इंपोर्टेंट हैं दोस्तों। इहदे विचों क्वेश्चन पक्का आएगा ही आएगा ठीक है जी। आह जिहड़े पॉइंट दिते हुए हैं चाहे इस तो ही तुहानूं पुछ सकते हैं कि जिहड़ा पहले एंगलो सिख युद्ध दीयां लड़ाइयां बारे दसो। तो दोस्तों ये तुसीं इसदे विच एक्सप्लेन करोगे तो इत्थे तक दोस्तों तुसीं इसनूं पढ़ लो जिहड़ा तुहानूं मैं उपर दिखाया वा वैरी इंपोर्टेंट है दोस्तों ये ठीक है। इसी तरह दोस्तों ये भी उहदे नाल ही है पहला विच ते नक्शे 2 विच दोस्तों दूजा है हुण देख लो दूजे एंगलो सिख युद्ध दीयां मुख लड़ाइयां। तो इहदे विच दोस्तों ये वालियां हन रामनगर की लड़ाई, चिड़ियावाली की लड़ाई, मुल्तान की लड़ाई ठीक है। ये तुसीं पढ़ लो अपना गुजरात की लड़ाई ठीक है। तो दोस्तों इस तरह ये जिहड़ियां इंपोर्टेंट लड़ाइयां दित्तियां हन जो कि तुसीं पढ़नियां हन। तो उस तो बाद ये दोस्तों थल्ले ये मैप दिता होया वा तुसीं इहदे विच अपना देख लो कि किहड़ी जगह कित्थे ते है। फिर दोस्तों जो तुहानूं पेपर ते आएगा तुसीं उसका आंसर जिहड़ा दे देना वा ठीक है जी। आह मैप देख लो तुसीं अपना ठीक है जी। तो इस तरह का ये तुहाडा मैप है। एक बारी होर तो देख लो ये दूसरा मैप है तुहाडा ठीक है दोस्तों। तो इत्थे दोस्तों ये इंपोर्टेंट क्वेश्चन आंसर समाप्त होंगे ने। बाकी साडे कोल अगर कुछ शांति गैस पेपर या पोल स्टार कुछ भी साडे कोल होर पहुँचता है तो वो भी तुहानूं रिवाइज करा देंगे। बाकी दोस्तों साडा टैलीग्राम चैनल भी है मैमोरियल जनरेशन तुसीं उसनूं ज्वाइन कर सकते हो। उसका लिंक डिस्क्रिप्शन बॉक्स के विच है। बाकी अगर लिंक नहीं ओपन होंदा है तो तुसीं टैलीग्राम ते जाके सीधा सर्च करियो मैमोरियल जनरेशन PSB आ जाऊगा उसनूं ज्वाइन कर लियो ठीक है जी। ओके दोस्तों चलो ठीक है चंगा सत श्री अकाल।